It's 6 o'clock and we must start now. Yes, please do. ਅੱਜ ਦੀ ਇਸ ਮੁਬਾਰਕ ਸ਼ਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਖੁਸ਼ਾਮਦੀਦ, ਜੀ ਆਇਆਂ ਨੂੰ, ਇਸਤਕਬਾਲ ਤੁਹਾਡਾ, ਸਤਿ ਸ਼੍ਰੀ ਅਕਾਲ, ਗੁਰਫਤਿਹ, ਨਮਸਕਾਰ, अस्सलाम वालेकुम। ਹਿੰਦੁਸਤਾਨ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਫਰਾਂਸ, ਦੁਬਈ, ਅਮਰੀਕਾ, ਇੰਗਲੈਂਡ ਤੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਤੇ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਜੁੜੇ ਤੁਸੀਂ ਸਾਰੇ ਸਾਡੇ ਮਾਝਾ ਹਾਊਸ ਦੇ ਇਸ ਵਿਹੜੇ ਦੇ ਵਿੱਚ ਜੀ ਆਇਆਂ ਨੂੰ, ਤੁਹਾਡਾ ਸਾਰਿਆਂ ਦਾ ਇਸਤਕਬਾਲ। ਮਾਝਾ ਹਾਊਸ ਦਾ ਇੱਕ ਉਪਰਾਲਾ ਸਾਂਝੇ ਪੰਜਾਬ ਦਾ which we initiated in the month of May, ਔਰ ਇਹ ਪਹਿਲੀ ਇਹਦੀ ਅਸੀਂ ਜਿਹੜੀ ਬੈਠਕ ਕੀਤੀ ਸੀ ਆਪਣੇ ਪਾਕਿਸਤਾਨ ਲਹਿੰਦੇ ਪੰਜਾਬ ਦੇ ਸਾਥੀਆਂ ਦੇ ਨਾਲ, ਉਹ ਇੰਨੀ ਖੂਬਸੂਰਤ ਹੁਣ ਤੱਕ ਆਪਣਾ ਰੰਗ ਲੈ ਚੁੱਕੀ ਹੈ। ਉਹ ਸਫ਼ਰ ਜਿਹੜਾ ਪਿਆਰ, ਮੁਹੱਬਤ, ਇਤਫਾਕ, ਇਖਲਾਕ ਲੈ ਕੇ ਚੱਲੇ ਸੀ, ਉਹ ਅੱਜ ਬਾਹਾਂ ਫੈਲਾਉਂਦਾ ਹੋਇਆ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਰਿਹਾ ਹੈ। ਇਸੇ ਲੜੀ ਦੇ ਵਿੱਚ, ਇਸੇ ਸੀਰੀਜ਼ ਦੇ ਵਿੱਚ ਅੱਜ ਅਸੀਂ ਉਸ ਰੂਹ, ਉਸ ਜੋਤ, ਉਸ ਇਨੀਸ਼ੀਏਟਰ, ਉਸ ਸੀਕਰ ਦੀ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਨਾ ਕੇਵਲ ਇੱਕ ਸੂਫੀਜ਼ਮ ਦੇ ਵਿੱਚੋਂ, ਇੱਕ ਤਜ਼ੱਫੁਫ ਦੇ ਵਿੱਚੋਂ ਇੱਕ ਨਵਾਂ ਮਜ਼ਹਬ ਜਾਂ ਇੱਕ ਨਵੀਂ ਸੋਚ ਪੈਦਾ ਕੀਤੀ, ਬਲਕਿ ਪੂਰੀ ਕਾਇਨਾਤ ਨੂੰ ਇੱਕ ਰੰਗ ਦੇ ਨਾਲ ਦੇਖਿਆ। We are honored to have wonderful speakers who don't need actually any kind of introduction because ਉਹ ਆਪਣੇ ਆਪ 'ਚ ਪੂਰੀਆਂ institutions ਨੇ। ਜੇ ਮੈਂ ਗੱਲ ਕਰਾਂ ਹਰੂਨ ਖਾਲਿਦ ਦੀ, ਹਰੂਨ ਬਾਰੇ ਮੈਂ ਹੁਣੇ ਦੱਸਾਂਗਾ, ਡਾਕਟਰ ਸੁਮੇਲ ਸਿੱਧੂ ਤੇ ਭਾਈ ਬਲਦੀਪ ਸਿੰਘ। ਸ਼ਾਇਦ ਪੂਰੀ ਦੀ ਪੂਰੀ ਦੁਨੀਆ ਇਹਨਾਂ ਲੋਕਾਂ ਨੂੰ, ਇਹਨਾਂ ਦੇ ਕੰਮਾਂ ਕਰਕੇ, ਇਹਨਾਂ ਦੀਆਂ ਜਿਹੜੀਆਂ ਕੰਟਰੀਬਿਊਸ਼ਨਸ ਨੇ ਉਹਨਾਂ ਕਰਕੇ ਬਹੁਤ ਬਖੂਬੀ ਤਰ੍ਹਾਂ ਜਾਣਦੀ ਹੈ। ਅੱਜ ਅਸੀਂ ਗੱਲ ਕਰਾਂਗੇ ਦ ਲੌਂਗ ਵਾਂਡਰਿੰਗਸ ਆਫ ਗੁਰੂ ਨਾਨਕ ਐਂਡ ਭਾਈ ਮਰਦਾਨਾ, ਬਾਬੇ ਨਾਨਕ ਦੀਆਂ ਉਹ ਉਦਾਸੀਆਂ, ਜਿਨ੍ਹਾਂ ਉਦਾਸੀਆਂ ਦੇ ਵਿੱਚੋਂ ਜਿਨ੍ਹਾਂ ਨੇ ਤਵੀਲ ਸਫ਼ਰ ਆਪਣੇ ਮੁਬਾਰਕ ਕਦਮਾਂ ਦੇ ਨਾਲ ਉਹਨਾਂ ਨੇ ਪੂਰੀ ਕਾਇਨਾਤ ਨੂੰ ਇੱਕ ਨਵੀਂ ਰੰਗਤ ਦੇਣ ਵਾਸਤੇ ਦਿੱਤਾ। ਅੱਜ ਅਸੀਂ ਗੱਲ ਕਰਾਂਗੇ ਉਸ ਦੀ। ਸੋ ਮੈਂ ਧੰਨਵਾਦ ਕਰਦਾ ਪ੍ਰੀਤੀ ਗਿੱਲ ਦਾ, ਜਿਹੜੇ ਫਾਊਂਡਰ ਨੇ ਮਾਝਾ ਹਾਊਸ ਦੇ, ਕਿ ਜਿਨ੍ਹਾਂ ਨੇ ਇਹ ਸੋਚ, ਇਸ ਬੀੜੇ ਨੂੰ ਚੁੱਕਿਆ ਕਿ ਅਸੀਂ ਲਿਟਰੇਚਰ ਨੂੰ, ਅਦਬ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣਾ ਹੈ, ਔਰ ਮਾਝੇ ਹਾਊਸ ਦੇ ਇਸ ਮਾਝੇ ਦੇ ਵਿਹੜੇ ਦੇ ਵਿੱਚੋਂ ਅਸੀਂ ਉਸ ਨੂੰ, ਉਹਦਾ ਇੱਕ ਛੋਟਾ ਜਿਹਾ ਕਰੂੰਬਲੀ ਵਾਂਗੂ ਇੱਕ ਪੌਦਾ ਅੱਜ ਦਰਖਤ ਰੂਪੀ ਬਣ ਕੇ ਸਾਰਿਆਂ ਨੂੰ ਉਹਦੀ ਠੰਡਕ ਵੀ ਦੇ ਰਿਹਾ ਤੇ ਖੁਸ਼ਬੂ ਵੀ ਦੇ ਰਿਹਾ ਉਹਦੇ ਫੁੱਲਾਂ ਦੀ। ਐਜ਼ ਆਈ ਸੈਡ ਕਿ ਸਾਡੇ ਕੋਲ 3 ਸਪੀਕਰ ਨੇ। ਹਰੂਨ ਖਾਲਿਦ ਜੀ, ਹਰੂਨ ਖਾਲਿਦ ਬਹੁਤ ਹੀ ਯੰਗ ਨੇ, ਲੇਕਿਨ ਇਹਨਾਂ ਦੀ ਐਕੈਡੈਮਿਕ ਬੈਕਗਰਾਉਂਡ ਜੇ ਤੁਸੀਂ ਗੱਲ ਕਰੋ, ਇਹਨਾਂ ਨੇ ਐਂਥਰੋਪੋਲੋਜੀ ਦੇ ਵਿੱਚ ਮਾਸਟਰਸ ਕੀਤੀ, ਰਾਈਟਰ ਨੇ, ਫ੍ਰੀਲਾਂਸ ਜਰਨਲਿਸਟ ਨੇ। He has traveled extensively in Pakistan while documenting historical and cultural heritage. He has written for several newspapers like Al Jazeera, Huffington Post, the News, Express Tribune, the Friday Times, Dawn Scroll, and n number of papers. ਬਹੁਤ ਸਾਰੀਆਂ ਇਹਨਾਂ ਦੀਆਂ ਕਿਤਾਬਾਂ ਨੇ। 2013 ਦੇ ਵਿੱਚ ਅ ਵਾਈਟ ਟ੍ਰੇਲ, ਜਿਹੜੀਆਂ ਰਿਲੀਜੀਅਸ ਮਾਈਨੋਰਿਟੀਜ਼ ਨੇ ਪਾਕਿਸਤਾਨ ਦੇ ਵਿੱਚ, ਉਹਨਾਂ ਦੇ ਉੱਤੇ 2013 'ਚ ਕਿਤਾਬ ਇਹਨਾਂ ਦੀ ਪਬਲਿਸ਼ ਹੋਈ, ਇਨ ਸਰਚ ਆਫ ਸ਼ਿਵਾ। ਇਹ ਦੂਸਰੀ ਕਿਤਾਬ ਸੀ ਜਿਹੜੀ 2015 ਦੇ ਵਿੱਚ ਹੋਈ। ਐਂਡ ਥਰਡ ਬੁੱਕ ਵਾਕਿੰਗ ਵਿਦ ਨਾਨਕ, ਇਹ ਦਸੰਬਰ 2016 ਦੇ ਵਿੱਚ ਹੋਈ। ਤੇ ਲਾਸਟ ਜਿਹੜੀ ਲੇਟੈਸਟ ਬੁੱਕ ਸੀ ਇਹਨਾਂ ਦੀ, ਦੈਟ ਇਜ਼ ਇਮੈਜਿਨਿੰਗ ਲਾਹੌਰ, ਦ ਸਿਟੀ ਦੈਟ ਇਜ਼ ਦ ਸਿਟੀ ਦੈਟ ਵਾਜ਼। ਪੈਂਗੁਇਨ ਨੇ ਇਹਨੂੰ ਪਬਲਿਸ਼ ਕੀਤਾ 2018 ਦੇ ਵਿੱਚ। ਔਰ ਹਰੂਨ ਗੱਲ ਕਰਨਗੇ ਬਾਬੇ ਨਾਨਕ, ਹਾਜੀ ਪੀਰ ਨਾਨਕ ਦੀ, ਉਹਨਾਂ ਦੀ ਕੰਪੈਨੀਅਨਸ਼ਿਪ ਤੇ ਇਨਕਲੂਜਨ ਜਿਹੜੀ ਇਸ ਸਾਡੇ ਬਰਾਏ ਸਗੀਰ ਦੇ ਵਿੱਚ ਉਹਦੀ ਕੀ ਰੈਲੇਵੈਂਸ ਸੀ। ਸਾਡੇ ਕੋਲ ਬਹੁਤ ਹੀ ਖੂਬਸੂਰਤ ਰੂਹ, ਜਿਹਨੇ ਆਪਣਾ ਪ੍ਰੋਫੈਸ਼ਨਲ ਕੈਰੀਅਰ ਐਜ਼ ਅ ਫਾਈਟਰ ਪਾਇਲਟ ਛੱਡਿਆ, ਤਿਆਗਿਆ। ਤਿਆਗਣ ਦੇ ਪਿੱਛੇ ਉਹਨਾਂ ਦਾ ਮਕਸਦ ਕੁਝ ਹੋਰ ਨਹੀਂ, ਬਲਕਿ ਇਸ ਪੂਰੀ ਕਾਇਨਾਤ ਨੂੰ ਬਾਬੇ ਨਾਨਕ ਦਾ ਉਹ ਮੈਸੇਜ ਜਿਹੜਾ ਬਾਬਾ ਨਾਨਕ ਪਹੁੰਚਾ ਰਿਹਾ ਸੀ, ਉਸ ਪੂਰੀ ਕਾਇਨਾਤ ਤੱਕ ਪਹੁੰਚਾਉਣ ਦਾ ਇੱਕ ਹੰਭਲਾ ਮਾਰਿਆ। ਔਰ ਅਸੀਂ ਸਾਰੇ ਸਣੇ ਮੇਰੇ, ਮੈਂ ਤੇ ਪੂਰੀ ਤਰ੍ਹਾਂ ਦਿਲ ਤੋਂ ਨਤਮਸਤਕ ਹੁੰਦਾ ਜਦੋਂ ਵੀ ਭਾਈ ਸਾਹਿਬ ਦਾ ਨਾਮ ਆਪਣੇ ਮੁਖਾਰਬਿਨ ਤੋਂ ਨਿਕਲਦਾ ਹੈ। ਤੇ ਜਦੋਂ ਮੇਰੀ ਵੱਡੀ ਭੈਣ ਆਬਿਦਾ ਪ੍ਰਵੀਨ ਇਹਨਾਂ ਦਾ ਜ਼ਿਕਰ ਕਰਦੇ ਨੇ, ਹਮੇਸ਼ਾ ਦਿਲ ਤੇ ਸਜਦਾ ਇਹਨਾਂ ਨੂੰ ਚਲੇ ਜਾਂਦਾ ਹੈ। ਇਹਨਾਂ ਨੇ ਗੁਰਬਾਣੀ ਸੰਗੀਤ ਪਰੰਪਰਾ ਨੂੰ ਕਾਇਮ ਰੱਖਿਆ, ਔਰ ਭਾਈ ਬਲਦੀਪ ਸਿੰਘ ਸਾਡੇ ਵਾਸਤੇ ਗੁਰਸਿੱਖੀ ਦਾ ਇੱਕ ਬਹੁਤ ਵੱਡਾ ਖਜ਼ਾਨਾ ਨੇ, ਟ੍ਰੈਜਰ ਨੇ।
ਬਹੁਤ ਸਾਰੀਆਂ ਓਰੀਜਨਲ ਇਹਨਾਂ ਦੇ ਕੋਲ ਕੰਪੋਜੀਸ਼ਨਸ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਕੰਪੋਜੀਸ਼ਨ ਜਿਹੜੀ ਭਾਈ ਮਰਦਾਨਾ ਜੀ ਜਿਹੜੀ ਰਬਾਬ ਦੇ ਉੱਤੇ ਉਹ ਲੈ ਕੇ ਆਉਂਦੇ ਸਨ, ਉਹ ਵੀ ਇਹਨਾਂ ਦੇ ਕੋਲ ਓਰੀਜਨਲ ਕੰਪੋਜੀਸ਼ਨ ਹੈ। ਅੱਜ ਅਸੀਂ ਇਹਨਾਂ ਨੂੰ ਰਿਕੁਐਸਟ ਵੀ ਕਰਾਂਗੇ ਕਿ ਆਪਣੀ ਉਸ ਕਨਵਰਸੇਸ਼ਨ ਦੇ ਵਿੱਚ ਜਦੋਂ ਇਹ ਗੱਲ ਕਰਨਗੇ ਟ੍ਰੈਡੀਸ਼ਨ ਆਫ ਸਪਿਰਿਚੁਅਲ ਪੋਇਟਰੀ, ਮਿਊਜ਼ਿਕ ਐਂਡ ਕੀਰਤਨ, ਰਿਸਪੈਕਟਿਵ ਕੰਟਰੀਬਿਊਸ਼ਨ ਆਫ ਟੂ ਟਰੈਵਲਰਸ ਭਾਈ ਮਰਦਾਨਾ ਤੇ ਬਾਬਾ ਨਾਨਕ, ਉਸ ਵੇਲੇ ਆਪਣੇ ਮੁਖਾਰਬਿਨ ਤੋਂ ਆਪਣੇ ਸਾਡੇ ਉਹਨਾਂ ਤਾਂਤੀ ਸਾਜ਼ਾਂ ਦੇ ਨਾਲ ਵੀ ਸਾਨੂੰ ਇੱਕ ਛੋਟੀ ਜਿਹੀ ਝਲਕ ਦਿਖਾਣ। ਭਾਈ ਬਲਦੀਪ ਸਿੰਘ ਜਿੱਥੇ ਕੀਰਤਨੀਏ ਨੇ, ਜਿੱਥੇ ਮਿਊਜ਼ਿਕ ਪਲੇਅਰ ਨੇ, ਸਕਾਲਰ ਨੇ, ਮਿਊਜ਼ਿਕ ਇੰਸਟਰੂਮੈਂਟ ਬਣਾਉਂਦੇ ਵੀ ਨੇ, ਪੋਇਟ ਨੇ, ਸਕਾਲਰ ਨੇ, ਫਿਲਮ ਮੇਕਰ ਨੇ, ਟੀਚਰ ਨੇ, ਐਕਟਿਵਿਸਟ ਨੇ, ਪੋਲੀਟੀਸ਼ੀਅਨ ਨੇ, ਤੇ ਇਹਨਾਂ ਸਾਰਿਆਂ ਤੋਂ ਜ਼ਿਆਦਾ ਇੱਕ ਬਹੁਤ ਹੀ ਖੂਬਸੂਰਤ ਰੂਹ ਨੇ। ਅਨੰਤ ਫਾਊਂਡੇਸ਼ਨ ਇਹ ਚਲਾ ਰਹੇ ਨੇ ਔਰ ਜਿਹਦਾ ਕੰਮ ਉਸ ਅਨਹਦ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਦਾ ਹੈ। ਸਾਡੇ ਵਿੱਚ ਇੱਕ ਸ਼ਮੂਲੀਅਤ ਸਾਡੇ ਆਪਣੇ ਹੀ ਪਰਿਵਾਰ ਦੇ, ਹੁਣ ਤੇ ਸਾਡੇ ਬਹੁਤ ਨੇੜੇ ਪਰਿਵਾਰ ਦੇ ਇਸ ਤਰ੍ਹਾਂ ਹੈ ਕਿ ਲੱਗਦਾ ਹੀ ਨਹੀਂ ਕਿ ਉਹ ਬਠਿੰਡੇ ਨੇ ਜਾਂ ਲੱਗਦਾ ਹੀ ਨਹੀਂ ਕਿ ਉਹ ਅੰਮ੍ਰਿਤਸਰ ਨੇ, ਅੰਮ੍ਰਿਤਸਰ ਤੋਂ ਬਾਹਰ ਨੇ। ਮੇਰੀ ਮੁਰਾਦ ਡਾਕਟਰ ਸੁਮੇਲ ਸਿੰਘ ਸਿੱਧੂ। ਹੀਰ ਬਣੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੇ ਸੇਧ ਦਾ ਸਵਾਲ, ਇਹ ਕਿਤਾਬ ਇਹਨਾਂ ਨੇ ਆਪਣੇ ਮੁਬਾਰਕ ਹੱਥੀ ਮੈਨੂੰ ਦਿੱਤੀ ਔਰ ਮੈਨੂੰ ਇਹ ਪਤਾ ਹੈ ਕਿ ਉਹ ਵਾਰਿਸ ਦੀ ਹੀਰ ਹੀ ਨਹੀਂ, ਉਹ ਬਾਬੇ ਨਾਨਕ ਦੀ ਹੀਰ, ਜਿਹਦੇ ਬਾਰੇ ਅੱਜ ਗੱਲ ਕਰਨਗੇ ਸੁਮੇਲ ਸਿੰਘ ਸਿੱਧੂ। JNU ਦੇ ਵਿੱਚ, ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਇਆ, ਫਿਰ ਸੈਂਟਰਲ ਯੂਨੀਵਰਸਿਟੀ ਪੰਜਾਬ ਤੇ ਬਠਿੰਡੇ 'ਚ ਵੀ ਪੜ੍ਹਾਇਆ। ਡਾਕਟਰ ਸਿੱਧੂ ਇਹ ਇੱਕ ਹੈਗੇ ਨੇ ਰੈਵੋਲਿਊਸ਼ਨਰੀ, ਜਿਨ੍ਹਾਂ ਨੇ ਇੱਕ ਨਵੀਂ ਸੋਚ ਪੈਦਾ ਕਰਨ ਵਾਸਤੇ ਇੱਕ ਯੁੱਧ ਛੇੜ ਦਿੱਤਾ ਸੋਚਾਂ ਦਾ। ਜਦੋਂ ਇਹਨਾਂ ਦੀ ਇੱਕ ਕਿਤਾਬ ਪਬਲਿਸ਼ ਹੋਈ, ਜਦੋਂ ਰਿਲੀਜ਼ ਹੋਈ, ਤਾਂ ਪੂਰੇ ਚੌਗਿਰਦੇ ਦੇ ਵਿੱਚ ਲੋਕ ਇਸ ਕਿਤਾਬ ਦੇ ਉੱਤੇ, ਮੈਂ ਵਿਵਾਦ ਨਹੀਂ, ਇਸ ਕਿਤਾਬ ਦੇ ਉਹਦੇ ਉੱਤੇ ਸੋਚ ਇੱਕ ਨਵੀਂ ਪੈਦਾ ਕਰਨ ਵਾਸਤੇ ਜੋ ਇਹਨਾਂ ਨੇ ਕੋਸ਼ਿਸ਼ ਕੀਤੀ ਜਾਂ ਕੰਮ ਕੀਤਾ, ਉਹ ਕਾਬਲੇ ਤਾਰੀਫ ਹੀ ਨਹੀਂ ਔਰ ਬਹੁਤ ਡੂੰਘਾ ਹੈ। ਸੋ ਮੈਂ ਨਤਮਸਤਕ ਹਾਂ ਤੁਹਾਡੇ ਤਿੰਨਾਂ ਦੇ ਅੱਗੇ। ਮੈਂ ਖੁਸ਼ਾਮਦੀਦ ਕਹਿਣਾ ਡਾਕਟਰ ਸੁਮੇਲ ਤੁਹਾਨੂੰ, ਹਰੂਨ ਤੁਹਾਨੂੰ ਤੇ ਭਾਈ ਸਾਹਿਬ ਤੁਹਾਨੂੰ ਔਰ ਤੁਹਾਡੀਆਂ ਅਸੀਸਾਂ ਦਾ ਸਦਕਾ। ਅੱਜ ਅਸੀਂ ਗੱਲ ਕਰਾਂਗੇ ਬਾਬੇ ਗੁਰੂ ਨਾਨਕ ਦੇ ਉੱਤੇ, ਬਾਬੇ ਗੁਰੂ ਨਾਨਕ ਦੇ ਡਿਫਰੈਂਟ ਪਰਸਪੈਕਟਿਵਸ ਦੇ ਉੱਤੇ। ਉਹਨਾਂ ਡਿਫਰੈਂਟ ਪਰਸਪੈਕਟਿਵਸ ਦੇ ਵਿੱਚੋਂ ਮੈਂ ਇੱਕ ਜ਼ਰੂਰ ਕਰਾਂਗਾ ਕਿ ਕਿਸਾਨੀ ਵੀ ਬਾਬੇ ਨਾਨਕ ਦਾ ਇੱਕ ਮੁੱਢਲਾ ਰਿਹਾ, ਜਿਹੜਾ ਆਖਰੀ 17 ਸਾਲ ਉਹਨਾਂ ਦੀ ਜ਼ਿੰਦਗੀ ਨੇ, ਉਹਨਾਂ ਨੇ ਕਰਤਾਰਪੁਰ ਦੇ ਵਿੱਚ ਕਿਸਾਨੀ, ਉਹਦੇ 'ਚ ਵੀ ਉਹ ਰਿਫਾਰਮਰ ਵੀ ਸਨ, ਉਹ ਰੈਵੋਲਿਊਸ਼ਨਰੀ ਵੀ ਸਨ। ਅਸੀਂ ਇਹਦੇ ਬਾਰੇ ਵੀ ਮੈਂ ਡਾਕਟਰ ਸਾਹਿਬ ਨੂੰ, ਡਾਕਟਰ ਸੁਮੇਲ ਸਿੱਧੂ ਸਾਹਿਬ ਨੂੰ ਕਹਾਂਗਾ ਕਿ ਉਸ ਵੇਲੇ ਇਸ ਟੌਪਿਕ ਦੇ ਉੱਤੇ ਵੀ ਆਪਣੇ ਰੈਲੇਵੈਂਸ। ਔਰ ਭਾਈ ਸਾਹਿਬ ਤੁਹਾਡੇ ਵਾਸਤੇ ਖਾਸ ਗੁਜ਼ਾਰਿਸ਼ ਹੈ ਪਾਕਿਸਤਾਨ ਤੋਂ ਕਿ ਇਸ ਨੂੰ ਜ਼ਰੂਰ ਛੇੜਿਓ, ਕਿ ਇਸ ਟੌਪਿਕ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਜੋ ਫਿਲਾਸਫੀ ਉਸ ਵੇਲੇ ਸੀ ਕਿਰਸਾਨੀ ਨੂੰ ਲੈ ਕੇ, ਜਾਂ ਜਿਹੜੀ ਸਾਡੀ ਜ਼ਮੀਨ ਦੇ ਨਾਲ ਜਾਂ ਜਿਹੜੀ ਕਿਰਤ ਦੇ ਨਾਲ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਅੱਜ ਦੀ ਕ੍ਰੋਨੋਲੋਜੀ ਦੇ ਵਿੱਚ ਹਰੂਨ ਸਭ ਤੋਂ ਪਹਿਲਾਂ ਗੱਲ ਕਰਨਗੇ, ਫਿਰ ਭਾਈ ਸਾਹਿਬ ਸਾਨੂੰ ਨਿਵਾਜਣਗੇ ਤੇ ਫਿਰ ਡਾਕਟਰ ਸੁਮੇਲ ਸਿੱਧੂ। ਅਸੀਂ 7-7 ਮਿੰਟ ਅਸੀਂ ਗੱਲ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਆਪਸ ਦੇ ਵਿੱਚ ਕਨਵਰਸੇਸ਼ਨ ਕਰਾਂਗੇ ਔਰ ਫਿਰ ਲਾਸਟ ਵਿੱਚ ਅਸੀਂ ਆਡੀਅנס ਦੇ ਕੋਲੋਂ ਸਵਾਲ ਲੈ ਕੇ। ਹੁਣ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹੋਇਆ, ਮੈਂ ਤੁਹਾਡੇ ਵਿੱਚ ਹਾਂ, ਲੇਕਿਨ ਮੈਂ ਹਰੂਨ ਜੀ ਨੂੰ ਕਹਾਂਗਾ ਕਿ ਗੁਰੂ ਨਾਨਕ ਸਾਹਿਬ ਦੀ ਵਾਕਿੰਗ ਵਿਦ ਨਾਨਕ ਦੇ ਨਾਲ ਸਾਨੂੰ ਇੱਕ ਝਲਕ ਸਾਂਝੇ ਪੰਜਾਬ ਦੇ ਵਿੱਚ ਅੱਜ ਦੇ ਇਸ ਦਿਨ ਸਾਡੇ ਨਾਲ ਸਾਂਝੀ ਕਰੋ। ਹਰੂਨ ਖਾਲਿਦ। Thank you, Arvinder ji. Good evening, everybody. Sat Sri Akal, Namaste. मैं इस टाइम टोरंटो च हाँ, तो इत्थे सवेरे दे 7:30 बजे ने, ते गुड मॉर्निंग अगर कोई इत्थों वेख रहा है या यूएस तो वेख रहा है। प्रीति जी, थैंक यू सो मच, तुसी पूरा प्रोग्राम अरेंज किया। You've given me the honor to share the platform with such institutions. Sumail ji, Bhai Baldeep ji, Sukhdev ji, Sanja House ते माजा हाउस का भी शुक्रिया। उन्होंने बड़ा एक बेहतरीन एक प्लान जड़ा है, एक प्रोग्राम जड़ा है वो ऑर्गेनाइज किया, ते सारे जड़े सारे ऑडियंस है उन्होंने भी शुक्रिया, तुसी आए हो, तुसी अपना टाइम निकाल के आज सुन रहे हो। मैं जड़ा थोड़ी गल करांगा गुरु नानक देव जी दी, मैं करांगा उन्होंने दा जरा एक फ्रॉम पाकिस्तानी परस्पेक्टिव या उन्होंने मैं किवें परसीव किया ते मेरा अपना एक ही मोटिवेशन सी। मेरा अच्छा जड़ा मेरी एक अंडरस्टैंडिंग सी गुरु नानक देव जी दी, या मेरी जी उन्होंने नाल जी एसोसीएशन बनी, वो बनी मेरी जो मैं 2-3 बारी मेरा चक्कर लग्या ननकाना साहिब, उत्थे मेरा एक काफ़ी एक स्पिरिचुअल जा एक एक्सपीरियंस सी, जड़ा काफ़ी इंटरेस्टिंग है क्योंकि मेरा इन्ना कोई इस तरह रिलीजियस या स्पिरिचुअल बैकग्राउंड जड़ा है वो नहीं सी।
पर ननकाना साहब जाके मैंने एक बड़ा एक इंटरेस्टिंग ਜਿਹੜਾ स्पिरिचुअल एक्सपीरियंस ਤੇ ਉਹਨੂੰ ਮੈਂ ਓਵਰਲੈਪ ਕਰਾਂਗਾ स्पिरिचुअल ਹਿਸਟੋਰੀਕਲ ਐਕਸਪੀਰੀਅੰਸ ਦੇ ਨਾਲ ਕਿਉਂਕਿ ਮੇਰੀ ਇੱਕ ਸੈਂਸ ਆਫ ਹਿਸਟਰੀ ਜਿਹੜੀ ਹੈ ਉਹ ਕਾਫੀ ਸਟਰੋਂਗ ਸੀ ਤੇ ਸ਼ਾਇਦ ਉਹ ਇੱਕ ਓਵਰਲੈਪ ਕਰਦੀ ਹੈ ਪਰ ਇੱਕ ਜਿਹੜੀ ਐਸੋਸੀਏਸ਼ਨ ਬੜੀ ਡੀਪ ਸੀ ਉਹ ਹੈ ਸੀ ਕਿ ਉੱਥੇ ਮੈਂ I could actually imagine Guru Nanak Dev Ji walking around Nankana Sahib with Bhai Mardana ਤੇ ਮੇਰਾ ਇੱਕ ਉਹ ਸੀ ਕਿ ਮੈਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਪੂਰੀ ਲੈਗੇਸੀ ਹੈ ਪਾਕਿਸਤਾਨ 'ਚ ਜਿਹੜੀ ਮੈਂ ਈਜ਼ੀਲੀ ਜਿਹੜੀ ਮੇਰੇ ਵਾਸਤੇ ਜਿਹੜੀ ਐਕਸੈਸਿਬਲ ਹੈ ਐਟਲੀਸਟ ਮੈਂ ਉਹ ਐਕਸਪਲੋਰ ਕਰਾਂ ਤੇ ਉਹ ਫਿਰ ਜਿਹੜੀ ਹੈ ਮੈਂ ਮੁਖਤਲਿਫ ਗੁਰਦੁਆਰੇ ਉਹਨਾਂ ਦੇ ਵਿਜ਼ਿਟ ਕਰਨਾ ਸ਼ੁਰੂ ਕੀਤੇ ਤੇ ਜਿਵੇਂ ਉਹਨਾਂ ਦੀ ਹਿਸਟਰੀ ਹੋਰ ਐਕਸਪਲੋਰ ਕਰਨਾ ਸ਼ੁਰੂ ਕੀਤੀ ਉਹਨਾਂ ਦੀ ਜਿਹੜੀ ਹੈਰੀਟੇਜ ਹੋਰ ਐਕਸਪਲੋਰ ਕਰਨਾ ਸ਼ੁਰੂ ਕੀਤੀ ਤੇ ਕਾਫੀ ਇੰਟਰਸਟਿੰਗ ਉਹਨਾਂ ਦੀ ਮੁਖਤਲਿਫ ਜਿਹੜੀ ਫਿਲੋਸੋਫੀਕਲ ਐਸਪੈਕਟਸ ਨੇ ਉਹ ਵੀ ਜਿਹੜੀ ਹੈ ਉਹ ਬਾਹਰ ਉਹਨਾਂ ਦੇ ਉਜਾਗਰ ਹੋਏ ਇੱਕ ਫॉर ਐਗਜ਼ਾਮਪਲ ਜਿਹੜਾ ਇੱਕ ਬੜਾ ਇੰਟਰਸਟਿੰਗ ਫਾਈਂਡਿੰਗ ਸੀ ਤੇ ਮੇਰਾ ਖਿਆਲ ਹੈ ਉਹ ਕਾਫੀ ਗੁਰੂ ਨਾਨਕ ਦੇਵ ਦੀ ਜਿਹੜੀ ਫਿਲਾਸਫੀ ਹੈ ਉਹਦੇ ਨਾਲ ਉਹ ਅਲਾਈਨ ਵੀ ਕਰਦੀ ਹੈ ਉਹ ਹੈ ਕਿ ਅੱਜ ਵੀ ਤੁਹਾਨੂੰ ਪਾਕਟਸ ਜਿਹੜੀ ਹੈ ਪਾਕਿਸਤਾਨ 'ਚ ਤੁਹਾਨੂੰ ਪਾਕਟਸ you will find these pockets of devotees of Muslim devotees or Hindu devotees of Guru Nanak ਤੇ ਉਹ ਇੱਕ ਬੜਾ ਇੱਕ ਇੰਟਰਸਟਿੰਗ ਫਿਨੋਮੇਨਾ ਹੈ ਫॉर ਐਗਜ਼ਾਮਪਲ ਸੱਚਾ ਸੌਦਾ ਇੱਕ ਬੜਾ ਮਸ਼ਹੂਰ ਗੁਰਦੁਆਰਾ ਹੈ ਉਹਦੇ ਨਾਲ ਇੱਕ ਛੋਟਾ ਜਿਹਾ ਇੱਕ ਹੋਰ ਗੁਰਦੁਆਰਾ ਹੈ ਸੱਚਾ ਖੰਡ ਜਿਹੜਾ ਰੈਨੋਵੇਟਡ ਨਹੀਂ ਹੈ ਉੱਥੇ ਇੱਕ ਮੁਸਲਿਮ ਮਜ਼ਾਰ ਜਿਹੜਾ ਹੈ ਉਹ ਬਣਿਆ ਹੋਇਆ ਹੈ ਤੇ ਉੱਥੇ ਮੇਰੀ ਫਿਰ ਉਹਨਾਂ ਦੇ ਨਾਲ ਜਿਹੜੇ ਮਜ਼ਾਰ 'ਚ ਜਿਹੜੇ ਬੈਠੇ ਨੇ ਜਿਹੜਾ ਪੁਰਾਣਾ ਇੱਕ ਗੁਰਦੁਆਰਾ ਸੀ ਤੇ ਹੁਣ ਮਜ਼ਾਰ ਹੈ ਜਿਹੜੇ ਮਜ਼ਾਰ ਤੇ ਬੈਠੇ ਨੇ ਉੱਥੇ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਤੇ ਉਹਨਾਂ ਨੇ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਦੇ ਬਾਰੇ 'ਚ ਗੱਲ ਕਰ ਰਹੇ ਸਨ ਤੇ ਜਿਵੇਂ ਉਹ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਬਾਰੇ 'ਚ ਸਟੋਰੀ ਦੱਸ ਰਹੇ ਸਨ ਉਹ ਬੜਾ ਇੱਕ ਫੈਸੀਨੇਟਿੰਗ ਸੀ ਕਿਉਂਕਿ ਅਗਰ ਤੁਸੀਂ ਪਾਕਿਸਤਾਨ 'ਚ ਰਹਿੰਦੇ ਹੋ ਤੇ ਪਾਕਿਸਤਾਨੀ ਐਜੂਕੇਸ਼ਨ ਸਿਸਟਮ 'ਚ ਜਾਂ ਈਵਨ ਮੀਡੀਆ 'ਚ ਤੁਹਾਨੂੰ ਕੋਈ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਨਹੀਂ ਮਿਲਦਾ ਤੇ ਉਹ ਉਸ ਵਾਲੇ ਨਾਲ ਕਿ ਇੱਕ ਕਮਿਊਨਿਟੀ ਆਫ ਡਿਵੋਟੀਜ਼ ਹਨ ਜਿਹੜੇ ਬੈਠੇ ਨੇ ਤੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਬਾਰੇ 'ਚ ਉਹਨਾਂ ਦੀ ਸਟੋਰੀਜ਼ ਵੀ ਉਹਨਾਂ ਨੂੰ ਯਾਦ ਨੇ ਤੇ ਉਹ ਦੱਸ ਰਹੇ ਨੇ ਤੇ ਬੜਾ ਇੱਕ ਇੰਟਰਸਟਿੰਗ ਫਿਨੋਮੇਨਾ ਸੀ ਕਿ ਗੁਰੂ ਨਾਨਕ ਦੇਵ ਜੀ ਜਿਹੜੀ ਉਹਨਾਂ ਦੀ ਲੈਗੇਸੀ ਹੈ ਉਹ ਸਿਰਫ ਸਿੱਖ ਕਮਿਊਨਿਟੀ ਦੇ ਨਾਲ ਜਿਹੜੀ ਹੈ ਉਹ ਅਲਾਈਨ ਨਹੀਂ ਕਰਦੀ ਉਹ ਜਾਂ ਸਿਰਫ ਉਹਨਾਂ ਦੇ ਵਾਸਤੇ ਨਹੀਂ ਉਹ ਬਿਲਕੁਲ ਇੱਕ ਅਕ੍ਰੋਸ ਰਿਲੀਜੀਅਸ ਡਿਵਾਈਡ ਹੈ ਸਾਨੂੰ ਪਤਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਆਏ ਉਹਨਾਂ ਦੀ ਆਫ ਕੋਰਸ ਜਿਹੜੀ ਮੁਸਲਿਮ ਡਿਵੋਟੀ ਵੀ ਸਨ ਹਿੰਦੂ ਡਿਵੋਟੀ ਵੀ ਸਨ ਬੜਾ ਮਸ਼ਹੂਰ ਵਾਕਿਆ ਹੈ ਜਦੋਂ ਉਹ ਵਫਾਤ ਪਾ ਗਏ ਤੇ ਹਿੰਦੂ ਉਹਨਾਂ ਨੂੰ ਜਲਾਣਾ ਚਾਹੁੰਦੇ ਸਨ ਤੇ ਮੁਸਲਮਾਨ ਜਿਹੜਾ ਹੈ ਉਹਨਾਂ ਨੂੰ ਦਫਨਾਉਣਾ ਚਾਹੁੰਦੇ ਸਨ ਇਸੇ ਤਰ੍ਹਾਂ ਜਿਹੜਾ ਕਰਤਾਰਪੁਰ 'ਚ ਜਿਹੜਾ ਮੇਰਾ ਇੰਟਰੈਕਸ਼ਨ ਹੋਇਆ ਤੇ ਉਹ ਵੀ ਬੜਾ ਇੰਟਰਸਟਿੰਗ ਸੀ ਮੇਰਾ ਪਹਿਲਾ ਜਿਹੜਾ ਟ੍ਰਿਪ ਕਰਤਾਰਪੁਰ ਦਾ ਸੀ ਉਹ 2013 'ਚ ਸੀ ਤੇ ਦਿਸ ਇਜ਼ ਮਚ ਬਿਫੋਰ ਕਰਤਾਰਪੁਰ ਕੋਰੀਡੋਰ ਤੇ ਹਲਕੀ ਫੁਲਕੀ ਰੈਨੋਵੇਸ਼ਨ ਹੋ ਗਈ ਸੀ ਜਦੋਂ ਉਸ ਟਾਈਮ ਗੁਰਦੁਆਰੇ ਦੀ ਤੇ ਉੱਥੇ ਮੈਨੂੰ ਜਿਹੜੀ ਸਟੋਰੀਜ਼ ਪਤਾ ਚੱਲੀਆਂ ਉਹ ਐ ਸੀ ਕਿ ਜਿਹੜੇ ਉੱਥੇ ਉਸ ਇਲਾਕੇ ਦੇ ਜਿਹੜੇ ਲੋਕਲ ਮੁਸਲਮਾਨ ਸਨ ਉਹ ਇਵਨ ਬਿਫੋਰ ਦ ਰੈਨੋਵੇਸ਼ਨ ਆਫ ਦ ਗੁਰਦੁਆਰਾ ਉਹ ਮੁਸਲਮਾਨ ਜਿਹੜੇ ਲੋਕਲ ਉੱਥੇ ਉਸ ਇਲਾਕੇ ਦੇ ਸਨ ਉਹ ਗੁਰਦੁਆਰੇ ਜਾਂਦੇ ਸਨ ਤੇ ਮੱਥਾ ਟੇਕਦੇ ਸਨ ਗੁਰੂ ਨਾਨਕ ਦੇਵ ਜੀ ਦੀ ਉੱਥੇ ਕਬਰ ਹੈ ਉੱਥੇ ਜਾ ਕੇ ਮੱਥਾ ਟੇਕਦੇ ਸਨ ਤੇ ਉਹ ਬਿਲਕੁਲ ਉਸ ਗੁਰਦੁਆਰੇ ਨੂੰ ਉਹ ਇੱਕ ਮੁਸਲਿਮ ਸੂਫੀ ਸ਼ਰਾਈਨ ਦੇ ਤੌਰ ਤੇ ਨੂੰ ਪਰਸੀਵ ਕਰਦੇ ਸਨ ਤੇ ਇਹ ਬੜਾ ਇੱਕ ਇੰਟਰਸਟਿੰਗ ਮੈਨੂੰ ਫਿਨੋਮੇਨਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਉਹਨਾਂ ਦੀ ਇੱਕ ਪੂਰੀ ਲੈਗੇਸੀ ਹੈ ਉਹ ਸੀਪ ਕਰਦੀ ਉਹ ਅੱਜ ਵੀ ਐਗਜ਼ਿਸਟ ਕਰਦੀ ਹੈ ਸਾਡੇ ਰੂਰਲ ਇਲਾਕਿਆਂ 'ਚ ਤੇ ਉਹ that speaks about what Guru Nanak Dev Ji wanted and what his philosophy was. ਇਸੇ ਤਰ੍ਹਾਂ ਨਾਨਕਪੰਥੀ ਹਿੰਦੂਆਂ ਦੀ ਜਿਹੜੀ ਹੈ ਇੱਕ ਬਹੁਤ ਬੜੀ ਇੱਕ ਕਮਿਊਨਿਟੀ ਹੈ ਸਿੰਧ 'ਚ ਬਲੋਚਿਸਤਾਨ 'ਚ ਪਾਕਿਸਤਾਨ 'ਚ ਤੇ ਉਹ ਆਪਣੇ ਆਪ ਨੂੰ ਅਗਰ ਤੁਸੀਂ ਉਹਨਾਂ ਨੂੰ ਸੈਂਸਸ ਰਿਪੋਰਟ ਦੇ ਮੁਤਾਬਕ ਵੇਖੋ ਤੇ ਉਹ ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ ਪਰ ਉਹਨਾਂ ਦੇ ਹਰ ਮੰਦਿਰ 'ਚ ਗੁਰੂ ਨਾਨਕ ਦੇਵ ਜੀ ਦੀ ਪਿਕਚਰ ਹੈ ਗੁਰੂ ਨਾਨਕ ਦੇਵ ਦਾ ਜਦੋਂ ਮੇਲਾ ਹੁੰਦਾ ਹੈ they present themselves they come to Nankana Sahib ਤੇ ਮੇਰਾ ਖਿਆਲ ਹੈ ਕਿ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਐਸੈਂਸ ਹੈ ਫਿਲਾਸਫੀ ਦੀ ਤੇ ਉਹੀ ਅਸੀਂ ਉਹਨੂੰ ਫਿਰ ਮਾਈ ਭਾਈ ਮਰਦਾਨਾ ਨਾਲ ਵੀ ਜੋੜ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਐਸੈਂਸ ਸੀ ਫਿਲਾਸਫੀ ਦੀ ਉਹ ਇਹੀ ਸੀ ਕਿ ਮੁਖਤਲਿਫ ਕਮਿਊਨਿਟੀਜ਼ ਨੂੰ ਮੁਖਤਲਿਫ ਡਿਵਾਈਡਸ ਜਿਹੜੀ ਸੋਸਾਇਟੀ ਨੂੰ ਡਿਵਾਈਡ ਕਰਦੇ ਨੇ ਨੈਸ਼ਨੈਲਿਟੀ ਹੋਏ ਐਥਨਿਸਿਟੀ ਹੋ ਜਾਂ ਰਿਲੀਜਨ ਹੋ ਉਹ ਸਾਰੀ ਡਿਵੀਜ਼ਨਸ ਉਹ ਸਾਰੀ ਆਈਡੈਂਟੀਟੀਜ਼ ਜਿਹੜੀ ਸੋਸਾਇਟੀ ਨੂੰ ਡਿਵਾਈਡ ਕਰਦੀ ਹੈ ਉਹਨੂੰ ਅਸੀਂ ਜਿਹੜੀ ਹੈ ਉਹ ਫਲੂਇਡ ਕਰਦਾ ਉਹ ਬਾਉਂਡਰੀਜ਼ ਅਸੀਂ ਰਿਮੂਵ ਕਰੀਏ ਤੇ ਅਸੀਂ ਲੋਕਾਂ ਨੂੰ ਇਕੱਠੇ ਜੋੜੀਏ ਤੇ ਮੇਰਾ ਖਿਆਲ ਹੈ this is the essential the foundation the essence of Guru Nanak philosophy and I think that's one reason why for example ਭਾਈ ਮਰਦਾਨਾ ਜਿਹੜੇ ਹਨ ਉਹ ਕਦੀ ਅਗਰ ਤੁਸੀਂ ਵੇਖੋ ਅਗਰ ਫਾਰਮਲ ਜਿਹੜੇ ਹੈ ਉਹਨਾਂ ਦੀ ਕਨਵਰਸ਼ਨ ਨਹੀਂ ਹੋਈ ਉਹ ਆਖਰੀ ਦਮ ਤੱਕ ਉਹ ਮੁਸਲਮਾਨ ਇੱਕ ਹੈਰੀਟੇਜ ਉਹਨਾਂ ਦੀ ਹੈ
एक कल्चरल बैकग्राउंड है तो वो मुसलमान ही रहे, वो कभी कन्वर्ट नहीं हुए। ਤੇ ਉਹ ਮੇਰੇ ਖਿਆਲ ਤੇ ਇਹ basically ਭਾਈ ਮਰਦਾਨਾ in also in many ways really represents that ideal devotee, ਗੁਰੂ ਨਾਨਕ ਦੇਵ ਜੀ ਦੇ ਜਿਹੜੇ ਆਪਣਾ ਰਿਲੀਜੀਅਸ ਆਇਡੈਂਟੀਟੀ ਦੇ ਨਾਲ ਵੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਹ ਡਿਵੋਟੀ ਬਣ ਸਕਦੇ ਸਨ। ਤੇ ਮੇਰਾ ਖਿਆਲ this is really the essence of Guru Nanak's philosophy। ਤੇ ਉਹ it was very heartening for me to see ਕਿ ਪਾਕਿਸਤਾਨ ਦੇ ਕੁਝ ਇਲਾਕਿਆਂ 'ਚ at least ਉਹ ਨਾਨਕ ਦੇਵ ਜੀ ਦੀ ਜਿਹੜੀ ਲੈਗੇਸੀ ਹੈ ਉਹ ਅੱਜ ਵੀ ਜਿਹੜੀ ਹੈ ਉਹ ਸ਼ਾਮਿਲ ਹੈ, ਅੱਜ ਵੀ ਜਿਹੜੀ ਹੈ ਉਹ ਚੱਲ ਰਹੀ ਹੈ। ਇੱਕ ਆਖਰੀ ਮੈਂ ਗੱਲ ਕਰਾਂਗਾ ਤੇ ਉਸ ਤੋਂ ਬਾਅਦ ਫਿਰ we'll move on। ਪਰ ਉਹ ਹੈ ਕਿ ਜਿਹੜੀ ਅਨਫੋਰਚੂਨੇਟ ਇੱਕ ਗੱਲ ਹੈ ਉਹ ਇਹ ਹੈ ਕਿ ਅੱਜ ਜਦੋਂ ਇਹ ਮੁਖਤਲਿਫ ਗੁਰਦੁਆਰੇ ਰੈਨੋਵੇਟ ਹੋ ਰਹੇ ਨੇ ਤੇ ਬਹੁਤ ਸੇ ਜਿਹੜੇ ਗੁਰਦੁਆਰਿਆਂ ਦਾ ਐਕਸੈਸ ਹੈ ਉਹ ਸਿਰਫ ਹਿੰਦੂ ਜਾਂ ਸਿੱਖ ਪਿਲਗ੍ਰਿਮਸ ਦੇ ਵਾਸਤੇ ਜਿਹੜਾ ਹੈ ਉਹਨੂੰ ਐਕਸਕਲੂਸਿਵਲੀ ਕਰ ਦਿੱਤਾ ਜਾਂਦਾ ਹੈ। ਜਿਹੜੇ ਮੁਸਲਮਾਨਾਂ ਵਾਸਤੇ ਉਹ ਜਿਹੜੇ ਗੁਰਦੁਆਰੇ ਜਿਹੜੇ ਹੈ ਉਹਨਾਂ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ। ਤੇ ਜਿਹੜੀ ਮੇਰਾ ਖਿਆਲ ਹੈ ਕਿ once again this is against the essence of Guru Nanak's teachings, it is against the essence of the foundation of Sikhism as I understand, because the idea of Guru Nanak is to be inclusive, to bring people together, and to dilute these different religious boundaries that people have and so thank you so much for listening to me, and I think Vinderji, we're back to you. Yeah, Harun, you rightly said कि गुरु नानक की जी बेसिक फिलोसफी उन्होंने पहली गल ही हुई कही कि अव्वल अला नूर उपाया कुदरत के सब बंदे, एक नूर पे सब जग उपजा कौन भले को मंदे। पर अनफॉर्चुनेटली जिहड़ियां सारियां political wills ने they work on a different platform, they work on a different scenario। ਸੋ ਅਸੀਂ ਤੁਸੀਂ ਦੇਖੋਗੇ ਕਿ ਕਿਸੇ ਵੀ ਗੁਰਦੁਆਰੇ ਅਸੀਂ ਗੱਲ ਤੇ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਹੇ ਸੀ, ਗੁਰੂ ਨਾਨਕ ਸਾਹਿਬ ਨੇ ਤੇ ਪੂਰੀ ਮਖਲੂਕ, ਪੂਰੀ ਕਾਇਨਾਤ ਦੇ ਵਿੱਚ ਪੂਰੀ ਖਲਕਤ ਦੀ ਗੱਲ ਕੀਤੀ। ਔਰ ਜਿੰਨੇ ਵੀ ਤੁਸੀਂ ਗੁਰਦੁਆਰੇ ਦੇਖੋਗੇ, ਗੁਰਦੁਆਰਿਆਂ ਦੇ ਵਿੱਚ 4 ਦਰਵਾਜ਼ੇ, 4 ਮੁਖਤਲਿਫ ਡਾਇਰੈਕਸ਼ਨਸ ਤੋਂ, ਚਾਰੇ ਧਰਮ, ਚਾਰੇ ਜਿਹੜੇ ਮੇਨ ਮਜ਼ਹਬ ਨੇ ਉਹਨਾਂ ਨੂੰ ਇਨਵਾਈਟ ਕਰਨ ਦਾ ਮਕਸਦ ਤੇ ਇਹ ਹੈ ਕਿ ਉਸ ਰੱਬ ਦੇ ਨਾਲ, ਉਸ ਜੋਤ, ਉਸ ਡਿਵਾਈਨ ਦੇ ਨਾਲ ਜੁੜਨ ਦੀ ਗੱਲ। ਸੋ ਮੈਂ ਭਾਈ ਬਲਦੀਪ ਸਿੰਘ ਜੀ ਨੂੰ ਗੁਜ਼ਾਰਿਸ਼ ਕਰਾਂਗਾ ਜਿਹੜੇ ਆਪਣੇ ਆਪ 'ਚ ਪੂਰੀ ਇੰਸਟੀਟਿਊਸ਼ਨ ਨੇ ਕਿ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਪਿਰਿਚੁਅਲ ਪੋਇਟਰੀ, ਮਿਊਜ਼ਿਕ, ਕੀਰਤਨ ਦੇ ਵੱਖ-ਵੱਖ ਗੁਰੂ ਨਾਨਕ ਦੇ ਉਹਨਾਂ ਪਹਿਲੂਆਂ ਦੇ ਉੱਤੇ ਸਾਡੇ ਨਾਲ ਰੋਸ਼ਨੀ ਪਾਉਣ। ਭਾਈ ਬਲਦੀਪ ਸਿੰਘ। ਪਹਿਲਾਂ ਤਾਂ ਚਮਕ ਸਾਹਿਬ ਤੁਸੀਂ ਬੜਾ ਮੇਰੀ ਇੰਟਰੋਡਕਸ਼ਨ ਬੜੀ ਤੁਸੀਂ ਦਇਆ ਨਾਲ ਕੀਤੀ ਤੇ ਮੈਂ ਸ਼ੁਕਰਗੁਜ਼ਾਰ ਹਾਂ। ਮੈਂ ਇੰਨਾ ਯੋਗ ਨਹੀਂ ਕਿ ਤੁਸੀਂ ਸਿਫਤ ਕਰ ਸਕੋ, ਪਰ ਤੁਹਾਡੀ ਆਦਤ ਹੋਏਗੀ ਸਿਫਤ ਕਰਨ ਦੀ, ਤੁਹਾਨੂੰ ਮੁਬਾਰਕ ਹੈ। ਮੈਂ ਸੁਣ ਲੈਣਾ ਹੁੰਦਾ ਸਿਫਤ ਤੋਂ, ਲਿਹਾਜ਼ਾ ਮਿਹਰਬਾਨੀ। ਤੁਸੀਂ ਮਿੰਟ ਦਿੱਤੇ ਨੇ 7 ਤੇ ਨਾਲ ਪੈਕ ਕਰਤਾ ਮਾਊਥਫੁਲ। ਮੈਨੂੰ ਕਿਹਾ ਗਿਆ ਜੀ ਰੈਲੇਵੈਂਸ ਆਫ ਉਦਾਸੀਜ਼ ਦੇ ਬਾਰੇ ਕਹੋ, ਫਿਰ ਟ੍ਰੈਡੀਸ਼ਨ ਆਫ ਸਪਿਰਿਚੁਅਲ ਪੋਇਟਰੀ, ਮਿਊਜ਼ਿਕ, ਕੀਰਤਨ, ਤੇ ਫਿਰ ਸਪੀਕਿੰਗ ਔਨ ਦੀ ਰਿਸਪੈਕਟਿਵ ਕੰਟਰੀਬਿਊਸ਼ਨ ਆਫ ਦ 2 ਟਰੈਵਲਰਸ। ਇਹ ਮਿੰਟ 7 ਨੇ ਤੇ ਮੈਨੂੰ ਲੱਗਦਾ ਅੱਧਾ ਮਿੰਟ ਸਾਰਿਆਂ ਨੂੰ ਦੇਣਾ ਪੈਣਾ ਮੈਨੂੰ। ਲਿਹਾਜ਼ਾ ਜਿਹਨੂੰ ਕਹਿੰਦੇ ਮੈਂ ਤਾਂ ਪੂਰੀ ਬਰਾਤ ਲੈ ਕੇ ਆਉਣਾ ਹੁੰਦਾ ਤੇ ਪਰ ਮੈਂ ਇਕੱਲਾ ਹੀ ਆਇਆ ਅੱਜ ਲਾੜਾ ਇਕੱਲਾ ਆਇਆ, ਮੈਂ ਬਰਾਤ ਚੋਰੀ ਆਇਆ, ਸੋ ਫਿਕਰ ਨਾ ਕਰਨਾ। ਦੇਖੋ ਪਹਿਲੀ ਗੱਲ ਏਦਾਂ ਹੈ ਕਿ ਜਿਹੜਾ ਉਦਾਸੀ ਹੈ ਉਹ ਗੁਰੂ ਨਾਨਕ ਹੈ। ਭਾਈ ਮਰਦਾਨਾ ਆਪਣੇ ਆਪ 'ਚ ਅੱਜ ਅਸੀਂ ਨਵਾਂ ਰੰਗ ਦੇਣਾ ਚਾਹੀਏ, ਦੇ ਲਈਏ, ਲਿਬਾਸ ਹੀ ਹੈ, ਪਾ ਦਈਏ। ਅੱਗੇ ਵੀ ਲੋਕਾਂ ਨੇ ਲਿਬਾਸ ਪਾਏ ਹੁੰਦੇ ਨੇ। ਭਾਈ ਮਰਦਾਨਾ ਗੁਰੂ ਨਾਨਕ ਦੇ ਨਾਲ ਗਏ ਨੇ ਔਰ ਕੁਝ ਲੋਕਾਂ ਨੂੰ ਭਰਮ ਹੈ ਕਿ ਸ਼ਾਇਦ ਗੁਰੂ ਨਾਨਕ ਦੇਵ ਤਾਂ ਸਿਰਫ ਬਾਣੀ ਲਿਖ ਦਿੰਦੇ ਸੀਗੇ ਤੇ ਭਾਈ ਮਰਦਾਨਾ ਮਿਊਜ਼ਿਕ ਬਣਾਉਂਦਾ ਸੀ। ਇਸ ਤੋਂ ਵੱਡਾ ਝੂਠ ਗੁਰੂ ਨਾਨਕ ਦੇ ਨਾਲ ਔਰ ਭਾਈ ਮਰਦਾਨੇ ਨਾਲ ਵੀ ਨਹੀਂ ਹੋ ਸਕਦਾ। ਤੁਸੀਂ ਹਰੂਨ ਨੇ ਗੱਲ ਕੀਤੀ ਕਿ ਕਬਰ ਦੀ ਔਰ ਉਹਨਾਂ ਦੀ ਜਿੱਥੇ ਚਿਖਾ ਜਲਾਈ। ਮੇਰੇ ਬਜ਼ੁਰਗ ਭਾਈ ਸਧਾਰਨ ਨੇ, ਭਾਈ ਸਧਾਰਨ ਤੇ ਭਾਈ ਲਹਿਣਾ ਆਰ ਦ 2 of his foremost disciples ਕਰਤਾਰਪੁਰ ਵਿਖੇ। ਉਹਦੇ ਭਾਈ ਸਧਾਰਨ ਬਾਰੇ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ, ਮਕਸਦ ਆਪਣਾ ਗੁਰੂ ਨਾਨਕ ਦੀ ਗੱਲ ਹੈ। ਪਰ ਇਹਨਾਂ ਦੱਸਦੇ ਹਾਂ ਕਿ ਕਈ ਸਾਖੀਆਂ ਨੇ ਜਿਹੜੀ ਮੇਰੇ ਘਰ ਦੀਆਂ ਨਹੀਂ ਲਿਖੀਆਂ ਹੋਈਆਂ, ਉਹ 5 ਗੁਰੂਆਂ ਤੱਕ ਜਿਉਂਦਾ। ਜਿਵੇਂ ਭਾਈ ਬੁੱਢਾ 6 ਗੁਰੂ ਸਾਹਿਬਾਂ ਤੱਕ ਸੇਵਾ ਨਸ਼ੀ ਹੁੰਦਾ। ਭਾਈ ਸਧਾਰਨ 5 ਗੁਰੂ। ਆਖਰੀ ਸੇਵਾ ਜਿਹੜਾ ਭਾਈ ਗੁਰੂ ਅਰਜਨ ਦੇਵ ਨੇ ਭਾਈ ਕਰਤਾਰਪੁਰ ਨਵਾਂ ਵਸਾਇਆ, ਉਹਦੀ ਵੀ ਸਰਪ੍ਰਸਤੀ ਪਹਿਲਾਂ ਭਾਈ ਸਧਾਰਨ ਨੂੰ ਬਖਸ਼ੀ ਸੀ। ਜਨਮ ਸਾਖੀਆਂ ਦੱਸਦੀਆਂ ਨੇ ਕਿ ਮਹਾਰਾਜ 2 ਚਾਦਰੇ ਪਹਿਨਦੇ, ਇੱਕ ਉੱਪਰ ਇੱਕ ਥੱਲੇ। ਦੋਨੋਂ ਭਾਈ ਸਧਾਰਨ ਕੱਤਦਾ ਤੇ ਬੁਣਦਾ ਤੇ ਉਹ ਧੋਂਦਾ ਵੀ ਉਹੀ ਸੀ।
ਔਰ ਆਖਰੀ ਵਾਕ ਗੁਰੂ ਨਾਨਕ ਦੀ ਜਦੋਂ ਉਹਨਾਂ ਨੇ ਸਰੀਰ ਆਪਣਾ ਤਿਆਗਣਾ ਸੀ, ਸਿਰਫ ਭਾਈ ਸਧਾਰਨ ਨੂੰ ਲੈ ਕੇ ਗਏ ਨੇ। ਭਾਈ ਕਮਲੀਏ ਨੂੰ ਕਿਹਾ, ਕਮਲੀਏ ਜਾ ਸਧਾਰਨ ਨੂੰ ਸੱਦ ਲਿਆ, ਉਹਨੂੰ ਕਹੇ ਦੋ ਮੁੱਠ ਮੁੰਜ ਦੀ ਰੱਸੀ, 2 ਬਾਲੇ ਤੇ ਚਾਦਰਾ ਲਈ ਆਵੇ। ਸੋ 2040 ਦੇ ਵਿੱਚ ਵੀ ਲਿਖੀ ਹੈ। ਸੋ ਕੱਲਾ ਹਮਰਾਜ ਮਹਾਰਾਜ ਦਾ ਕਿ ਉਹਨਾਂ ਦੀ ਦੇਹ ਦਾ ਕੀਤਾ ਕੀ, ਸਿਰਫ ਭਾਈ ਸਧਾਰਨ ਸੀ। ਤੇ ਦਸੇ ਜਾਮੇ ਮੇਰੇ ਬਜ਼ੁਰਗ 10 ਗੁਰੂਆਂ ਦੇ ਨਾਲ ਰਹੇ ਨੇ। ਸਾਡੇ ਕੋਲ ਸੌਗਾਤ ਹੈ ਓਰੀਜਨਲ ਸੰਗੀਤ ਦੀ ਗੁਰੂ ਸਾਹਿਬ ਦੀ, ਕਿ ਉਹਨਾਂ ਦਾ ਆਪਣਾ ਸੰਗੀਤ ਸੀ। ਗੁਰੂ ਨਾਨਕ ਨੇ ਇਹ ਨਹੀਂ ਕਿਹਾ ਕਿ ਮਰਦਾਨਿਆਂ ਕਲਮ ਚੱਕ ਲਿਖ ਲਾ ਤੇ ਇਹਦਾ ਸੰਗੀਤ ਬਣਾ। ਉਹ ਕਹਿੰਦੇ ਸੀ ਮਰਦਾਨਿਆਂ ਰਬਾਬ ਛੇੜ। ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੇਣਾ, ओरिजिनल गौड़ी बैरागण का पदा है ये महाराज का। ओरिजिनल काबुल जी सीना बसीना 550 साल तो चली आ रही है। सो और तुसी ਇਹਦਾ म्यूचुअलिज्म ਜਿਹੜਾ ਰਾਗ ਤਾਲ ਸ਼ਬਦ ਤੇ ਸੁਰਤ ਦਾ ਤੁਸੀਂ ਕਰਕੇ ਦੇਖ ਲਓ। मैं कौन है मैं पर कह दी almost like the visiting card of Guru Nanak। तो किथे सी ते दुनिया पार पूरी दुनिया is the second most traveled person in human history। कि पहला तो गुरु नानक जो है ਉਹਨੂੰ ਮਾਪੀਏ, ਉਹਨਾਂ ਦੇ ਨਾਲ ਜਿਹੜੇ ਹਨਗੇ ਉਹਨਾਂ ਨੂੰ ਜ਼ਿਆਦਾ ਨਾ ਵਧਾਈਏ ਨਾ ਚੜਾਈਏ। ਭਾਈ ਮਰਦਾਨਾ ਸਾਡੇ ਲਈ ਕੀ ਹੈ, ਉਹਨਾਂ ਦਾ ਸ਼ਲੋਕ ਗੁਰੂ ਗ੍ਰੰਥ ਵਿੱਚ ਵੀ ਹੈ। ਅਸੀਂ ਮੱਥਾ ਜਿੱਥੇ ਗੁਰੂ ਨਾਨਕ ਨੂੰ ਨਿਵਾਉਂਦੇ ਆ, ਭਾਈ ਮਰਦਾਨੇ ਨੂੰ ਵੀ ਉਹਨਾਂ ਹੀ ਨਿਵਾਉਂਦੇ ਆ। ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਪੋਥੀਆਂ ਸੁਲਤਾਨਪੁਰ ਇਕੱਠੀਆਂ ਕੀਤੀਆਂ, ਬੜੇ ਸਾਲਾਂ ਤੋਂ ਮੈਂ ਕਹਿ ਰਿਹਾ। ਉੱਥੇ ਭਗਤ ਜੈਦੇਵ is the oldest author of Guru Granth Sahib। 1170 ਦਾ ਜਨਮ ਹੈ ਉਹਨਾਂ ਦਾ। ਉਹਨਾਂ ਤੋਂ 3 ਸਾਲ ਛੋਟੇ ਨੇ ਬਾਬਾ ਸ਼ੇਖ ਫਰੀਦ। ਇਹ ਗੁਰੂ ਨਾਨਕ ਕਰ ਕੀ ਰਹੇ ਨੇ? 10-10 ਮੀਲ ਤੇ ਜਾਓਗੇ ਨਾ ਸਾਊਥ ਏਸ਼ੀਆ 'ਚ, ਅੱਜ ਪੰਜਾਬ ਦਾ ਬੰਦਾ ਬਣਾਤਾ ਹੈ, ਪੰਜਾਬ ਦਾ ਬਸ਼ਿੰਦਾ ਬਣਾਤਾ ਹੈ। ਗੁਰੂ ਨਾਨਕ ਇਤਿਹਾਸ ਦਾ ਬਸ਼ਿੰਦਾ, ਯੁਗੀ ਬਸ਼ਿੰਦਾ ਹੈ। 10-10 ਮੱਠ ਤੇ ਨਾਨਕ 10-10 ਮੀਲ ਤੇ ਨਾਨਕ ਮੱਠ ਹੈ। ਉੱਥੇ ਕੀ ਹੈ? ਗੁਰਮੁਖੀ ਲਿਪੀ ਵਿੱਚ ਬਾਲਮੀਕ ਰਾਮਾਇਣ ਤੱਕ ਮਹੰਤ ਮਨਿਆਰੀ 'ਚ ਪਈ ਹੋਈ ਹੈ ਬਿਹਾਰ 'ਚ। ਇਹ ਕੀ ਹੋ ਰਿਹਾ ਹੈ? ਉਹਨਾਂ ਨੇ ਜਿਹੜਾ ਅਨਪੜ੍ਹ ਸੀ, ਜਿਹੜਾ ਕੋ ਵੇਦ ਪੜ੍ਹ ਲਏ, ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ। ਜੇ ਸੁਣ ਲਵੇ ਕੰਨ 'ਚ ਸਿੱਕਾ ਪਾ ਦਿੰਦੇ ਸੀ, ਜੇ ਪੜ੍ਹ ਲਵੇ ਦੇਖ ਲਵੇ ਪੜ੍ਹਨਾ ਜਾਏ ਅੱਖਾਂ ਉਹਦੀਆਂ ਫੋੜ ਦਿੱਤੀਆਂ ਜਾਂਦੀਆਂ ਸੀ। ਉਸ ਨੂੰ ਅੱਖਰ ਦਿੱਤਾ, ਲਿਪੀ ਦਿੱਤੀ, ਜਿਹੜੀ ਦੇਹਾਤ 'ਚੋਂ ਕੱਢੀ ਸੀ ਵਰਨੈਕੂਲਰ ਦਾ, ਉਹ ਬਾਦਸ਼ਾਹ ਹੈ। ਉਹਨੇ ਸਾਬਿਤ ਕਰਤਾ ਕਿ ਰੱਬ ਕੱਲਾ ਫਾਰਸੀ 'ਚ ਨਹੀਂ ਬੋਲਦਾ, ਨਾ ਅਰਬੀ 'ਚ ਬੋਲਦਾ, ਨਾ ਸੰਸਕ੍ਰਿਤ 'ਚ ਬੋਲਦਾ। ਉਹ ਕਹਿੰਦਾ ਰੱਬ ਤਾਂ ਮਾਰਵਾੜੀ 'ਚ ਵੀ ਬੋਲਦਾ ਹੈ, ਉਹ ਸਰਾਇਕੀ 'ਚ ਵੀ ਬੋਲਦਾ, ਪੰਜਾਬੀ 'ਚ ਵੀ ਬੋਲਦਾ। ਸੋ ਲੁੱਕ ਐਟ ਵਾਟ ਗੁਰੂ ਨਾਨਕ ਡਿਡ, ਕਿ ਪੂਰੀ ਦੁਨੀਆ ਉਹਨਾਂ ਨੇ ਪੈਂਡਾ ਕੀਤਾ। ਉਹਨੇ ਜਿੰਨੀਆਂ ਭਾਖਾਵਾਂ ਸੁਣੀਆਂ ਸਾਰਿਆਂ ਨੂੰ ਸਰ ਮੱਥੇ ਲਾਇਆ, ਪਰ ਉਹਨਾਂ ਨੇ ਇੱਕ ਪੈਮਾਨਾ ਰੱਖਿਆ ਕਿ ਜਿਹਨੇ ਰੱਬ ਨੂੰ ਪਾਇਆ, ਉਹ ਨਹੀਂ ਕਿ ਜਿਹੜਾ ਕਹੇ ਮੈਂ ਰੱਬ ਨੂੰ ਪਾਉਣਾ ਚਾਹੁੰਦਾ, ਉਹ ਤਾਂ ਫਿਰ ਬਾਣੀ ਬਹੁਤ ਹੈ, ਬਹੁਤ ਸਕ੍ਰਿਪਚਰਸ ਲਿਖੇ ਹੋਏ ਨੇ। ਈਓਲੋਜੀ ਦੇ ਕੇ ਜੀ ਉਹ ਭਾਈ ਬਲਦੀਪ ਸਿੰਘ ਤੂੰ ਬੜਾ ਕਮਾਲ ਦਾ ਯਾਰ, ਤੇਰੇ ਵਰਗਾ ਬੰਦਾ ਕੋਈ ਨਹੀਂ, ਉਹ ਸੁਮੇਲ ਸਿੱਧੂ ਤੇ ਤੂੰ ਤਾਂ ਅੱਜ ਦਾ ਯੁੱਗ ਪੁਰਸ਼ ਹੈ, ਜਾਂ ਹਰੂਨ ਤੂੰ ਤਾਂ ਅਸਮਾਨੋਂ ਟਪਕਿਆ, ਸਿਫਤ ਕਰੀ ਜਾਓ। ਪਰ ਇਹ ਬਾਣੀ ਦੇ ਵਿੱਚ ਉਹ ਪੈਮਾਨਾ ਹੈ ਕਿ ਜਿੰਨੇ ਪਾ ਲਿਆ ਫਿਰ ਗਾਇਆ। ਮੇਰੀ ਜਿਹੜੀ ਓਸ਼ੋ ਨਾਲ ਲੜਾਈ ਆ ਉਹ ਕੀ ਸੀ? ਉਹ ਕਹਿੰਦਾ ਨਾਨਕ ਨੇ ਪਾ ਕੇ ਗਾਇਆ। ਮੈਂ ਉਹਨੂੰ ਕਿਹਾ ਕਿ ਬਈ ਉਹਨੇ ਤਾਂ ਗਾ ਕੇ ਪਾਇਆ, ਤਾਂ ਠੀਕ ਹੈ ਮੰਨ ਲਿਆ ਤੂੰ ਕਹਿਣਾ ਹੈ, ਪਰ ਉਹਨੇ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਪਾ ਕੇ ਗਾਇਆ। ਉਹਦੀ ਗੱਲ ਕਰ, ਮੈਨੂੰ ਗਾ ਕੇ ਪਾਇਆ ਉਹਦਾ ਤਾਂ ਮੇਰੇ ਕੋਲ ਇੱਕ ਪਤਾ ਨਹੀਂ ਹੈ ਕਿ ਕੀ ਪਾ ਕੇ ਕੀ ਗਾ ਕੇ ਪਾਇਆ, ਪਰ ਉਹਨੇ ਪਾ ਕੇ ਗਾਇਆ। ਪਰ ਉਹਨੇ ਗਾਇਆ ਕੀ?
ਇਹੋ ਜਿਹਾ ਗਾਇਆ, ਉਹਨੇ ਗਿਆਨ ਗਾਇਆ, ਉਹਨੇ ਕੋਈ ਮਨੋਰੰਜਨ ਦਾ ਗੀਤ ਨਾ ਗਾਇਆ। ਉਹ ਮਹਾਰਾਜ ਕਹਿੰਦੇ ਨੇ ਹਾਂ ਜੋਗੀ ਗਲੀ ਜੋਗ ਨਾ ਹੋਈ, ਜੋਗੀ ਗਲੀ ਜੋਗ ਨਾ ਹੋਈ। ਭਾਵੇਂ ਕਿ ਜੋਗੀ ਨੂੰ ਸਿਖਾਇਆ, ਉਹਨੇ ਬ੍ਰਾਹਮਣ ਨੂੰ ਦੱਸਿਆ, ਉਹਨੇ ਸੂਤ ਦੱਸਿਆ ਜਨੇਊ ਹੁੰਦਾ ਕੀ ਹੈ। ਉਹਨੇ ਮੁਸਲਮਾਨ ਨੂੰ ਕਿਹਾ ਮਰਨਾ ਮੁੱਲਾ ਮਰਨਾ भी करतारो डरना। नानक शाह फकीर हिंदू का गुरु मुसलमान का पीर है। ਉਹ ਕਿਉਂ ਹਿੰਦੂਆਂ ਨੇ ਆਪਣਾ ਗੁਰੂ ਮੰਨਿਆ, ਕਿਉਂ ਮੁਸਲਮਾਨਾਂ ਨੇ ਪੀਰ ਬਣਿਆ? ਅੱਜ ਦਾ ਹਿੰਦੂ ਨਾਸ਼ੁਕਰਾ ਹੈ, ਅੱਜ ਦਾ ਮੁਸਲਮਾਨ ਭੁੱਲ ਚੁੱਕਾ ਹੈ। ਉਹ ਸਾਰੇ ਨਾਸ਼ੁਕਰੇ ਲੂੜ ਹਰਾਮੀ ਬਾਣੀ ਚ ਵੀ ਕਹਿੰਦੇ ਨੇ ਜਿਹੜੇ ਅਹਿਸਾਨ ਫਰਾਮੋਸ਼ ਹੋਣ, ਕਿ ਜਿਹੜਾ ਰੰਗਤ, ਜਿਹੜੀ ਹਰ ਰੰਗ ਤੁਹਾਨੂੰ ਦਿੱਤਾ, ਹਰ ਭਾਖਾ ਦਾ ਤੁਹਾਨੂੰ ਮੁੱਲ ਦਿੱਤਾ, ਭਾਵੇਂ ਕੋਈ ਜੱਟ ਹੈ ਧੰਨਾ, ਭਾਵੇਂ ਕੋਈ ਚਮਾਰ ਜਾਤ ਤੋਂ ਹੈ। ਭਗਤ ਰਵਿਦਾਸ ਕਹਿੰਦੇ ਕਹੇ ਰਵਿਦਾਸ ਚਮਾਰਾ, ਆਪਣੇ ਆਪ ਨੂੰ ਗੁਰਬਾਣੀ ਚ ਕਹਿੰਦੇ ਨੇ, ਕਹਿੰਦੇ ਮੈਂ ਚਮਾਰ ਹਾਂ ਪਰ ਮੈਂ ਕਹਿ ਰਿਹਾ ਮੈਂ ਰੱਬ ਦੀ ਬਾਤ ਦੱਸ ਰਿਹਾ। ਤੁਸੀਂ ਕਹਿੰਦੇ ਹੋ ਕਿ ਮੈਂ ਡਿਸਇਨਫਰੈਂਚਾਈਜ਼ ਦਾ ਰੱਬ ਨਹੀਂ ਪਾ ਸਕਦਾ, ਮੇਰੇ ਕੋਲ ਰੱਬ ਆ ਕੇ ਮੇਰੇ ਨਾਲ ਗੀਤ ਗਾਉਂਦਾ ਹੈ। ਉੱਥੇ ਛਿੰਬਾ ਧੋਬੀ ਭਗਤ ਨਾਮਦੇਵ ਬਾਬੇ ਨਾਨਕ ਨੇ ਲਿਆਂਦਾ। ਉੱਥੇ ਭਗਤ ਤੱਕ ਇੰਨਾ ਵੱਡਾ ਸੂਫੀ ਪੁਰਖ ਪਰਮੇਸ਼ਵਰਾ ਬਾਬਾ ਸ਼ੇਖ ਫਰੀਦ ਦੀ ਬਾਣੀ ਲਿਆਂਦੀ। ਉਹ ਤੁਸੀਂ ਦੇਖੋ ਬਾਬਾ ਨਾਨਕ ਕਰਕੇ ਕੀ ਗਿਆ। ਉਹਨੇ ਇਹੋ ਜਿਹੀ ਪੋਥੀ ਕੜੀ ਜਿਹੜੀ ਸਾਊਥ ਏਸ਼ੀਆਟਿਕ ਰੀਜਨ ਦੀ ਅਸਲ ਕਨਸਟੀਟਿਊਸ਼ਨ ਹੈ ਕਿ ਤੁਸੀਂ ਕੋਈ ਰੰਗ ਪਾਓ ਮੁਬਾਰਕ ਹੈ, ਕੋਈ ਤੁਸੀਂ ਨਾਮ ਨਾਲ ਰੱਬ ਨੂੰ ਯਾਦ ਕਰੋ ਮੁਬਾਰਕ ਹੈ, ਤੁਸੀਂ ਪੂਜਾ ਕਰੋ ਨਾ ਕਰੋ। ਕਹਿੰਦੇ ਕਬੀਰ ਵੀ, ਗੁਰੂ ਅਰਜਨ ਦੇਵ ਕਹਿੰਦੇ ਨਾ ਮੱਕੇ ਜਾਓ ਨਾ ਰਮਜ਼ਾਨਾ, ਨਾ ਮੈਂ ਤੀਰਥ ਪੂਜਾ ਨਾ ਬ੍ਰਤ ਪੂਜਾ। ਇੱਕ ਗੁਸਾਈ ਜਿਹੜਾ ਕਹਿੰਦਾ ਉਹ ਮੇਰਾ ਅੱਲਾ ਹੈਗਾ। ਬਾਬੇ ਨਾਨਕ ਨੂੰ ਅਸੀਂ ਭੁਲਾ ਦਿੱਤਾ ਹੈ। ਉਹਨੇ ਕਿਰਸਾਨੀ ਦੀ, ਤੁਸੀਂ ਆਖਰੀ ਗੱਲ ਕਿ ਕਿਰਸਾਨੀ ਬਹੁਤ ਰੋਮਾਂਟਿਸਾਈਜ਼ ਕੀਤਾ ਜਾ ਰਿਹਾ ਕਿ ਹਲਵਾਇਆ। ਉਹ ਹਰ ਕੋਈ ਬੰਦਾ ਜਿਹੜਾ ਕੋਈ ਅਡੰਬਰ ਰਚਦਾ ਸੀ, ਕੋਈ ਸ਼ਹਿਰ ਮਨਾਉਂਦਾ ਸੀ, ਕੋਈ ਆਪਣੇ ਸਿੱਖਿਆਰਥੀ ਘੱਲਦਾ ਸੀ, ਉਹ ਵਾਹੀ ਤਾਂ ਅੰਨ ਤਾਂ ਖਾਣਾ ਹੀ ਹੁੰਦਾ ਸੀ। ਪਰ ਗੁਰੂ ਨਾਨਕ ਨੇ ਆਖਰੀ ਗੱਲ ਮਨ ਦੀ ਕਿਰਸਾਨੀ ਦੱਸੀ ਹੈ। ਅਮਲ ਕਰ ਧਰਤੀ ਬੀਜ ਸਭ ਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ, ਹੋਏ ਕਿਰਸਾਨ ਈਮਾਨ ਜਮਾਇਲ ਹੈ। ਭੀਸਤ ਦੋਜਕ ਮੂੜੇ ਐਮ ਜਾਣੀ, ਮੂਰਖਾ ਇਦਾਂ ਜਾਣੇਗਾ ਭੀਸਤ ਦੋਜਕ ਦੀਆਂ ਗੱਲਾਂ, ਅੱਛਾਈ ਬੁਰਾਈ ਦੀਆਂ, ਸੁਰਗ ਨਰਕ ਦੀਆਂ ਗੱਲਾਂ ਕਰਦਾ ਹੈ, ਪਰ ਆਪਣੇ ਅੰਦਰ ਜਿਹੜੀ ਜ਼ਮੀਨ ਹੈ ਉਹ ਤੇ ਹਲਵਾ, ਉਹ ਤੇ ਸੱਚ ਸਰੂਪੀ, ਉਹਦੀ ਸੱਚ ਦੀ ਆਬ। ਅਸੀਂ ਪੰਜਾਬ ਬੜਾ ਕਰਦੇ ਹਾਂ, ਗੰਗਾ ਤੇ ਨਰਮਦਾ ਤੇ ਗੋਦਾਵਰੀ ਬੜੀਆਂ ਗੱਲਾਂ ਕਰਦੇ। ਉਹ ਕਹਿੰਦੇ ਸੱਚ ਦੀ ਆਬ, ਸੱਚ ਦਾ ਦਰਿਆ ਤੇ ਗੁਰੂ ਨਾਨਕ ਗੱਲ ਕਰਦਾ ਹੈ। ਉਹਦਾ ਪਾਣੀ ਲਿਆ ਤੇ ਸ਼ਬਦ ਦਾ ਬੀਜ ਸੰਜੋ। ਸੋ ਇਹ ਗੁਰੂ ਨਾਨਕ ਦੀਆਂ ਮੋਟੀਆਂ ਗੱਲਾਂ ਨੇ। ਮੈਂ 10 ਮਿੰਟ ਲੈ ਲਏ ਨੇ, ਮਾਫੀ ਚਾਹਨਾ। ਮੈਂ ਕਿਹਾ ਕਿ ਤੁਸੀਂ ਮੈਨੂੰ ਫਸਾਇਆ, ਚੰਗਾ 4-5 ਚੀਜ਼ਾਂ ਛੇੜ ਲਓਗੇ। ਉਹ ਇੱਕ ਨਾ ਸਭਾ ਹੁੰਦੀ 100 ਸਾਲ ਪਹਿਲਾਂ ਹੋਈ। ਉੱਥੇ ਇੱਕ ਬਿਰਧ ਸੀ 125 ਸਾਲ ਦਾ ਬਜ਼ੁਰਗ ਸਾਧੂ, ਉਹਨੂੰ ਪੀਰ ਸੀਗਾ। ਉਹਨੂੰ ਕਹਿੰਦੇ ਜੀ ਤੁਸੀਂ ਗੁਰੂ ਗੋਬਿੰਦ ਤੇ ਬੋਲੋ। 6-7 ਜਣੇ ਨੇ ਚੱਕ ਕੇ ਉਹਨਾਂ ਨੂੰ ਖੜਾ ਕੀਤਾ ਤੇ ਜਦੋਂ ਉਹਨਾਂ ਨੇ ਮੂੰਹੋਂ ਗੁਰੂ ਗੋਬਿੰਦ ਸਿੰਘ ਕਿਹਾ, ਉਹਨਾਂ ਨੇ ਸਾਰੇ ਬਾਹਾਂ ਪਾਸੇ ਕਰਤੀਆਂ, ਖੜਾ ਹੋ ਕੇ ਕੱਲਾ ਜੂਝਦਾ ਹੋਇਆ ਬੋਲਿਆ ਗੁਰੂ ਗੋਬਿੰਦ ਸਿੰਘ ਦਾ ਘੰਟਾ ਬੱਧੀ। ਤੇ ਇੱਕ ਜਵਾਨ ਗੱਭਰੂ ਨਿਹੰਗ ਹੈ ਜੀ ਜਥੇਦਾਰ, ਉਹਨੂੰ ਕਹਿੰਦੇ ਜੀ ਗੁਰੂ ਨਾਨਕ ਬਾਰੇ ਬੋਲੋ। ਫੜਕ ਮਾਰ ਕੇ ਸ਼ਸਤਰਾਂ ਨੇਜੇ ਖੰਡੇ ਪਾਏ, ਖੂਬਸੂਰਤ ਰੌਸ਼ਨ ਉਹਦਾ ਚਿਹਰਾ, 30-32 ਸਾਲਾਂ ਦਾ, ਖੜਾ ਹੋਇਆ, ਰਿਬਨ ਮਾਈਕ੍ਰੋਫੋਨ ਹੁੰਦੇ ਥੇ। ਉਹਨੇ ਕਿਹਾ ਜੀ ਗੁਰੂ ਨਾਨਕ, ਧੰਨ ਗੁਰੂ ਨਾਨਕ। ਉਹਦਾ ਸਿਰ ਥੱਲੇ ਝੁੱਕਿਆ, ਅਥਰੂ ਵਹਿਣ ਲੱਗੇ। ਉਹ ਘੰਟਾ ਚੁੱਪ ਹੀ ਰਿਹਾ। ਉਹ ਚੁੱਪੀ ਦੇ ਵਿੱਚ ਉਹਨੇ ਦੱਸਤਾ ਗੁਰੂ ਨਾਨਕ ਕੌਣ ਸੀ। ਮੈਂ ਇਜਾਜ਼ਤ ਲੈਣਾ, ਬਹੁਤ ਮਿਹਰਬਾਨੀ। ਨਹੀਂ ਮਕਸਦ ਤੁਹਾਡਾ ਧੰਨਵਾਦ ਤੇਰੀ ਮੈਂ ਇਸ ਵੇਲੇ ਕਰਾਂਗਾ, ਕਿਉਂਕਿ ਧੰਨਵਾਦ ਬਹੁਤ ਛੋਟਾ ਲਫ਼ਜ਼ ਹੈ। ਜਿੰਨਾ ਬਹੁਤ ਛੋਟਾ ਫਰਮਾਇਆ ਤੁਹਾਡੇ ਕੋਲ ਹੈ, ਜਿੰਨਾ ਜ਼ਖੀਰਾ ਤੁਹਾਡੇ ਕੋਲ ਹੈ, ਔਰ ਗੁਰੂ ਨਾਨਕ ਦੀ ਜਿੰਨੀ, ਮੇਰੇ ਖਿਆਲ ਅਸੀਂ ਪੂਰੀ ਉਮਰ ਵੀ ਲੰਘਾ ਦਈਏ ਤੇ ਅਸੀਂ ਗੁਰੂ ਨਾਨਕ ਦੀ ਗੱਲ ਨਹੀਂ ਕਰ ਸਕਦੇ। ਗੁਰੂ ਨਾਨਕ ਇੰਨਾ ਚਮਕ ਸਾਹਿਬ, ਮੈਂ ਇੱਕ ਇਰਾਕ ਤੇ ਜਦੋਂ ਜੰਗ ਹੋਇਆ ਨਾ, ਉਦੋਂ ਇੱਥੇ ਸਭਾ ਹੋਈ ਸੀ, ਸੁਮੇਲ ਵੀ ਨਾਲ ਸੀ। ਉੱਥੇ ਮੈਂ ਕਿਹਾ ਸੀ ਭਰੀ ਸਭਾ 'ਚ ਕਿ ਬਾਬੇ ਕੋਲ ਹੈ ਕਿਸੇ ਦੀ ਫੌਜ ਵਿੱਚ ਇੱਕ ਬੰਦਾ ਸੀ, ਭਾਈ ਮਰਦਾਨਾ। ਉਹਦੇ ਕੋਲ ਵੈਪਨ ਆਫ ਮਾਸ ਡਿਸਟਰਕਸ਼ਨ ਕੀ ਸੀ? ਰਬਾਬ। ਤੇ ਉਹਦੇ 6 ਤਾਰਾਂ, 6 ਤੰਦਾਂ। ਜਿਹੜਾ ਸਾਦਿਕ ਅਲੀ ਖਾਨ ਕਾਨੂੰਨ ਮੌਸੀਕੀ 1874 ਚ ਲਿਖਦਾ ਕਿ ਉਹਦੀ 6 ਰੇਸ਼ਮ ਦੀਆਂ ਤਾਰਾਂ ਸਨ। ਇਹ ਇਜਾਜ਼ ਗੁਰੂ ਨਾਨਕ ਦਾ ਕੀਤਾ ਹੋਇਆ ਰਬਾਬ ਹੈ, ਨਈ ਸੜਕ ਛਪੀ। ਔਰ ਉਹਦੇ ਕੋਲ ਸ਼ਬਦ ਸੀ, ਅੱਖਰ ਸੀ ਉਹਦੇ ਕੋਲ। ਉਹਨੇ ਬਗਦਾਦ ਢਾਲਿਆ। ਪੀਰ ਬਹਿਲੋਲ ਉਹਦਾ ਸਿੱਖ ਸੀ, ਉਹਦਾ ਮੁਰੀਦ ਸੀ।
ਸੋ ਇਹ ਆਈ ਥਿੰਕ ਗੁਰੂ ਨਾਨਕ ਦੀ ਉਦਾਸੀਆਂ, ਉਹਦਾ ਜਿਹੜਾ ਉਹਦੀ ਜਿਹੜੀ ਵਿਟ ਹੈ, ਉਹਦੀ ਹਿਊਮਰ ਹੈ, ਉਹਦਾ ਜਿਹੜਾ ਸਰਕਾਜ਼ਮ ਹੈ ਨਾ ਬਾਬੇ ਦਾ, ਮੈਂ ਕਿਹਾ ਕੁਰਬਾਨ ਜਾਵਾਂ। ਉਹਨਾਂ ਜਿੰਨਾ ਰੁਥਲੈਸਲੀ ਉਧੇੜ ਦਿੰਦਾ ਨਾ ਹਰ ਚੀਜ਼ ਨੂੰ ਬਾਬੇ ਦੀ, ਤਾਂ ਮੈਂ ਕਿਹਾ ਕੁਰਬਾਨ ਜਾਈਏ। ਆਮ ਸੌਰੀ, ਤੁਸੀਂ ਕੰਟੀਨਿਊ ਪਲੀਜ਼। ਮੈਂ ਇਹ ਗੱਲ ਕਰ ਰਿਹਾ ਸੀ ਕਿ ਬਾਬਾ ਨਾਨਕ ਇੰਨਾ ਸੂਖਮ ਹੈ ਕਿ ਪੂਰੀ ਦੀ ਪੂਰੀ ਕਾਇਨਾਤ ਉਹਦੇ ਚ ਸਮਾ ਕੌਣ ਬੜਾ ਜੇ ਉਹ ਡਾਂਗ ਲੈ ਕੇ ਤੁਰਦਾ, ਡਾਂਗ ਬੜੀ ਲਾਉਂਦਾ। ਹਾਂ ਬਿਲਕੁਲ, ਇੰਨਾ ਸੂਖਮ ਹੈ ਕਿ ਪੂਰੀ ਦੀ ਪੂਰੀ ਕਾਇਨਾਤ ਉਹਦੇ ਚ ਸਮਾ ਜਾਂਦੀ ਹੈ ਤੇ ਉਹ ਫਿਰ ਵੀ ਨਹੀਂ ਉਹਦਾ ਭੇਦ ਪਾਇਆ ਜਾ ਸਕਦਾ। ਬਾਬਾ ਨਾਨਕ ਇੰਨਾ ਸੌਖਾ ਹੈ ਕਿ ਅੱਖ ਬੰਦ ਕਰਕੇ ਝਪਕੋ ਤੇ ਗੁਰੂ ਨਾਨਕ ਤੁਹਾਨੂੰ ਨਜ਼ਰ ਆ ਜਾਂਦਾ ਹੈ। ਗੁਰੂ ਨਾਨਕ ਦੀਆਂ ਗੱਲਾਂ ਇਹ ਬਿਲਕੁਲ ਇਹ ਸੱਚਾਈਆਂ ਹੈ ਕਿ ਜਿਹੜੀ ਅਸੀਂ ਗੱਲ ਉਦਾਸੀਆਂ ਦੀ ਕਰ ਰਹੇ ਹਾਂ, ਜਿਹੜੀਆਂ ਗੱਲ ਗੁਰੂ ਨਾਨਕ ਦੇ ਚਮਕ ਸਾਹਿਬ ਸਿੱਖ ਭੁੱਲ ਗਿਆ ਜੀ ਗੁਰੂ ਨਾਨਕ ਨੂੰ। ਬੇਸ਼ੱਕ ਬੇਸ਼ੱਕ ਬਹੁਤ ਔਖਾ ਹੈ, ਅੰਦਰੋਂ ਤਾਂ ਨਿਰਮਲ ਬਾਹਰੋਂ ਨਿਰਮਲ ਹੈ ਜੀ। ਖਿਮਾ ਸਿੰਗਾਰ, ਕਦੇ ਖਿਮਾ ਸਿੰਗਾਰ ਕਾਮਣ ਤਨ ਪਹਿਰਾ, ਖਿਮਾ ਦਾ ਸ਼ਿੰਗਾਰ, ਫੋਰਗਿਵਨੈਸ ਦਾ। ਅਸੀਂ ਤਾਂ ਇੱਕ ਦੂਜੇ ਦੀ ਧੌਣ ਫੜਦੇ ਆ, ਇੱਕ ਦੂਜੇ ਦੀ ਅੱਖਾਂ ਕੱਢਣ ਨੂੰ ਫਿਰਦੇ ਆ। ਉਹ ਤਾਂ ਕਹਿੰਦਾ ਕਾਮਣ ਜਿਹੜੀ ਰੱਬ ਦੀ, ਅੱਲਾ ਦੀ ਸੁਹਾਗਣ ਉਹ ਹੈ ਜਿਹੜਾ ਖਿਮਾ ਦਾ ਸ਼ਿੰਗਾਰ ਪਾਵੇ। ਇਹ ਗੁਰੂ ਨਾਨਕ ਦੀ ਓਰੀਜਨਲ ਤੋਂ ਹੈ ਬਾਈ ਦ ਵੇ। ਅਸੀਂ ਸਿੱਖਾਂ ਨੇ ਭੁਲਾਤਾ ਜੀ ਬਾਬਾ। ਬੇਸ਼ੱਕ ਬੇਸ਼ੱਕ ਇਹ ਅਸੀਂ ਆਪਣੇ ਉਸ ਤਜ਼ਫੁਫ, ਉਸ ਸੂਫੀਜ਼ਮ ਨੂੰ ਜਿੱਚੋਂ ਬਾਬੇ ਨਾਨਕ ਨੇ ਸਾਨੂੰ ਜ਼ਿੰਦਗੀ ਜੀਣ ਦੀ ਜਾਚ ਦਿੱਤੀ, ਅਸੀਂ ਉਸ ਜ਼ਿੰਦਗੀ ਦੀ ਜਾਚ ਨੂੰ ਇੰਨਾ ਡਾਇਲੂਟ ਕਰ ਲਿਆ ਕਿ ਅਸੀਂ ਮਟੀਰੀਅਲ ਦੇ ਵਿੱਚ ਆਪਣੇ ਆਪ ਨੂੰ ਉਲਝਾ ਲਿਆ। ਅਸੀਂ ਡਰਦੇ ਆ ਪੜ੍ਹਨ ਗੁਰੂ ਨਾਨਕ ਨੂੰ। ਮੈਂ ਗੁਜ਼ਾਰਿਸ਼ ਕਰਾਂਗਾ ਡਾਕਟਰ ਸੁਮੇਲ ਸਿੱਧੂ ਨੂੰ, ਔਰ ਤੁਹਾਨੂੰ ਅਸੀਂ ਦੁਬਾਰਾ ਤੁਹਾਡੇ ਕੋਲੋਂ ਹਾਲੇ ਬਹੁਤ ਕੁਝ ਲੈਣਾ ਹੈ। ਅਸੀਂ ਹੱਥ ਅੱਡ ਕੇ ਤੁਹਾਡੇ ਕੋਲੋਂ ਬਹੁਤ ਕੁਝ ਲੈਣਾ। ਸੋ ਮੈਂ ਡਾਕਟਰ ਸੁਮੇਲ ਸਿੰਘ ਜੀ ਸਿੱਧੂ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਬਾਬੇ ਗੁਰੂ ਨਾਨਕ ਦੇ ਉਸ ਪੱਖ ਦੇ ਉੱਤੇ ਜਿਸ 'ਚ ਸਾਡੇ ਕੋਲ ਉਹਨਾਂ ਦਾ ਤਵਾਰੀਖੀ ਪੱਖ ਹੈ, ਸੋਸ਼ਲ ਕੰਟੈਕਸਟ ਹੈ, ਉਹਦੇ ਬਾਰੇ ਸਾਡੇ ਨਾਲ ਝਲਕ ਪਾਓ। ਡਾਕਟਰ ਸੁਮੇਲ ਸਿੱਧੂ। ਸ਼ੁਕਰੀਆ ਮਾਝਾ ਹਾਊਸ, ਸਾਂਝਾ ਪੰਜਾਬ ਦਾ। ਸ਼ੁਕਰੀਆ ਸਾਰੇ ਦੋਸਤਾਂ ਦਾ ਜੋ ਇੱਥੇ ਇਕੱਤਰ ਹੋਏ ਨੇ, ਪ੍ਰੀਤੀ ਹੁਣਾਂ ਦਾ ਔਰ ਗੁਰਲੀਨ ਜੀ ਦਾ, ਰਵਿੰਦਰ ਹੁਣਾਂ ਦਾ, ਬਲਦੀਪ ਹੁਣਾਂ ਦਾ, ਹਾਰੂਨ ਜੀ ਦਾ। ਕਿ ਗੱਲ ਜਿਵੇਂ ਤੁਰੀ ਹੈ ਅੱਗੇ, ਸੋਸ਼ਲ ਕੰਟੈਕਸਟ ਆਪਾਂ ਜੇ ਦੇਖੀਏ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਇਸ ਨੂੰ ਲੈ ਕੇ ਇੱਕ ਤੇ ਬੜੀ ਸਾਫ਼ ਹੈ। ਉਹਦੇ ਵਿੱਚੋਂ ਹੀ ਸਾਨੂੰ ਇਹਨਾਂ ਜੋ ਹਿਸਟੋਰੀਕਲ ਕੰਟੈਕਸਟ ਹੈ ਉਹਦੇ ਬਾਰੇ ਸਾਨੂੰ ਉੱਥੋਂ ਕਾਫੀ ਜਾਣਕਾਰੀ ਮਿਲ ਜਾਂਦੀ ਹੈ। ਬੁਨਿਆਦੀ ਤੌਰ ਤੇ ਜੇ ਆਪਾਂ ਦੇਖੀਏ ਤਾਂ ਲੈਂਡ ਰੈਵਨਿਊ ਨੂੰ ਉਗਰਾਉਣਾ ਪਿੰਡਾਂ ਦੇ ਵਿੱਚੋਂ, ਔਰ ਉਹਦੇ ਲਈ ਇੱਕ ਪੂਰੀ ਮੁਹਿੰਮ ਬਣਦੀ ਹੁੰਦੀ ਸੀ ਸੁਲਤਾਨ ਵੱਲੋਂ, ਔਰ ਇੱਕ ਪੂਰਾ ਲਾਮ ਲਸ਼ਕਰ ਲੈ ਕੇ ਇਧਰਲੇ ਪਾਸੇ ਆਇਆ ਜਾਂਦਾ ਹੁੰਦਾ ਸੀ। ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਪਿੰਡ ਬਹੁਤ ਨਪੀੜੇ ਜਾ ਰਹੇ ਸਨ। ਸ਼ਹਿਰਾਂ ਦੇ ਵਿੱਚ ਇੱਕ ਕਿਸਮ ਦੀ, ਕਿਉਂਕਿ ਉਹ ਅਹਿਲਕਾਰ ਉੱਥੇ ਹੁੰਦੇ ਸਨ ਤੇ ਲਗਜ਼ਰੀਅਸ ਟ੍ਰੇਡ ਉੱਥੇ ਚੱਲਦਾ ਸੀ, ਇੱਕ ਖਾਸਾ ਇੱਕ ਨਪੀੜਿਆ ਜਾਣ ਵਾਲਾ ਇੱਕ ਦੌਰ ਸੀ। ਤੇ ਜੇ ਆਪਾਂ ਜੋੜ ਕੇ ਦੇਖੀਏ ਅੱਜ ਦੇ ਹਿੰਦੁਸਤਾਨ ਦੇ ਨਾਲ, ਤੇ ਜੇ ਪਾਕਿਸਤਾਨ ਦੇ ਨਾਲ ਵੀ ਜੋੜ ਲੈਣਾ ਹੈ ਤਾਂ ਇਹ ਗੱਲ ਅੱਜ ਵੀ ਦਿਸ ਜਾ ਰਹੀ ਹੈ ਕਿ ਪਿੰਡ ਹੁਣ ਵੀ ਨਪੀੜਿਆ ਜਾ ਰਿਹਾ ਹੈ। ਇਸੇ ਕਰਕੇ ਪਿੰਡ ਹੁਣ ਦਿੱਲੀ ਦੀਆਂ ਸਰਹੱਦਾਂ ਨੱਪੀ ਬੈਠੇ ਨੇ, ਤੇ ਸ਼ਹਿਰ ਨੇ ਜਿਹੜੇ ਉਹ ਸਮਾਰਟ ਸਿਟੀ ਬਣ ਰਹੇ ਨੇ, ਉਹ ਗਲੋਬਲ ਸਿਟੀਜ਼ ਬਣ ਰਹੇ ਨੇ, ਤੇ ਉੱਥੇ ਇੱਕ ਵੱਖਰੀ ਕਿਸਮ ਦਾ ਇੱਕ ਕਾਸਮੋਪੋਲੀਟਨਿਜ਼ਮ ਹੈ ਜਿਹੜਾ ਉਹ ਚੱਲ ਰਿਹਾ ਹੈ। ਔਰ ਉਹ ਚੱਲ ਇਉਂ ਰਿਹਾ ਹੈ ਕਿ ਉਹ ਜਿਹੜੀ ਜ਼ੁਬਾਨ ਦੇ ਵਿੱਚ ਅੱਜ ਵੀ ਸਾਡੇ ਬੁੱਧੀਜੀਵੀ ਗੱਲ ਕਰਦੇ ਨੇ, ਸਾਡੇ ਇੰਟੈਲੈਕਚੁਅਲਸ ਜਿਹੜੀ ਲੈਂਗੁਏਜ ਦੇ ਵਿੱਚ ਅੱਜ ਗੱਲ ਕਰਦੇ ਨੇ, ਤੇ ਸਾਡੇ ਲੋਕ ਕਿਹੜੀ ਜ਼ੁਬਾਨ ਬੋਲ ਰਹੇ ਨੇ, ਤੇ ਗੁਰੂ ਨਾਨਕ ਉਸ ਇੱਕ ਸਿਵਲ ਸਰਵੈਂਟ ਸਨ। ਉਹ ਲੋਧੀਆਂ ਦੇ ਵੇਲੇ ਫਾਰਸੀ ਇਸ ਕਰਕੇ ਉਹਨਾਂ ਨੂੰ ਆਉਣੀ ਲਾਜ਼ਮੀ ਸੀ, ਅਰਬੀ ਦੇ ਜਾਣਕਾਰ ਸਨ, ਸੰਸਕ੍ਰਿਤ ਦੇ, ਬ੍ਰਜ ਦੇ, ਇਹਨਾਂ ਭਾਸ਼ਾਵਾਂ ਦੇ ਜਿਹੜੀ ਅਕਾਊਂਟੈਂਸੀ ਦੀ ਜ਼ੁਬਾਨ ਹੈ ਲੰਡੇ ਉਹਨੂੰ ਜਾਣਦੇ ਸਨ। ਇਹਨਾਂ ਸਭ ਨੂੰ ਛੱਡ ਕੇ ਉਹ ਪੰਜਾਬੀ ਦੇ ਵਿੱਚ ਜਾਂ ਆਪਣੇ ਲੋਕਾਂ ਦੀ ਜ਼ੁਬਾਨ ਦੇ ਵਿੱਚ ਲਿਖਣਾ ਸ਼ੁਰੂ ਕਰਦੇ ਹੈ, ਉਹਦੇ ਵਿੱਚ ਆਪਣੀ ਬਾਣੀ ਕਹਿਣੀ ਸ਼ੁਰੂ ਕਰਦੇ ਆ। ਮੈਂ ਸਮਝਦਾ ਕਿ ਇਹ ਜਿਹੜੀ ਇੱਕ ਬੜੀ ਵੱਡੀ ਜਿਹੜੀ ਉਹਨਾਂ ਨੇ ਚੋਣ ਕੀਤੀ ਕਿ ਜੇ ਮੈਂ ਆਪਣੇ ਲੋਕਾਂ ਦੇ ਦੁੱਖ ਦੀ ਬਾਤ ਪਾਉਣੀ ਹੈ, ਜੇ ਮੈਂ ਆਪਣੇ ਲੋਕਾਂ ਦੇ ਨਾਲ ਕੋਈ ਗਿਆਨ ਦਾ, ਸਚਿਆਰੇ ਹੋਣ ਦਾ,
ਕਿਸੇ ਅਗਾਂਹ ਦੀ ਕਿਸੇ ਉਸਾਰੀ ਦਾ ਜੇ ਮੈਂ ਕੋਈ ਨੀਂਹ ਰੱਖਣੀ ਹੈ ਤਾਂ ਮੈਨੂੰ ਪਹਿਲੀ ਗੱਲ ਕਿ ਉਹਨਾਂ ਦੀ ਜ਼ੁਬਾਨ ਦੇ ਵਿੱਚ ਆਉਣਾ ਪਏਗਾ। ਇਹੋ ਹੀ ਕੰਮ ਉਹਨਾਂ ਤੋਂ ਪਹਿਲਾਂ ਬਾਬਾ ਫਰੀਦ ਕਰ ਚੁੱਕੇ ਸਨ, ਜਿਨ੍ਹਾਂ ਦੀ ਖਾਨਕਾਹ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਦਾ ਜ਼ਿਕਰ ਹੋਣਾ ਸ਼ੁਰੂ ਹੁੰਦਾ ਹੈ। ਇਸਲਾਮ ਦੀ ਗੱਲ ਪੰਜਾਬੀ 'ਚ ਕੀਤੀ ਜਾਣੀ ਸ਼ੁਰੂ ਹੁੰਦੀ ਹੈ। ਕਬੀਰ ਸਾਹਿਬ ਦੇ ਵਿੱਚ ਵੀ ਜੇ ਆਪਾਂ ਧਿਆਨ ਦੇ ਨਾਲ ਦੇਖੀਏ ਤਾਂ ਉਹਦੇ ਵਿੱਚ ਵੀ ਸੰਸਕ੍ਰਿਤ ਦੀ ਜ਼ੁਬਾਨ ਤੇ ਸੰਸਕ੍ਰਿਤ ਨੂੰ ਬੋਲਣ ਵਾਲੇ ਪੰਡਤਾਂ ਸ਼ਾਸਤਰਾਰਥੀਆਂ ਦੇ ਨਾਲ ਉਹ ਇੱਕ ਆਪਣਾ ਫਾਸਲਾ ਰੱਖਦੇ ਆ, ਆਪਣੀ ਗੱਲ ਨੂੰ ਉਹ ਭਾਸ਼ਾ ਦੇ ਵਿੱਚ ਕਹਿਣਾ ਚਾਹੁੰਦੇ ਆ, ਵਰਨੈਕੂਲਰ ਦੀ ਗੱਲ ਕਰਦੇ ਨੇ। ਇੱਥੋਂ ਗੁਰੂ ਨਾਨਕ ਸਾਹਿਬ ਜਦੋਂ ਇਹਨਾਂ ਦੋਵਾਂ ਨੂੰ ਜੋੜਦੇ ਆ, ਆਪਣੇ ਤੋਂ ਪਹਿਲਾਂ ਹੋਏ ਫਰੀਦ ਸਾਹਿਬ ਨੂੰ ਤੇ ਕਬੀਰ ਸਾਹਿਬ ਨੂੰ ਜੋੜਦੇ ਆ, ਤਾਂ ਮੈਨੂੰ ਇਹ ਲੱਗਦਾ ਹੈ ਐਂਡ ਆਈ ਥਿੰਕ ਇਸ ਨੂੰ ਕਹਿਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਇਹ ਦੋ ਜਣੇ ਜਿਸ ਨੂੰ ਅਸੀਂ ਘੱਟ ਜ਼ਿਕਰ ਕਰਦੇ ਹਾਂ, ਵਾਟ ਇਜ਼ ਦਾ ਆਈਡੀਆ ਆਫ ਪੰਜਾਬ। ਇੱਥੇ ਆ ਕੇ ਪੰਜਾਬ ਦਾ ਜਿਹੜਾ ਕਨਸੈਪਟ ਹੈ ਇਹਨਾਂ ਤਿੰਨ ਜਣਿਆਂ ਦੇ ਆਪਸੀ ਰਿਲੇਸ਼ਨ ਦੇ ਨਾਲ, ਆਪਸੀ ਸਾਂਝ ਦੇ ਨਾਲ ਇੱਕ ਵਰਨੈਕੂਲਰ ਕਿਸਮ ਦੇ ਖਿੱਤੇ ਦੀ ਲੋਕਾਂ ਦੇ ਨਾਲ ਜੁੜਿਆ ਹੋਇਆ, ਉਹਨਾਂ ਦੀ ਜ਼ੁਬਾਨ ਦੇ ਵਿੱਚ ਗੱਲ ਕਰ ਸਕਣ ਵਾਲਾ, ਉਹਨਾਂ ਦੇ ਦੁੱਖ ਦਰਦ ਦੇ ਵਿੱਚੋਂ ਤੁਰਦਾ ਹੋਇਆ ਕਿਸੇ ਅਗਾਂਹ ਦੀ ਕ੍ਰੀਏਸ਼ਨ ਦੇ ਵੱਲ ਜਾਣ ਵਾਲਾ ਕੋਈ ਇੱਕ ਐਸਾ ਸਾਨੂੰ ਮੈਥਡ ਇੱਥੇ ਬਣਦਾ ਦਿਸਦਾ ਹੈ। ਗੁਰੂ ਨਾਨਕ ਸਾਹਿਬ ਦੇ ਵਿੱਚ ਇੱਕ ਜਿਹੜੀ ਹੋਰ ਵੱਡੀ ਗੱਲ ਦਿਸਦੀ ਹੈ ਕਿ ਉਹ ਆਪਣੇ ਤੋਂ ਪਹਿਲਾਂ ਹੋਏ ਜਿੰਨੀ ਕੁ ਗੱਲ ਸੀ ਕਿ ਉਹ ਕਿਰਤੀ ਬੰਦੇ ਨੂੰ ਆਪਣੇ ਫੋਕਸ ਦੇ ਵਿੱਚ ਲਿਆਉਂਦੇ ਹੈ ਕਿ ਗੁਰਮੁਖ ਹੋਣ ਦੇ ਲਈ ਕਿਰਤੀ ਹੋਣਾ, ਗ੍ਰਹਿਸਥੀ ਹੋਣਾ, ਇਸ ਦੁਨੀਆ ਦੇ ਵੱਲ ਹੋਣਾ ਔਰ ਸਚਿਆਰਾ ਹੋਣ ਦੀ ਜਿਹੜੀ ਪ੍ਰੋਸੈਸ ਹੈ, ਇਸ ਤੋਂ ਬਿਨਾਂ ਇਹ ਨਹੀਂ ਹੋ ਸਕੇਗਾ। ਤੇ ਕਿਰਤੀ ਹੋਣਾ ਤੇ ਇਸ ਦੁਨੀਆ ਦੇ ਵਿੱਚ ਰਹਿਣਾ, ਇੱਕ ਲੇਬਰ ਨੂੰ ਕਰਨਾ, ਲੇਬਰ ਦੀ ਜਿਹੜੀ ਐਡੀ ਡਟ ਕੇ ਜਿਹੜੀ ਉਹਨਾਂ ਨੇ ਇੱਕ ਉਸ ਨੂੰ ਜਿੰਨੀ ਕਨਸੈਪਚੁਅਲ ਗਹਿਰਾਈ ਦਿੱਤੀ, ਇਹ ਉਹਨਾਂ ਦਾ ਮੈਂ ਇੱਕ ਮੰਨਦਾ ਕਿ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਕਿ ਜਦੋਂ ਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਤੁਹਾਡੇ ਆਕਿਊਪੇਸ਼ਨਸ ਨੇ ਉਹ ਤੁਹਾਡੀਆਂ ਕਾਸਟ ਤੇ ਸਬ ਕਾਸਟ ਦੇ ਨਾਲ ਜਦੋਂ ਜੋੜ ਲਏ ਗਏ ਹੋਣ, ਉਦੋਂ ਆਪਣੇ ਆਪ ਨੂੰ ਕਿਰਤੀ ਕਹਿਣਾ, ਕਿਰਤ ਕਰਨ ਨੂੰ ਗੁਰਮੁਖ ਹੋਣ ਦੀ ਇੱਕ ਫੰਡਾਮੈਂਟਲ ਵੈਲਿਊ ਬਣਾ ਦੇਣਾ ਔਰ ਇਸ ਲਿਹਾਜ਼ ਦੇ ਨਾਲ ਇੱਕ ਯੂਨੀਵਰਸਲਾਈਜੇਸ਼ਨ ਦੇ ਵੱਲ ਜਾਣਾ, ਕਿਰਤੀ ਹੋਣ ਦੇ ਐਕਸਪੀਰੀਅੰਸ ਤੋਂ ਮੈਂ ਸਮਝਦਾ ਕਿ ਇੱਥੇ ਗੁਰੂ ਨਾਨਕ ਦੀ ਸਿੰਗੂਲਰ ਡਿਸਟਿੰਕਸ਼ਨ ਇੰਡੀਅਨ ਸਿਵਲਾਈਜੇਸ਼ਨ ਦੇ ਵਿੱਚ ਸਾਨੂੰ ਮਿਲਦੀ ਹੈ, ਦੁਨੀਆ ਦੇ ਵਿੱਚ ਮਿਲਦੀ ਹੈ। ਦੂਸਰਾ ਜਿਹੜਾ ਕੰਮ ਹੈ ਕਿ ਉਹਨਾਂ ਨੇ ਇਹ ਸਾਰਾ ਕੁਝ ਆਖਿਆ ਹੀ ਨਹੀਂ, ਇੱਕ ਉਹਨਾਂ ਨੇ ਹੋਰ ਇਨਵਰਜਨ ਬੜੀ ਵੱਡੀ ਕੀਤੀ। ਉਹ ਇਹ ਕੀਤੀ ਕਿ ਜੇ ਆਪਾਂ ਹਿੰਦੂ ਧਰਮ ਦੇ ਵਿੱਚ ਜਿਹੜਾ ਵਰਣਾਸ਼ਰਮ ਧਰਮ ਦੀ ਜਿਹੜੀ ਪੂਰੀ ਦੀ ਪੂਰੀ ਥਿਊਰੀ ਹੈ ਕਿ ਜੀ ਤੁਸੀਂ ਬੁੱਢੇ ਹੋ ਕੇ ਭਗਤੀ ਕਰਨੀ ਹੈ, ਵਾਨਪ੍ਰਸਥ 'ਚ ਜਾਣਾ ਹੈ, ਉਸ ਤੋਂ ਪਹਿਲਾਂ ਤੁਸੀਂ ਗ੍ਰਹਿਸਥ ਕਮਾਉਣਾ ਤੇ ਗਿਆਨ ਹਾਸਲ ਕਰਨਾ ਹੈ। ਗੁਰੂ ਨਾਨਕ ਸਾਹਿਬ ਗ੍ਰਹਿਸਥ ਦੇ ਵੇਲੇ ਉਦਾਸੀਆਂ ਤੇ ਨਿਕਲ ਜਾਂਦੇ ਨੇ, ਸੰਸਾਰੀ ਵੇਸ ਤਿਆਗ ਕੇ ਭਾਈ ਗੁਰਦਾਸ ਇਹ ਕਹਿੰਦੇ ਆ ਉਦਾਸੀ ਵੇਸ ਧਾਰਨ ਕਰ ਲੈਂਦੇ ਔਰ ਉਥੋਂ ਇਹ 19 ਸਾਲ ਦਾ ਜਿਹੜਾ ਸਫ਼ਰ ਹੈ ਇਹ ਰੇਅਰ ਹੈ ਕਿ ਉਹ ਬੰਦਾ ਫਿਰ ਉਸ ਵੇਸ ਨੂੰ ਲਾ ਕੇ ਕਿਰਸਾਣੀ ਵੇਸ ਦੇ ਵਿੱਚ ਆ ਜਾਵੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਐਸੀ ਹੈ ਜਿਸ ਦੇ ਵਿੱਚ ਕਿ ਕਿਰਸਾਣੀ ਦੇ ਹਵਾਲੇ ਸਭ ਤੋਂ ਜ਼ਿਆਦਾ ਆਉਂਦੇ ਨੇ। ਕਿਸੇ ਵੀ ਹੋਰ ਗੁਰੂ ਜਾਂ ਸੰਤ ਜਾਂ ਫਕੀਰ ਦੀ ਬਾਣੀ ਦੇ ਵਿੱਚ ਇੰਨੇ ਹਵਾਲੇ, ਇੰਨੀਆਂ ਰੈਫਰੈਂਸਸ ਫਾਰਮਿੰਗ ਦੀਆਂ ਨਹੀਂ ਆਉਂਦੀਆਂ, ਪੈਜ਼ੈਂਟਰੀ ਦੀਆਂ ਨਹੀਂ ਆਉਂਦੀਆਂ, ਸਭ ਤੋਂ ਜ਼ਿਆਦਾ ਇਹਨਾਂ ਦੀਆਂ ਆਉਂਦੀਆਂ। ਦੂਜੀ ਗੱਲ ਕਿ ਉਹਨਾਂ ਚੋਂ ਗੁਰੂ ਨਾਨਕ ਸਾਹਿਬ ਪਹਿਲਾਂ ਆਪਾਂ ਜਾਣਦੇ ਹੀ ਹਾਂ ਮੋਦੀਖਾਨੇ ਦੇ ਵਿੱਚ ਸਨ, ਉਹਨਾਂ ਨੇ ਜਿਹੜਾ ਇਹ ਟ੍ਰੇਡ ਵੀ ਚੁਣਿਆ ਤੇ ਜਿੰਨਾ ਇਹਦੇ ਬਾਰੇ ਉਹਨਾਂ ਨੇ ਲਿਖਿਆ, ਇਸ ਇੱਕ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਰਤਾਰਪੁਰ ਦਾ ਜੋ ਖੇਤ ਹੈ, ਇੱਕ ਨਾਨਕ ਦਾ ਖੇਤ ਕਰਤਾਰਪੁਰ ਦੇ ਵਿੱਚ ਹੈ, ਇੱਕ ਖੇਤ ਹੋਰ ਹੈ ਔਰ ਉਹਦੇ ਬਹੁਤ ਨੇੜੇ ਕਿਸਾਨ ਮੋਰਚਾ ਲਾਈ ਬੈਠੇ ਨੇ। ਇਹ ਖੇਤ ਹੈ ਨਾਨਕ ਦਾ ਖੇਤ ਵੱਜਦਾ, ਦੋ ਪਿੰਡ ਨੇ ਸੋਨੀਪਤ ਦੇ, ਸੇਰੀ ਖਾਂਡਾ, ਜਿੱਥੇ ਕਿ ਬੰਦਾ ਬਹਾਦਰ ਦੱਖਣ ਤੋਂ ਆ ਕੇ ਸਤਨਾਮੀਆਂ ਨੂੰ ਨਾਲ ਲੈ ਕੇ ਨਾਰਨੌਲ ਵਾਲਿਆਂ ਨੂੰ ਇੱਕ ਪਿੰਡ ਬੜ ਖਾਲਸਾ ਦੇ ਵਿੱਚ ਆਪਣਾ ਪੜਾਅ ਕਰਕੇ ਅਗਲੇ ਦਿਨ ਸੇਰੀ ਖਾਂਡਾ ਪਹੁੰਚਦਾ ਹੈ। ਉੱਥੇ ਆ ਕੇ ਮਾਲਵੇ ਤੋਂ ਆ ਕੇ ਲਸ਼ਕਰ ਉਹਦੇ ਨਾਲ ਜੁੜਦੇ ਨੇ, ਸਤਨਾਮੀਆਂ ਦੇ ਤੇ ਹੋਰ ਕਿਸਾਨ ਵਿਦਰੋਹੀਆਂ ਦੇ ਲਸ਼ਕਰ ਜੁੜਦੇ ਨੇ ਤੇ ਜਿੱਥੇ ਉਹ ਡੇਰਾ ਕਰਦੇ ਹੈ
ਉਹਦਾ ਨਾਂ ਅੱਜ ਵੀ ਨਾਨਕ ਦਾ ਖੇਤ ਵੱਜਦਾ ਹੈ। ਉੱਥੇ ਦੇ ਲੋਕ ਉਹਨੂੰ ਨਾਨਕ ਦਾ ਖੇਤ ਕਹਿੰਦੇ ਆ। ਮੈਂ ਕਈ ਵਾਰ ਸੋਚਦਾ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਇੱਕ ਖੇਤ, ਜੇ ਅਸੀਂ ਅੱਜ ਦੇ ਇਧਰਲੇ ਪੰਜਾਬ ਦੇ ਵਿੱਚੋਂ ਦੇਖੀਏ ਕਿ ਇੱਕ ਖੇਤ ਸਰਹੱਦ ਪਾਰ ਕਰਤਾਰਪੁਰ ਦੇ ਵਿੱਚ ਹੈ ਤੇ ਦੂਜਾ ਖੇਤ ਇੱਕ ਹਰਿਆਣਾ, ਪੰਜਾਬ ਹਰਿਆਣਾ ਦੀ ਹੱਦ ਦੇ ਵਿੱਚ ਸੋਨੀਪਤ ਦੇ ਵਿੱਚ ਹੈ ਤੇ ਹੁਣ ਉੱਥੇ ਸਾਂਝ ਜਿਵੇਂ ਬਣੀ ਹੈ। ਮੈਂ ਆਪਣੀ ਗੱਲ ਨੂੰ ਸਮੇਟਿਆ ਤੇ ਕੀ ਜਾਣਾ, ਪਰ ਮੈਂ ਅਗਲੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਉਦਾਸੀਆਂ ਦੇ ਬਾਬਤ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਇੱਕ ਗੱਲ ਇਹ ਹੈ ਕਿ ਜਨਮ ਸਾਖੀਆਂ ਤੇ ਭਾਈ ਗੁਰਦਾਸ ਜਦੋਂ ਆਪਣੀਆਂ ਵਾਰਾਂ ਲਿਖ ਰਹੇ ਨੇ, ਇਹਨਾਂ ਦਾ ਵੇਲਾ ਲਗਭਗ ਇੱਕ ਹੈ, ਨਜ਼ਦੀਕ ਲਿਖੀਆਂ ਜਾ ਰਹੀਆਂ ਨੇ ਇੱਕ ਦੂਸਰੇ ਦੇ, ਇਹ ਲਿਖੀਆਂ ਜਾਂ ਰਚੀਆਂ ਜਾ ਰਹੀਆਂ ਨੇ। ਜਨਮ ਸਾਖੀਆਂ ਦੇ ਲੇਖਕ ਦਾ ਸਾਨੂੰ ਪਤਾ ਨਹੀਂ ਲੱਗਦਾ, ਉਹ ਲੋਕਾਂ ਦੀ ਕਿਵੇਂ ਉਹਨਾਂ ਨੇ ਗੱਲ ਜੋੜੀ ਹੈ, ਪਰ ਜਿਹੜਾ ਉਸ ਦਾ ਸਿੰਬਲਿਜ਼ਮ ਹੈ, ਜਿਹੜਾ ਉਸ ਦੇ ਮੈਟਾਫਰਸ ਨੇ, ਜਿਵੇਂ ਉਹਨਾਂ ਨੇ ਗੁਰੂ ਨਾਨਕ ਦੀ ਰੂਹ ਨੂੰ ਫੜਿਆ ਹੈ, ਉਹ ਇੱਕ ਆਪਣੇ ਆਪ ਦੇ ਵਿੱਚ ਕਮਾਲ ਹੈ ਕਿ ਉਸ ਸਮੇਂ ਦੀ ਸੰਗਤ ਇਸ ਗੱਲ ਨੂੰ ਲੈ ਕੇ ਕਿੰਨੀ ਚੇਤਨ ਸੀ। ਜਿਹੜੀ ਗੱਲ ਭਾਈ ਗੁਰਦਾਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਜਿਹੜੀ ਐਨ ਫੜ ਕੇ ਰੱਖ ਲੈਂਦੀ ਆ ਤੁਹਾਨੂੰ, ਉਹ ਇੱਕ ਥਾਂ ਤੇ ਇਹ ਗੱਲ ਕਹਿੰਦੇ ਆ ਕਿ ਇੱਕ ਤਾਂ ਉਹ ਇਹ ਕਹਿੰਦੇ ਆ ਕਿ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਕਿ ਗੁਰੂ ਨਾਨਕ ਦਾ ਜਿਹੜਾ ਬੋਲ ਹੈ ਉਹ ਇਉਂ ਹੈ ਜਿਵੇਂ ਕੋਈ ਸ਼ੇਰ ਗੱਜਿਆ, ਮਿਰਗਾਂ ਦੀਆਂ ਡਾਰਾਂ ਡਰ ਗਈਆਂ ਨੇ, ਤ੍ਰਹਿ ਕੇ ਰਹਿ ਗਏ ਆ ਲੋਕ, ਧੀਰ ਨਹੀਂ ਬੰਨਿਆ ਜਾਂਦਾ ਉਹਦੇ ਸਾਹਮਣੇ ਕਿ ਇਹ ਬੋਲਿਆ ਕੀ ਹੈ। ਉਹ ਇੰਨੇ ਸਹਿਜ ਦੇ ਨਾਲ ਹੈ, ਇੰਨਾ ਉਹ ਇੱਕ ਰਿਦਮ ਦੇ ਵਿੱਚ ਹੈ, ਉਹਦੇ ਅੰਦਰ ਇੱਕ ਐਸਾ ਇਲਾਹੀ ਸੁਰ ਹੈ। ਪਰ ਭਾਈ ਗੁਰਦਾਸ ਇਹ ਕਹਿ ਰਹੇ ਹੈ ਕਿ ਇਹ ਉਂਝ ਵੀ ਹੈ ਜਿਵੇਂ ਕੋਈ ਸ਼ੇਰ ਗੱਜਦਾ। 2 ਵਾਰੀ ਉਹ ਸ਼ੇਰ ਗੱਜਣ ਦਾ ਹਵਾਲਾ ਦਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਜੋੜ ਕੇ। ਇਹਦੇ ਨਾਲ ਮੈਨੂੰ ਇੱਕ ਗੱਲ ਜਿਹੜੀ ਹੋਰ ਦਿਸਦੀ ਹੈ ਕਿ ਉਹ ਇਹ ਜਿੱਥੇ ਜ਼ਿਕਰ ਕਰਦੇ ਨੇ ਕਿ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਤੇ ਸ਼ਬਦ ਭੇਖ ਦੇ ਉੱਤੇ ਗੌਰ ਕਰੀਏ, ਉਹ ਕਿੰਨਾ ਡਰਾਮੈਟਿਕ ਹੈ। ਨਾਲ ਹੀ ਉਹ ਇਹ ਕਹਿੰਦੇ ਆ ਕਿ ਜਦੋਂ ਉਹ ਮੱਕੇ ਨੂੰ ਜਾਂਦਾ ਹੈ, ਬਗਦਾਦ ਨੂੰ ਜਾਂਦਾ ਹੈ, ਤਾਂ ਨੀਲੇ ਵਸਤਰ ਪਹਿਨਦਾ ਹੈ ਜਿਹੜੇ ਇਸਲਾਮ ਦੇ ਨਜ਼ਦੀਕ ਮੰਨੇ ਜਾਂਦੇ ਆ। ਇੱਕ ਉਦਾਸੀ ਭੇਖ ਬਣਾਉਂਦਾ ਹੈ। ਉਹ ਕਿਸ ਤਰ੍ਹਾਂ ਦੇ ਨਾਲ ਇੱਕ ਆਪਣੀ ਗੱਲ ਨੂੰ ਕਹਿਣ ਦੇ ਉਹਦੇ ਮੋਡਸ ਦੇ ਵਿੱਚ, ਉਹ ਮਿਊਜ਼ਿਕ ਦੀ ਗੱਲ ਤੇ ਹੋਈ ਹੈ, ਗਿਆਨ ਦੀ ਹੋਈ ਹੈ, ਉਹ ਕਿਹੜੇ ਕਿਹੜੇ ਹੋਰ ਚੀਜ਼ਾਂ ਦੇ ਨਾਲ ਉਹ ਕਰ ਰਿਹਾ। ਪਰ ਅੱਗੇ ਭਾਈ ਗੁਰਦਾਸ ਇੱਕ ਹੋਰ ਗੱਲ ਕਹਿੰਦੇ ਆ ਕਿ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਇਹ ਜਿਹੜਾ ਚੜਿਆ ਸ਼ਬਦ ਹੈ, ਇਹਦੇ ਤੇ ਗੌਰ ਕਰਨ ਦੀ ਲੋੜ ਹੈ। ਚੜਨਾ ਆਮ ਤੌਰ ਦੇ ਉੱਤੇ ਹੁੰਦਾ ਕਿ ਜੀ ਉਹ ਫਿਰ ਫੌਜਾਂ ਲੈ ਕੇ ਚੜੇ, ਲਸ਼ਕਰ ਲੈ ਕੇ ਉਹਨਾਂ ਨੇ ਚੜ੍ਹਾਈ ਕੀਤੀ, ਇਹਨੂੰ ਜੰਗ ਦੇ ਨਾਲ ਜੋੜਿਆ ਜਾਂਦਾ। ਭਾਈ ਗੁਰਦਾਸ ਇੱਕ ਤੇ ਵਾਰ ਲਿਖ ਰਹੇ ਨੇ, ਇੱਕ ਬੜਾ ਮਿਲੀਟੈਂਟ ਮੀਟਰ ਦੇ ਵਿੱਚ ਉਹ ਸਾਰੀ ਗੱਲ ਕਹਿ ਰਹੇ ਨੇ। ਇਹ ਬੜਾ ਇੰਪੋਰਟੈਂਟ ਹੈ ਕਿ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਨੂੰ ਇੱਕ ਕਿਸਮ ਦੇ ਦਿਖਾ ਰਹੇ ਨੇ ਕਿ ਉਹ ਇੱਕ ਜੰਗਜੂ ਦਰਵੇਸ਼ ਕਿਵੇਂ ਹੈ, ਇਹ ਕਿਹੜੀ ਜੰਗ ਲੜ ਰਿਹਾ ਹੈ, ਉਹਦੇ ਕੋਲ ਕੀ ਹਥਿਆਰ ਨੇ। ਕੋਈ ਬਲਦੀਪ ਹੁਣਾਂ ਨੇ ਇਹਦਾ ਜ਼ਿਕਰ ਕੀਤਾ ਹੈ ਕਿ ਉਹ ਕਿਵੇਂ ਜਾ ਰਹੇ ਨੇ। ਪਰ ਇਹ ਦਿਲਚਸਪ ਹੈ ਕਿ ਗੁਰੂ ਨਾਨਕ ਸਾਹਿਬ ਦੇ ਨੂੰ ਇੰਜ ਨੂੰ ਲੈ ਕੇ ਜਾਣਾ ਔਰ ਉਹਨਾਂ ਨੂੰ ਇੱਕ ਯੋਧੇ ਦੇ ਤੌਰ ਦੇ ਉੱਤੇ ਰੱਖਣਾ, ਉਹਨਾਂ ਦੀ ਬਾਣੀ ਦੀ ਇੱਕ ਕਿਸਮ ਦੀ ਇੱਕ ਬੜੇ ਮਿਲੀਟੈਂਟ ਤਰੀਕੇ ਦੇ ਨਾਲ ਉਹਦੀ ਵਿਆਖਿਆ ਲੈ ਕੇ ਜਾਣੀ। ਮੈਨੂੰ ਇਹ ਯਾਦ ਆਉਂਦਾ ਹੈ ਕਿ ਉਹੋ ਹੀ ਰਾਂਝਾ ਜਦੋਂ ਪਹਿਲਾਂ ਉਹਨੂੰ ਵਾਰਿਸ ਸ਼ਾਹ ਜਦੋਂ ਦਿਖਾਉਂਦਾ ਹੈ ਤਾਂ ਉਹ ਧੀਦੋ ਉਹਦਾ ਨਾਮ ਹੈ, ਧੀਆਂ ਵਰਗਾ ਹੈ, ਫੈਮਿਨਾਈਨ ਆ ਉਹ, ਉਹਦੇ ਕੋਲੋਂ ਖੇਤੀ ਨਹੀਂ ਹੁੰਦੀ, ਬੜਾ ਨਰਮ ਮਲੂਕ ਹੈ। ਹੀਰ ਬੜੀ ਜੰਗਜੂ ਹੈ, ਉਹਦਾ ਜੋ ਉਹਦਾ ਜਿਵੇਂ ਉਹਨਾਂ ਨੇ ਡਿਸਕ੍ਰਾਈਬ ਕੀਤਾ ਹੈ। ਉਹੋ ਹੀ ਰਾਂਝਾ ਜਦੋਂ ਜੋਗੀ ਹੋ ਜਾਂਦਾ ਹੈ, ਜਦੋਂ ਉਹ ਸੰਸਾਰੀ ਵੀ ਨਹੀਂ ਰਹਿੰਦਾ, ਵਾਲ ਮੁਨਾ ਦਿੰਦਾ ਹੈ, ਸੇਲੀਆਂ ਵੀ ਲੁਆ ਦਿੰਦਾ ਹੈ, ਸਾਰਾ ਆਪਣੀ ਜ਼ਾਤ ਸਿਫਾਤ ਨੂੰ ਭਸਮ ਕਰ ਦਿੰਦਾ ਹੈ, ਤੇ ਫਿਰ ਉਹ ਜਦੋਂ ਤੁਰਦਾ ਹੈ ਖੇੜਿਆਂ ਦੇ ਵੱਲ ਜਿੱਥੇ ਹੀਰ ਨੂੰ ਲੈ ਕੇ ਗਏ ਨੇ, ਉੱਥੇ ਵਾਰਿਸ ਸ਼ਾਹ ਇੱਕ ਗੱਲ ਕਹਿੰਦਾ ਹੈ ਕਿ ਸੰਨਿਆਸ ਬੈਰਾਗ ਜਿਉਂ ਲੜਨ ਚੱਲੇ, ਰੱਖ ਹੱਥ ਤਲਵਾਰ ਦੀ ਮੁੱਠ ਉੱਤੇ। ਉਹਦੇ ਕੋਲ ਤੇ ਕੋਈ ਨਾ ਤਲਵਾਰ ਹੈ, ਨਾ ਉਹ ਕੋਈ ਲੜਾਈ ਕਰਨ ਚੱਲਿਆ ਹੈ। ਉਹ ਜਦੋਂ ਜੋਗੀ ਹੋ ਗਿਆ ਹੈ, ਉਦਾਸ ਹੋ ਗਿਆ ਹੈ, ਵਿਰਕਤੀ ਚ ਆ ਗਿਆ ਹੈ, ਤਾਂ ਜਾ ਕੇ ਕਿਤੇ ਉਹ ਯੋਧਾ ਬਣਿਆ। ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਨੂੰ ਇੱਥੇ ਯੋਧਾ ਕਹਿ ਰਹੇ ਨੇ ਕਿ ਚੜਿਆ ਸੋਧਣ ਧਰਤ ਲੁਕਾਈ,
ਰਬਾਬ ਲੈ ਕੇ ਤੇ ਭਾਈ ਮਰਦਾਨੇ ਦੀ ਸੰਗਤ ਦੇ ਵਿੱਚ, ਤੇ ਉਧਰ ਉਹ ਆਪਣੀ ਉਹ ਜ਼ਾਤ ਨੂੰ ਖਤਮ ਕਰਕੇ ਜੋਗੀ ਬਣ ਕੇ ਉਹਨੂੰ ਉੱਥੇ ਯੋਧਾ ਦਿਖਾਇਆ ਗਿਆ ਹੈ। ਇੱਕ ਤੇ ਆਪਾਂ ਇਹਨਾਂ ਪੈਰਲਲਸ ਦੇ ਵੱਲ ਗੌਰ ਕਰੀਏ ਕਿ ਇਹ ਕਿਸ ਤਰ੍ਹਾਂ ਦੇ ਨਾਲ ਇੱਕ ਉਦਾਸੀਆਂ ਗੁਰੂ ਨਾਨਕ ਸਾਹਿਬ ਦੀਆਂ ਫਿਜ਼ੀਕਲ ਸਪੇਸ ਦੇ ਵਿੱਚ ਨੇ, ਇੱਕ ਉਦਾਸੀਆਂ ਉਹਨਾਂ ਦੇ ਆਪਣੇ ਬਿੰਬ ਦੀਆਂ, ਉਹਨਾਂ ਦੀ ਸ਼ਖਸੀਅਤ ਦੀਆਂ ਥਰੂ ਦ ਸੈਂਚੁਰੀਜ਼ ਸਾਡੇ ਤੱਕ ਹੁਣ ਤੱਕ ਪਹੁੰਚਦੀਆਂ ਨੇ। ਕਿਵੇਂ ਕਿਵੇਂ ਲੋਕ ਇਹਨਾਂ ਉਦਾਸੀਆਂ ਨੂੰ ਉਹਨਾਂ ਨੇ ਆਪਣੇ ਸੰਕਲਪਾਂ ਦੇ ਵਿੱਚ ਢਾਲਿਆ ਹੈ, ਕਿਵੇਂ ਉਹਨਾਂ ਨੇ ਗੁਰੂ ਨਾਨਕ ਦੇ ਨਾਲ ਇੱਕ ਆਪਣੇ ਦੌਰ ਦੇ ਵਿੱਚ ਇੱਕ ਡਾਇਲੌਗ ਖੜਾ ਕੀਤਾ ਹੈ। ਇਹ ਇੱਕ ਉਦਾਸੀ ਹੈ ਜਿਹੜੀ ਕਿ ਸਨ 1500 ਤੋਂ ਲੈ ਕੇ ਤੇ ਹੁਣ 2020 ਤੱਕ ਇਹਨਾਂ 500-550 ਸਾਲਾਂ ਦੇ ਵਿੱਚ 500 ਸਾਲਾਂ ਦੇ ਵਿੱਚ ਸਾਡੇ ਤੱਕ ਜਿਹੜੀ ਚੱਲਦੀ ਰਹੀ ਹੈ। ਮੈਂ ਹਜੇ ਆਪਣੀ ਗੱਲ ਨੂੰ ਇੱਥੇ ਵਿਰਾਮ ਦਿੰਦਾ, ਮੇਰਾ ਖਿਆਲ ਅੱਗੇ ਗੱਲ ਤੁਰੀਏ ਤੇ ਤੁਹਾਡੇ ਹਵਾਲੇ ਜੀ। ਜੀ ਮੈਂ ਭਾਈ ਸਾਹਿਬ ਤੁਹਾਨੂੰ ਇੱਕ ਵਾਰੀ ਫਿਰ ਗੁਜ਼ਾਰਿਸ਼ ਕਰਾਂਗਾ ਕਿ ਬੜਾ ਰੂਹ ਸਕੂਨ ਮਿਲਦਾ ਜਦੋਂ ਤੁਸੀਂ ਆਪਣੇ ਰਾਜ਼ ਨੂੰ ਧੁਨ ਦੇ ਰਾਹੀਂ ਸਾਡੇ ਤੱਕ ਦਿੰਦੇ ਹੋ। ਸੋ ਕਰੋ ਕਿਰਪਾ ਥੋੜੀ ਜਿਹੀ ਤੇ ਸਾਨੂੰ ਥੋੜੀ ਜਿਹੀ ਹੋਰ ਝਲਕ ਦਿਓ। ਮੈਂ ਇੱਕ ਦੋ ਗੱਲਾਂ ਹੋਰ ਮੈਂ ਜ਼ਿਕਰ ਕਰਦੇ ਹਾਂ ਕਿ ਬਾਬਾ ਜਦੋਂ ਮੱਕੇ ਜਾਂਦੇ ਨੇ ਉਦੋਂ ਭਾਈ ਗੁਰਦਾਸ ਦਾ, ਮੈਨੂੰ ਬੜੀ ਖੁਸ਼ੀ ਹੈ ਸੁਮੇਲ ਨੇ ਭਾਈ ਗੁਰਦਾਸ ਦਾ ਜ਼ਿਕਰ ਵੀ ਕੀਤਾ, ਉਹਨਾਂ ਦਾ ਹੀ ਉਹੀ ਵਾਰਾਂ ਦੇ ਵਿੱਚ ਹੀ ਔਰ ਸੁਮੇਲ ਨੇ ਬਾਖੂਬੀ ਕਿਹਾ ਹੈ ਕਿ ਜਿਹੜਾ ਵਾਰ ਮੀਟਰ ਹੈਗਾ ਉਹ ਵਾਰਾਂ ਜਿਹੜੀਆਂ ਗਾਉਣ ਦੀ ਇੱਕ ਵੱਖਰੀ ਕਿਸਮ ਦੀ ਪ੍ਰਥਾ ਹੈਗੀ ਹੈ। ਉਹ ਵੀਰ ਗਾਥਾਵਾਂ ਗਾਈਆਂ ਜਾਂਦੀਆਂ ਨੇ ਔਰ ਮਾਰੂ ਦੇ ਵਿੱਚ ਖਾਸ ਕਰਕੇ ਰਾਗ ਮਾਰੂ ਜੰਗ ਦੇ ਨਾਲ ਸੰਬੰਧ ਰੱਖਦਾ ਹੈ ਔਰ ਮਾਰੂ ਦੇ ਵਿੱਚ ਉਹ ਥਾਟ ਦਾ ਆਈਡੀਆ ਆਫ ਗੋਡ ਜਿਹਨੂੰ ਕਹਿ ਲੋ, ਖੁਦਾ ਦਾ, ਰੱਬ ਦਾ, ਰਾਮ ਦਾ, ਕਿ ਦੁਨੀਆ ਬਣੀ ਕਿਵੇਂ, ਦੁਨੀਆ ਹੈ ਕਿ ਆਏ ਕਿੱਥੋਂ ਆ, ਜਾਣਾ ਕਿੱਥੇ ਹੈ, ਉਹਦੇ ਬਾਬਤ ਮਾਰੂ ਦੇ ਵਿੱਚ 16 ਹੈ ਗੁਰੂ ਸਾਹਿਬ ਦਾ। 16 ਇਜ਼ ਬੇਸਿਕਲੀ ਇੱਕ ਪਦਾ ਦੋ ਪਦਾ। ਅੱਜ ਕੱਲ ਧਰੁਪਦ ਬੜਾ ਚੱਲਣ ਡਿਆ, ਲੋਕੀ ਭੁੱਲ ਗਏ ਕਿ ਧਰੂਵ ਇਜ਼ ਜਸਟ ਅ ਪ੍ਰੀਫਿਕਸ। ਐਕਚੁਅਲੀ ਦਿਸ ਇਜ਼ ਸਿੰਗਿੰਗ ਆਫ ਪਦੇ, ਇੱਕ ਪਦੇ, ਦੋ ਪਦੇ, ਤੇ ਪਦੇ, ਚੌਪਦੇ, ਪੰਜ ਪਦੇ, ਅਸ਼ਟ ਪਦੇ, ਦੈਨ 16 16 ਲਾਈਨਰਸ ਐਟਸੈਟਰਾ ਔਰ ਫਿਰ ਵਾਰਾਂ ਆਦ ਹੁੰਦੀਆਂ ਨੇ। ਉਹਦੇ ਵਿੱਚ ਆਂਦਾ ਹੈ ਅਰਬਦ ਨਰਬਦ ਧੁੰਦੂ ਕਾਰਾ। ਧੁੰਦੂ ਕਾਰਾ ਇਜ਼ ਅ ਮੈਟਾਫਰ ਜਿਹੜਾ ਮਹਾਰਾਜ ਵਰਤਦੇ ਨੇ। ਧੁੰਦ ਵਿੱਚ ਕੀ ਹੁੰਦਾ, ਉਹਦਾ ਦਾ ਦ੍ਰਿਸ਼ਟਾਂਤ ਕੀ ਹੈਗਾ ਕਿ ਉਹ ਜਿਹੜਾ ਜਿਹਦੇ ਗਾਂ ਦਿਖੇ ਨਾ, ਉਹ ਇਹ ਨਹੀਂ ਕਹਿ ਰਹੇ ਕਿ ਧੁੰਦ ਸੀ, ਉਹ ਕਹਿ ਰਹੇ ਨੇ ਇਉਂ ਆ ਜਿਵੇਂ ਧੁੰਦ ਸੀ ਜਿਹਦੇ ਚੋਂ ਗਾਂ ਦੀਂਦਾ ਨਹੀਂ ਹੁੰਦਾ, ਕਿ ਅਰਬਾਂ ਨਰਬਾਂ ਸਾ ਜਦੋਂ ਸ਼ੁਰੂ ਸੀ, ਜਦੋਂ ਆਦ ਸੀ, ਉਹ ਧੁੰਦ ਹੈ, ਉੱਥੇ ਬੰਦਾ ਨਹੀਂ ਦੇਖ ਸਕਦਾ। ਉਹ ਰਿਜੈਕਟ ਕਰਦੇ ਨੇ ਸਾਰੇ ਕਾਸਮੋਲੋਜੀਕਲ ਆਈਡੀਆ, ਯਾਨੀ ਕਿ ਧਰਮਾਂ ਨੂੰ ਉਹ ਐਕਸੈਪਟ ਨਹੀਂ ਕਰਦੇ। ਉਹ ਮੁਸਲਮਾਨ ਵੀ ਕਿਵੇਂ ਹੋਣਾ, ਮਹਾਰਾਜ ਦਾ ਸ਼ਲੋਕ ਹੈ, ਪੰਜੇ ਨਵਾਜਾ ਵਖਤ ਪੰਜ, ਪੰਜੇ ਨਾਓ, ਪਹਿਲਾ ਸੱਚ ਹਲਾਲ, ਦੁਇ ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ, ਮਨ ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਸੋ ਤੁਸੀਂ ਜਦੋਂ ਦੇਖਦੇ ਹੋ ਕਿ ਮਹਾਰਾਜ ਨੇ ਗਿਆਨ ਦਿੱਤਾ ਹੈ, ਔਰ ਹਰੂਨ ਨੇ ਬੜੀ ਸੋਹਣੀ ਗੱਲ ਪਹਿਲਾਂ ਕਹੀ ਹੈ ਕਿ ਭਾਈ ਮਰਦਾਨਾ ਨਾ ਕਿਸੇ ਨੇ ਕਿਹਾ, ਇਨਫੈਕਟ ਉਹ ਕਹਿੰਦਾ ਹੈ ਕਿ ਮੈਂ ਕੀ ਕਰਾਂ, ਮੈਂ ਹੁਣ ਤੁਹਾਡਾ ਮਤਲਬ ਮੈਂ ਆਪਣਾ ਬਦਲ ਲਵਾਂ। ਕਹਿੰਦੇ ਬਦਲਣ ਦੀ ਲੋੜ ਕੀ ਹੈ। ਗੁਰੂ ਨਾਨਕ ਦੀ ਬੜੀ ਵੱਡੀ ਕਰਨੀ ਹੈ ਕਿ ਇਟ ਡਸਨਟ ਮੈਟਰ ਤੁਹਾਡਾ ਨਾਮ ਕੀ ਹੈ, ਤੁਸੀਂ ਕਿਹੜੀ ਦਿਸ਼ਾ ਤੋਂ ਆਉਂਦੇ ਹੋ ਵਗੈਰਾ। ਪਰ ਉਹਨਾਂ ਨੂੰ ਮੱਕੇ ਉਹ ਕਹਿੰਦੇ ਨੇ ਕਿ ਜਦੋਂ ਪੁੱਛਣ ਫੋਲ ਕਿਤਾਬ ਨੂੰ ਕਾਜੀ ਮੁੱਲਾ ਇਕੱਠੇ ਹੋਏ, ਕਹਿੰਦੇ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਕਿ ਹਿੰਦੂ ਇੰਡਿਕ ਵੱਡਾ ਹੈ ਕਿ ਸੈਮੈਟਿਕ ਵੱਡਾ ਹੈ। ਜੈਨਰਿਕ ਗੱਲਾਂ ਨੇ। ਉਹ ਕਹਿੰਦੇ ਕਿ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਏ। ਉਹਦੀ ਤਰਾਜੂ ਜਿਹੜੀ ਹੈ ਨਾ ਸ਼ੁਭ ਅਮਲ ਦੀ ਹੈ। ਇਟ ਡਸਨਟ ਮੈਟਰ ਵਾਟ ਯੂਰ ਨੇਮ ਇਜ਼, ਵਾਟ ਯੂਰ ਲੈਂਗੁਏਜ ਇਜ਼, ਤੁਸੀਂ ਕਿੱਥੋਂ ਹੈਗੇ ਹੋ, ਤੁਹਾਡਾ ਅਮਲ ਕਿੰਨਾ ਸੁੱਚਾ ਹੈ ਤੇ ਸੱਚਾ ਹੈਗਾ। ਤਾਂ ਹੀ ਉਹ ਸੱਚ ਦੀ ਆਪ ਦੀ ਉਹ ਗੱਲ ਕਰਦੇ ਨੇ ਮਹਾਰਾਜ। ਸੋ ਕਾਸਮੋਲੋਜੀ ਦੀ ਗੱਲ ਕਿ ਰੱਬ ਬਣਾਇਆ ਕਿਵੇਂ, ਕਿਸੇ ਨੇ ਕਿਹਾ ਕਿ ਸਾਰੇ ਇਕੱਠੇ ਹੋ ਗਏ ਸੁਲਤਾਨਪੁਰ, ਜਿੰਨੇ ਪਾਂਡੇ ਸੀ ਤੇ ਕਾਜ਼ੀ, ਉਹ ਕਹਿੰਦੇ ਗੁਰੂ ਸਾਹਿਬ ਨੂੰ ਕਿ ਇਹਨਾਂ ਨੂੰ ਨਾ ਆਪਾਂ ਇਕੱਠੇ ਘੇਰਦੇ ਆ, ਕਿਉਂਕਿ ਆਪਾਂ ਨੂੰ ਕੱਲੇ ਕੱਲੇ ਹਰਾ ਦਿੰਦੇ, ਆਪਾਂ ਇਕੱਠੇ ਨੂੰ ਪੈਨੇ। ਕਿ ਕਹਿੰਦਾ ਕਿ ਨਾ ਮੈਂ ਮੁਸਲਮਾਨ ਹਾਂ ਤੇ ਨਾ ਹਿੰਦੂ ਹੈਗਾ, ਤੇ ਪੂਜਾ ਉਹ ਨਮਾਜ਼ ਹੋਈ, ਕਿ ਪੂਜਾ ਤੇ ਨਮਾਜ਼ ਇੱਕੋ ਹੀ ਗੱਲਾਂ ਨੇ, ਪਰ ਲੋਕੀ ਆਮ ਸੋਚਦੇ ਕਿ ਇੱਕੋ ਗੱਲਾਂ ਕਹਿ ਰਹੇ ਨੇ। ਉਹ ਕਹਿੰਦੇ ਦੇ ਆਰ ਬੋਥ ਮੈਨ ਕੰਸਟਰਕਟਸ, ਦੋਨੋਂ ਬੰਦਿਆਂ ਦੀਆਂ ਬਣਾਈਆਂ ਨੇ, ਤਾਂ ਕਰਕੇ ਇੱਕ ਨੇ। ਉਹ ਇਹਦਾ ਭੇਦ ਨਹੀਂ ਜਾਣਦੇ ਕਿ ਇੱਕ ਕਿਵੇਂ ਨੇ। ਉਹ ਤਾਂ ਅੱਡ ਨੇ, ਉਹਦਾ ਰਿਚੁਅਲ ਅੱਡ ਹੈ, ਉਹਦਾ ਰਿਚੁਅਲ ਅੱਡ ਹੈ, ਪਰ ਬੰਦਾ ਬਣਾਉਣ ਨਾਲ ਆਪਣੀ ਫਿਰਤ ਵਿੱਚ, ਆਪਣੀ ਸੁਰਤ ਵਿੱਚ ਉਹ ਬਣਾਉਂਦਾ ਹੈ। ਉਹ ਕਹਿੰਦੇ ਇਕੱਠੇ ਹੋ ਕੇ ਉਹਨੂੰ ਪੁੱਛਦੇ ਕਿ ਤੂੰ ਦੱਸ ਹੈ ਗੁਰੂ ਨਾਨਕ, ਇਹ ਨਾਨਕ ਤੂੰ ਦੱਸ ਕਿ ਦੁਨੀਆ ਬਣੀ ਕਿਵੇਂ।
ਤੇ ਉਹਨਾਂ ਨੇ ਇਕੱਠੇ ਸਾਜ਼ਿਸ਼ ਕੀਤੀ ਸੀ ਕਿ ਜੇ ਇਹਨੇ ਕਹਿਤਾ ਕੁਨ ਕਿਹਾ ਤੇ ਕਹਾਂਗੇ ਲੈ ਤੂੰ ਸਿਮੈਟਿਕ ਹੈਗਾ, ਤੂੰ ਮੁਸਲਮਾਨ ਹੈਗਾ, ਤੂੰ ਝੂਠ ਬੋਲਦਾ, ਸਾਡੇ ਨਾਲ ਫਰੇਬ ਕਰਦਾ ਹੈ। ਤੇ ਜੇ ਇਹਨੇ ਕਿਹਾ ਕਿ ਓਮ ਕਿਹਾ ਤੇ ਕਹਾਂਗੇ ਲੈ ਤੂੰ ਹਿੰਦੂ ਹੈ। ਤੇ ਉਹ ਮਹਾਰਾਜ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ। ਇਹਦੇ ਆਮ ਤੌਰ ਤੇ ਗੁਰਮੁਖ ਦੇ 2 ਅੱਖਰ ਨੇ ਕਿ ਜਿਹੜਾ ਗੁਰੂ ਦੇ ਮੁਖ ਵਿੱਚ ਹੋਵੇ ਜਾਂ ਦੂਜਾ ਜਿਹਦਾ ਮੁਖ ਗੁਰੂ ਵੱਲ ਹੋਵੇ। ਇੱਥੇ ਤੀਜਾ ਭੇਦ ਹੈ ਕਿ ਜਿਹੜਾ ਪਰੰਪਰਾ ਚੋਂ ਮੈਨੂੰ ਲੱਭਾ, ਯੂਨੀਵਰਸਿਟੀ ਦੀਆਂ ਕਿਤਾਬਾਂ 'ਚ ਮੈਪਿੰਗ ਹੀ ਨਹੀਂ ਹੋਈ ਮੈਮਰੀ ਦੀ, ਇੰਟੈਂਜੀਬਲ ਐਸੈਟਸ ਦੀ, ਸੂਖਸ਼ਮ ਜਿਹੜੀ ਸਿਵਲਾਈਜੇਸ਼ਨ। ਇਸੇ ਕਰਕੇ ਮੈਂ ਲੜਦਾ ਹੁੰਦਾ, ਐਵਰੀ ਸਿਵਲਾਈਜੇਸ਼ਨ, ਐਨੀ ਸਿਵਲਾਈਜੇਸ਼ਨ ਲਿਵਸ ਇਨ ਦ ਮੈਮਰੀ ਆਫ ਇਟਸ ਪੀਪਲ। ਉਹ ਕਹਿੰਦੇ ਕਿ ਗੁਰਮੁਖ ਨਾਦੰ, ਇਹ ਗੁਰਮੁਖ ਹੈ ਜਿਹੜਾ ਮੁੱਖ ਗੁਰੂ ਹੈ, ਯਾਨੀ ਗੁਰੂਆਂ ਦਾ ਗੁਰੂ, ਜਿਨ੍ਹਾਂ ਨੂੰ ਤੁਸੀਂ ਗੁਰੂ ਮੰਨਦੇ ਹੋ, ਪੀਰ ਪੈਗੰਬਰ ਮੰਨਦੇ ਹੋ, ਉਹਨਾਂ ਦਾ ਕਰਤਾ ਗੁਰੂ। ਕਹਿੰਦੇ ਗੁਰਮੁਖ ਨਾਦੰ, ਉਹ ਜਿਹੜਾ ਗੁਰੂ ਮੁੱਖ ਗੁਰੂ ਸੀ, ਮੁਖੀਆ ਗੁਰੂ ਸੀ, ਉਹਦਾ ਨਾਦ ਸੀ। ਉਹ ਉਸੇ ਨੂੰ ਵੇਦ, ਉਸੇ ਨੂੰ ਇਲਮ ਹੈ, ਉਸੇ ਨੂੰ ਇਲਮ ਹੈ ਜੋ ਦੂਜਾ ਬੰਦਾ ਕਹੇ। ਕਹਿੰਦੇ ਕੀ ਮਤਲਬ, ਇਹ ਕੌਣ ਹੈ ਗੁਰਮੁਖ? ਕਹਿੰਦੇ ਗੁਰਮੁਖ ਰਿਹਾ ਸਮਾਏ। ਉਹ ਬਹਿਸ ਪਏ, ਕਹਿੰਦੇ ਅੱਛਾ ਬੰਦਾ ਕਦੋਂ ਬਣਾਇਆ? कहने का तीजे दिन को 6वें दिन 7वें दिन दूजे दिन वगैरह वगैरह। कहते जदों रब ने सोचा इंटेंट किया पशंती दूजी वाणी दी स्टेज पर आ तो पशंती जदों इमेजिन हुई जदों प्रोक्रिएटिव होया कि अच्छा मैं कुछ बढ़ावां फिर उदों कोई बंदा सी सुनने वाला when there was no witness how can we claim कि असी रब नूं जानने कि रब ने कीता किवें। सो ये तुसीं देखो बुनियादी एवें नहीं मार्ग नवां बनदा। आपां कह दिंदे नवां धर्म चलाता एवें धर्म बन जांदे ने नवें। ਤੁਸੀਂ PhD ਨਹੀਂ ਲੈ ਸਕਦੇ ਕਿਸੇ ਦੇ ਪਲੇਜਰਾਈਜ਼ ਕਰਕੇ। ਤੇ ਨਾਨਕ ਨੇ ਇੱਕ ਨਿਊਮੈਰਿਕ ਜਿਹੜਾ ਓਮਕਾਰ ਤੋਂ ਪਹਿਲਾਂ ਪਾਇਆ ਉਹ ਨਿਊਮੈਰਿਕ ਐਰਿਥਮੈਟਿਕ ਹੈ। ਬਾਬੇ ਨੂੰ ਮੈਥਮੈਟੀਸ਼ੀਅਨ ਕਰਕੇ ਵੀ ਜਾਣੋ ਫਿਰ ਉਹ ਨਿਊਮੈਰਿਕ ਆંકੜੇ ਕਿਵੇਂ ਜਾਣਦਾ। ਉਹ ਕੋਈ ਬੰਦਾ ਭਾਸ਼ਾ ਨਹੀਂ ਕਹਿ ਸਕਦੀ, ਕੋਈ ਧਰਮ ਨਹੀਂ ਕਹਿ ਸਕਦਾ ਕਿ ਸਾਡਾ ਇੱਕ ਹੈ, ਯਾਨੀ ਕਿ ਸਾਡੇ ਮੁਤਾਬਕ ਜੋ ਇੱਕ ਹੈ ਉਹ ਹੈ। ਉਹ ਬਹੁਤ ਉਹਦਾ ਜਿਹੜਾ ਵਿਟ ਉਹਦਾ ਮਹਾਰਾਜ ਦਾ ਹਿਊਮਰ ਬੜਾ ਕਮਾਲ ਹੈਗਾ। ਮੈਂ ਤੁਸੀਂ ਸੁਣਾਉਣ ਨੂੰ ਕਹਿੰਦੇ ਹੋ ਸਮੇਂ ਦੀ ਗੱਲ ਹੀ ਹੁੰਦੀ ਹੈ। ਬਾਬੇ ਦੀ ਓਰੀਜਨਲਸ ਭਾਈ ਸਧਾਰਨ ਦੇ ਐਸੋਸੀਏਸ਼ਨ ਦਾ ਸਦਕਾ ਰੱਜ ਕੇ ਹੈਗਾ ਕਈ ਨੇ, ਪਰ ਮੈਂ ਤੁਹਾਨੂੰ ਇਹੀ ਜਿਹੜਾ ਜੋਗੀ ਉਹਦੇ ਵਿੱਚ ਰਾਜ਼ ਬੜਾ ਹੈਗਾ। ਉਹਦੇ ਚ ਗੁਰੂ ਨਾਨਕ ਦੀ ਜਿਹੜੀ ਗੱਲ ਹੈ ਉਹ ਮਹਾਰਾਜ ਕਹਿੰਦੇ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈ ਹੈ। ਹਾਂਜੀ ਇਹ ਗੁਰੂ ਨਾਨਕ ਦਾ ਉਹ ਕਹਿੰਦੇ ਗੂੜ ਗਿਆਨ ਹੈਗਾ, ਸਰਲ ਵਿਅੰਗ ਹੈਗਾ, ਆ ਗਿਆ ਹੋਵੇ। ਇਹ ਜੋਗੀ ਗਾਉਂਦੇ ਸੀ ਏਦਾਂ ਇਹਨੂੰ। ਇਟ ਇਜ਼ ਨਾਟ ਦੀ ਓਰੀਜਨਲ ਆਫ ਗੁਰੂ ਨਾਨਕ, ਦਿਸ ਇਜ਼ ਹਾਊ ਦ ਯੋਗੀਜ਼ ਰਿਮੈਂਬਰਡ। ਜੋਗੀ ਜਿਹੜੀ ਤਾਂਤਰਿਕ ਸਿੱਧਨਾਥ ਵਗੈਰਾ ਇਹ ਉਹਨਾਂ ਦੀ ਰਾਮਕਲੀ ਕਾਲਗੜਾ ਉਹਨਾਂ ਦੀ ਸ਼ਰੂਤੀਆਂ ਹੁੰਦੀਆਂ ਸਨ। ਜੋਗੀ ਗਲੀ ਜੋਗ ਨਾ ਹੋਈ गली जोग ना होई एक दृष्टि कर समसर जाना जोगी कहिया सोई जोगी कहिया सोई जोगी गली जोग ना होई जोग ना खिंथा जोग ना डंडा जोग ना भस्म चढ़ाइया जोग ना खिंथा जोग ना डंडा जोग ना भस्म चढ़ाइया जोग ना मुंडी मुंडी मुंडाइया जोग ना सिंगी वाइया अंजन माहे निरंजन रहिया जोग जुगत एव पाया जोगी जोग न बाहर मढ़ी मसानी जोग न ताड़ी लाइया जोग न दे सिद्ध संतर भवया जोग न तीरथ नाइया अंजन माहे निरंजन रहिया जोग जुगत एव पाया जोगी सतगुरु भेटा ता सहसा टूटा धावत वर्ज रहाइया सतगुरु भेटा ता सहसा टूटा धावत वर्ज रहाइया झर झराय सहज धुनि लागै घर ही पर चा पाइया अंजन माहे
निरंजन रहिया जोग जुगत एव पाइया जोगी नानक जीवत आमर रहिया ऐसा जोग कमाइया नानक जीवत आमर रहिया ऐसा जोग कमाइया वाजे बाजो सिंह वाजे ताव निर्भव पद पाइया अंजन माहे निरंजन रहिया जोग जुगत ताव पाइया जोगी गली जोग। और किरसानी दे व्यंग दी गल जपजी दे विच महाराज कहंदे कि हरण मती वेद हथियार भाओ खला अगन तपताओ भांडा भाओ अमृत तित ढाल। उन्होंने सिमिलीज वरती ने दृष्टांत वरते ने भावें तरखाना का काम है लालो नूं कह रहे हैं किसी नूं ज्ञान दे रहे हैं किरसानी का व्यंग वरत रहे ने ओ तीरथ अंदर है मक्का भी कबीर भी कहते ने अंदर है रब भी अंदर है। उन्होंने मन दे विकार यानी कि बूटियां जिहड़े गंदमूल कढ के ਉਹਦੇ ਚ ਬਹਾਰਾਂ ਉਹਦੇ ਚ ਬਾਗ ਲਾਉਣ ਦੀ ਗੱਲ ਕੀਤੀ ਹੈ ਮਹਾਰਾਜ ਦਾ ਭਾਵੇਂ ਕੋਈ ਦ੍ਰਿਸ਼ਟਾਂਤ ਵਰਤਿਆ ਉਹ ਮਨ ਨੂੰ ਸ਼ਿੰਗਾਰ ਰਹੇ ਨੇ ਸੁਹਾਗਣ ਬਣਾ ਰਹੇ ਨੇ। ਗੁਰੂ ਨਾਨਕ ਕਹਿੰਦੇ ਨਾਨਕ ਸਦਾ ਸੁਹਾਗਣੀ ਸਭ ਜੇ ਵਿਅੰਗ ਵਰਤਿਆ ਸੁਹਾਗਣ ਦਾ ਵੀ ਵਿਅੰਗ ਵਰਤਿਆ ਨਾਨਕ ਗੁਰੂ ਹਰੀ ਦੀ ਅੱਲਾ ਦੀ ਸੁਹਾਗਣ ਬਣ ਕੇ ਬਹਿੰਦਾ ਤੇ ਕਹਿੰਦੇ ਨਾਨਕ ਸਾਚੀ ਰਤੇ ਵਿਸਮਾਦੀ ਵਿਸਮ ਭਏ ਗੁਣ ਗਾਏ ਦਾ ਵਿਸਮੈ ਦੀ ਗੱਲ ਕਰਦਾ ਹੈ ਕਿ ਸੱਚ ਵਿੱਚ ਰਤਿਆਂ ਵਿਸਮਾਦੀ ਹੁੰਦਾ ਹੈ ਤੇ ਉਹ ਵਿਸਮਾਦੀ ਹੋ ਕੇ ਗੁਣ ਗਾਉਂਦਾ ਹੈ ਔਰ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤੀ ਮਿਲਾਏ। ਮਿਹਰਬਾਨੀ। वाह मैं इस तो बाद हरून जी ਨੂੰ ਵੀ ਗੁਜ਼ਾਰਿਸ਼ ਕਰਾਂਗਾ ਪਰ ਮੈਂ ਤੁਹਾਡੇ ਕੋਲ ਭਾਈ ਸਾਹਿਬ ਇੱਕ ਤੁਹਾਡੀ ਅਸੀਸ ਹੋਰ ਲੈਣੀ ਜਿਹੜੀ ਗੁਰੂ ਨਾਨਕ ਨੇ ਯੂਨੀਵਰਸ ਵਾਸਤੇ ਇੱਕ ਆਰਤੀ ਸਾਨੂੰ ਸਾਰੇ ਦੀ ਝੋਲੀ ਪਾਈ ਜਿਹਦੇ ਚ ਉਹਨਾਂ ਨੇ ਕਾਇਨਾਤ ਨੂੰ ਇੰਨਾ ਸੂਖਮ ਕਰਕੇ ਔਰ ਉਹਦੇ ਜ਼ਰੂਰ ਸਾਨੂੰ ਉਹਦੇ ਤੋਂ ਚਰਚ। ਹਾਂਜੀ ਮੈਂ ਛੇਤੀ ਤੇ ਨਹੀਂ ਸੁਣਾ ਦਿੰਦਾ ਤੁਹਾਨੂੰ। मैथिली भाषा पंजाबी नहीं है। गगन मैथाल रवचंद दीपक बने तारे का मंडल जनक मोती धूप मले आंगलो पवन चवरो करे सगल बन राय फुलंत ज्योति कैसी आरती होए भवखंडना तेरी आरती। रब नाल गल्ला प्या कर रहा है कैसी आरती होए भवखंडना तेरी आरती अनहता शब्द वाजंत फेरी सहस तब नैनन। सारे साडे जथेदार भी सारे नैन नन पढ़ते ने नैनन सहस तब नैनन न नैन है ही तोहे को एक न नैन सहस मूर्तिन नायक तो ही सहस पद बिमलन नायक पद गंधविन सहस तब गंध विचलत मोही सब मह ज्योति ज्योति है सोए तिसका चानन सब मही चानन होए गुरसाखी ज्योति प्रगट होए ज्योतिष भाव है सो आरती होए हर चरण कवल मकरंद लोभित मनो अंदिनो मोहे आही प्यासा कृपा जल दे नानक सारंग कहो होए जाते तेरे नाए वासा। यदि मैं पता तुहानू सुनाता है मैथिली भाषा है तुहानू मैं यदि एक तुहानू ओल्डेस्ट आरती दैट इज सर्वाइव्ड दैट गोज बैक टू हिज टाइम्स इन धनासरी इज दिस वन। गगन मधाल रवि चंद्र दीपक बने तारका मंडल जनक मोती धूप मलयान लो पवन चवरो करे सागल बन राय फूलंत ज्योति कैसी आरती होए आरती कैसी आरती होए भव खंडना तेरी आरती भव खंडना तेरी आरती अनादा शब्द वाजंत भेरी आरती कैसी आरती हो
ਭਾਈ ਸਾਹਿਬ ਵਾਕਈ ਅੱਜ ਇੱਕ ਜਿਹੜੀ ਸੂਖਮਤਾ ਦੀ ਗੱਲ, ਕਮਾਲ ਦੀ ਗੱਲ, ਸਾਨੂੰ ਗੁਰਮੁਖੀ ਜਾਂ ਇਸ ਮੈਥਲੀ ਭਾਸ਼ਾ ਬਾਰੇ ਵੀ ਉਹ ਗਿਆਨ ਹੁਣ ਤੱਕ ਕਿਸੇ ਨੇ ਵੀ ਨਹੀਂ ਦਿੱਤਾ। ਜਿਹੜੀ ਗੱਲ ਤੁਸੀਂ ਹੁਣ ਨੈਣਨ ਦੀ ਕੀਤੀ, ਉਹ ਹੁਣ ਤੱਕ ਅਸੀਂ ਸਾਰੇ ਹੀ ਮੇਰੇ ਖਿਆਲ ਸਣੇ ਇਹ ਨਹੀਂ। ਅੰਗਰੇਜ਼ਾਂ ਦੀ ਕੱਚ ਤੇ ਕੱਛੇ ਵਾਲੇ ਸਿੱਖਾਂ ਕੋਲੋਂ ਨਹੀਂ ਮਿਲਿਆ, ਇਹ ਅਨਕੋਲੋਨਾਈਜ਼ਡ ਸਿੱਖਾਂ ਕੋਲੋਂ ਮਿਲਿਆ। ਬੇਸ਼ੱਕ ਇਹ ਕੋਲੋਨਾਈਜ਼ਡ ਬ੍ਰਿਟਿਸ਼ ਇੰਡੀਆ ਚੋਂ ਨਹੀਂ ਮਿਲਿਆ। ਉਹਦਾ ਦਹਾਕੇ ਬਰ ਦਹਾਕੇ they were all separated from the original what I call as indigenous pedagogical processes, ਦਿਹਾਤੀ ਵਿਦਿਅਕ ਪ੍ਰਣਾਲੀਆਂ। ਤੁਸੀਂ ਗੱਲ ਅੱਛੀ ਨੋਟ ਕੀਤੀ ਹੈ। ਹਾਂਜੀ ਬੇਸ਼ੱਕ। ਸੋ ਹਰੂਨ, ਕਮਿੰਗ ਬੈਕ ਟੂ ਯੂ, ਜਦੋਂ ਤੁਸੀਂ ਗੁਰੂ ਨਾਨਕ ਦੀ ਵਾਕਿੰਗ ਵਿਦ ਨਾਨਕ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਸਿੱਖ ਗੁਰਦੁਆਰਿਆਂ ਤੋਂ ਹਟ ਕੇ ਮੈਂ ਗੱਲ ਕਰਾਂ ਤੇ ਤੁਹਾਨੂੰ ਇਸਲਾਮ ਦੇ ਵਿੱਚ ਨਾਨਕ ਦੀਆਂ ਕਿਹੜੀਆਂ ਫਿਲਾਸਫੀਜ਼ ਨਜ਼ਰ ਆਉਂਦੀਆਂ ਨੇ, ਜਿਹੜੀਆਂ ਮੈਂ ਕੰਟੈਂਪਰੇਰੀ ਇਸਲਾਮ ਦੀ ਗੱਲ ਕਰ ਰਿਹਾ, ਕੰਟੈਂਪਰੇਰੀ ਜਿਹੜੇ ਤੁਹਾਡੇ ਇਸ ਵੇਲੇ ਮੌਜੂਦਾ ਅਸੀਂ ਵਿਚਰ ਰਹੇ ਹਾਂ, ਜਿਸ ਮੁਆਸ਼ਰੇ ਦੇ ਵਿੱਚ ਵਿਚਰ ਰਹੇ ਹਾਂ, ਤੁਹਾਨੂੰ ਗੁਰੂ ਨਾਨਕ ਦੀਆਂ ਫਿਲਾਸਫੀਜ਼ ਕਿੱਥੇ ਨਜ਼ਰ ਆਉਂਦੀਆਂ ਨੇ? ਕਿਉਂਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਕਿ ਅਨਫੋਰਚੂਨੇਟਲੀ ਸਿੱਖ ਵੀ ਗੁਰੂ ਨਾਨਕ ਦੀਆਂ ਜਿਹੜੀਆਂ ਟਰੂ ਫਿਲਾਸਫੀਜ਼ ਨੇ ਉਹਨਾਂ ਤੋਂ ਮੀਲਾਂ ਨਹੀਂ, ਮਤਲਬ ਬਹੁਤ ਹੀ ਦੂਰ ਚਲਾ ਗਿਆ, ਇੰਨਾ ਡਾਇਲੂਟ ਕਰ ਦਿੱਤਾ ਹੈ। ਤੁਸੀਂ ਇਸਲਾਮ ਦੇ ਵਿੱਚ, ਕਿਉਂਕਿ ਬੇਸਿਕਲੀ ਗੁਰੂ ਨਾਨਕ ਦਾ ਜਿਹੜੀ ਫਲਸਫਾ ਉਹ ਸੂਫੀਜ਼ਮ ਚੋਂ ਨਿਕਲਦਾ, ਸੂਫੀਜ਼ਮ ਦੇ ਵਿੱਚੋਂ ਇਵੋਲਵ ਹੁੰਦਾ ਨਹੀਂ, ਪਲੀਜ਼ improper to say that। ਮੈਂ ਮਾਫੀ ਚਾਹੁੰਦਾ, ਤੁਸੀਂ ਇਹਦੇ ਬਾਰੇ ਜ਼ਰੂਰ ਦੱਸਣਾ। ਗੁਰੂ ਨਾਨਕ ਕਹਿ ਦਿੰਦਾ ਜੇ ਉਹਨੇ ਕੁਝ ਕਿਤੇ ਲਿਆ, ਉਹਨੇ ਟੁੰਡੇ ਸਰਾਜੇ ਕੀ ਧੁਨੀ ਲਈ ਹੈ ਨਾ, ਜੇ ਉਹਨੇ ਲਿਖ ਦਿੱਤਾ, ਉਹਦੇ ਵਰਗਾ ਐਡੀਟਰ ਬਣ ਕੇ ਦੇਖੋ ਨਾ ਸਾਰੇ ਜਣੇ। ਜੇ ਉਹ ਧੁਨੀ ਕਿਤੇ ਟਿਊਨ ਲੈਂਦੇ ਨੇ, ਹੀ ਰਾਈਟਸ ਇਟ ਡਾਊਨ। ਜੇ ਰਾਗ ਭੈਰੋਂ ਲਿਆ, ਉਹਨਾਂ ਨੇ ਇਹ ਨਹੀਂ ਕਿਹਾ ਨਹੀਂ ਇਹ ਨਾਨਕੀ ਰਾਗ ਹੋਏਗਾ। ਉਹ ਭਾਵੇਂ ਕੋਠਿਆਂ ਤੇ ਗਾਇਆ ਗਿਆ, ਭਾਵੇਂ ਸ਼ੀਆਂ ਸੁਨੀਆਂ ਨੇ ਗਾਇਆ, ਭਾਵੇਂ ਵੈਸ਼ਨਵਾ ਸਿੱਖਾਂ ਸ਼ੈਵਾਂ ਨੇ ਗਾਇਆ, ਕਿਸੇ ਨੇ ਗਾਇਆ, ਕਿਤੇ ਗਾਇਆ, ਜੇ ਉਹਨੂੰ ਰਾਗ ਲੱਗਾ, ਉਹਨੇ ਰਾਗ ਲਿਖਿਆ ਕਿ ਭੈਰੋਂ ਮੈਂ ਗਾ ਰਿਹਾ। ਸੋ ਇਹ ਸਮਿਸ਼ਨ ਜਿਹੜੀ ਹੈ, ਬਾਬੇ ਨੇ ਕਿਤੇ ਕਿਹਾ ਹੀ ਨਹੀਂ ਕਿ ਮੈਂ ਆ ਇੱਥੋਂ ਲੈ ਰਿਹਾ ਉੱਥੋਂ ਲੈ ਰਿਹਾ। It is when he is placed Ekka before. I really apologize for interrupting, but I'm sitting here, so it would as if it later on it will seem as if endorsing this idea. That's my only. मैं माफी चाह रहा हूँ और मैं अपनी उस गलती की तरमीम करांगा और मैंने चंगा लगेगा कि बहुत सारी चीज़ां ने ਜਿਹੜੀਆਂ ਅਸੀਂ ਅਣਜਾਣਪੁਣੇ ਦੇ ਵਿੱਚ ਹੀ, ਜਿਵੇਂ ਮੇਰੇ ਕੋਲ ਵੀ ਅਣਜਾਣਪੁਣੇ ਦੇ ਵਿੱਚ ਇਹ ਗੱਲ ਹੈ, ਇਹ ਅਸੀਂ ਨਲਾਇਕੀਆਂ ਨੇ ਸਾਡੀਆਂ ਕਿ ਸਾਨੂੰ ਜੋ ਬੇਸਿਕ ਫਿਲਾਸਫੀ ਗੁਰੂ ਨਾਨਕ ਦੀ, ਅਸੀਂ ਉਹਦੇ ਤੋਂ ਬਹੁਤ ਦੂਰ ਚਲੇ ਗਏ। ਸੋ ਮੈਂ ਹਰੂਨ ਦੇ ਨਾਲ ਮੇਰਾ ਕੁਐਸਚਨ ਸੀ ਕਿ what do you see in the contemporary times ਕਿ ਗੁਰੂ ਨਾਨਕ ਫਿਲਾਸਫੀ ਇਸਲਾਮ ਦੇ ਉੱਤੇ ਤੁਹਾਨੂੰ ਕਿਸ ਤਰ੍ਹਾਂ ਦੇ ਮੁਆਸ਼ਰੇ ਦੇ ਵਿੱਚ ਤੁਹਾਨੂੰ ਝਲਕਦੀ? जी अरविंदर जी, एक तो अभी भाई बलदीप जी बैठे हैं, सुमैल जी बैठे हैं, उनके सामने मैं बोलना, मेरा क्या मैं बात करूं और क्या, पर खैर अब आपने बुलाया है तो मेरा ख्याल है, एक हमें, अगर हम जब गुरु नानक देव जी की बात करते हैं और जब हम इस्लाम की बात करते हैं, तो हमारा एक, ऑफ कोर्स हम लोग आज कंटेम्प्रेरी इंडिया में या पाकिस्तान में बैठे हैं, एक कंटेम्प्रेरी हम दुनिया है, जो पॉलिटिकल सिचुएशन है उसके हम प्रोडक्ट्स हैं। सो हम जिस तरह इस्लाम को अंडरस्टैंड करते हैं, हम जिस तरह हिंदुइज्म को अंडरस्टैंड करते हैं, वो हमारी आज की अंडरस्टैंडिंग है। भाई बलदीप जी ने बड़ी अच्छी बात की कि हमारी जो अंडरस्टैंडिंग है वो कॉलोनाइज्ड है, व्हिच इज एब्सोल्युटली ट्रू। हमारी एक मॉडर्निज्म का पूरी एक रिवायत है, जो अभी हम जिस तरह इस्लाम की इवन हम हिस्ट्री के अंदर बात करते हैं, तो एक इस्लामोफोबिया एक आइडिया है, द आइडिया ऑफ इन्वेजन, आइडिया ऑफ इस्लाम एज अ फॉरेन रिलीजन एंड सो ऑन। आई मीन ऑफ कोर्स अभी आप अगर बाबा फरीद की आप बात करें, तो बाबा फरीद I mean represents an indigenous Islamic religious identity. Having said that, of course, there is no need to defend Islam as indigenous to India. And I think we're falling into the same trap, but just sort of pointing out there. I think agar aap Baba Nanak Dev Ji ki baat kar rahe hain, so he is living in 15th century, 16th century Punjab. I mean, and that's a time when the Islamic philosophical tradition and the Islamic cultural tradition is probably at its zenith. It's probably at its peak. It really represents a very different kind of understanding of Islam as we have today. I think that they are, I mean, it's usually once again, I think these divisions, these distinctions between Islam, Hinduism and Sikhism as we understand them today is a product of colonial British India, and also partition. And partition itself plays a very important role in how we understand these religious signification, these religious significations. But I think at the time of Guru Nanak, these divisions were not as rigid. अगर वो इतनी rigid होती,
for example, then I mean, why would Guru Nanak Dev Ji, let's say, appreciate Baba Farid's poetry so much? And of course, you also you mentioned, I think, Sufism. Because Sufism, we have to qualify because Sufism is not one thing. There is no one Sufism. Sufism is a very, very, I mean, Sufism can be as mainstream as orthodox as Data Darbar, जैसे हलिया हजवेरी हम बात करते हैं लाहौर की, he is as mainstream Sufi. Shah Waliullah of Delhi also sees himself as part of a Sufi tradition. And he is as mainstream Orthodox Muslim ritualistic as we understand. And then you have somebody like Bulleh Shah, for example, who completely rejects all rituals, rejects all distinctions, who also represents Sufism. So Sufism itself is not one thing. But I think what is an interesting point to make is that Guru Nanak Dev Ji had a strong influence on a particular Sufi tradition. Sumail ji ne baat ki Waris Shah ki, for example. I mean, Waris Shah represents a particular Sufi tradition. I mean, and you can't take away Guru Nanak Dev Ji's influence on Waris Shah. I think we had a very interesting argument. Bhai Dev ji ne bhi baat ki, Sumail ji ne bhi baat ki, on language. Guru Nanak Dev Ji represented. He talks in vernacular, which is a very, 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 very important point. And you see that tradition going on in Baba Farid, for example. Baba Farid could speak multiple languages, but nahi, unhone baat karni hai Punjabi mein. I would then take it forward to Shah Hussain, for example. I would take it to even Waris Shah. I would take it to Bulleh Shah, Bhagat Kabir. I mean, the idea of vernacular, for example, is very, very, very important. I think this the whole I mean, how, for example, Guru Nanak Dev Ji talks about monotheism or monoism, of course. I mean, there's a very strong tradition, which is, I think there's a very strong overlap, which we can talk about these distinctions of identities, for example. I think his emphasis on monotheism or monoism, however you want to understand, is as strong as you will find in Islam. I think the whole idea of Keet, the whole idea of work, the emphasis on work, the rejection of asceticism that Guru Nanak represented has a very strong parallel in Islamic tradition. The whole idea of middle path. I think, of course, I mean, that's something which is also not exclusive to Islam. You also find that in Buddhism, for example, in Buddha's message, the idea of middle path. I mean, so there are strong parallels that run between different traditions. And I think we sort of find it hard to reconcile today, once again, because we understand these religions from a very contemporary lens. But if we place ourselves historically to the time period that Guru Nanak Dev Ji is living, these distinctions are not very rigid. These distinctions are not very hard. What does it even mean to be a Muslim in 1500, 1600 India? I mean, for example, I mean, why you will have Hindus going to Baba Farid's shrine. You have Muslims going to temples and sort of other shrines. I mean, so these distinctions are not really as rigid or were as rigid as we understand them today. And I think in many ways, Guru Nanak Dev Ji really personifies. He personifies that ultimate religiosity, which sort of we would like Punjab to have right now, also, but also what Punjab represents. This idea that you can have this one religious figure who sort of is a central force, a central figure for multiple religious traditions. Very right. मैं इस प्रोग्राम ਨੂੰ ਹੁਣ ਕਿਉਂਕਿ ਅਸੀਂ ਵਕਤ ਦੇ ਟਾਈਮ ਫਰੇਮ ਦੇ ਵਿੱਚ ਹੁੰਦੇ ਆ, ਦਿਲ ਤੇ ਕਰਦਾ ਹੈ ਕਿ ਅਸੀਂ ਸਾਰੀ ਰਾਤ ਭਾਈ ਸਾਹਿਬ ਦੇ ਕੋਲੋਂ ਸੁਣਦੇ ਰਹੀਏ ਤੇ ਹਿਸਟੋਰਿਸਿਟੀ ਬਾਰੇ ਅਸੀਂ ਡਾਕਟਰ ਸਾਹਿਬ ਨਾਲ ਤੇ ਤੁਹਾਡੇ ਨਾਲ ਗੱਲਾਂ ਕਰਦੇ ਰਹੀਏ। ਮੈਂ ਆਡੀਅנס ਨੂੰ ਕਹਾਂਗਾ ਜੇ ਤੁਹਾਡਾ ਕੋਈ ਕੁਐਸਚਨ ਹੋਏ ਤਾਂ ਜ਼ਰੂਰ ਤੁਸੀਂ ਯੂ ਕੈਨ ਰੇਜ਼ ਯੋਰ ਹੈਂਡ ਐਂਡ ਆਈ ਵੁੱਡ ਰਿਕੁਐਸਟ ਗੁਰਲੀਨ ਟੂ ਟੇਕ ਅਪ ਦੈਟ। ਭਾਈ ਸਾਹਿਬ ਤੁਹਾਡੇ ਲਈ ਇੱਕ ਜਿੱਥੇ ਲੋਕਾਂ ਨੇ ਇਸ ਪੂਰੇ ਸੈਸ਼ਨ ਨੂੰ ਇਲਾਹ ਹੀ ਮੰਨਿਆ ਔਰ ਬਹੁਤ ਅਨਹਦ ਉਹਦੇ ਗੁਰੂ ਉਸ ਡਿਵਾਈਨ ਦੇ ਨੇੜੇ ਆਪਣਾ ਕਨੈਕਸ਼ਨ ਜੁੜਿਆ ਹੈ। ਇੱਕ ਕੁਐਸਚਨ ਤੁਹਾਡੇ ਲਈ ਹੈ that how do you make a contrast between Nanak and the modern notions of the secularism? Like Gursimran Pannu ne, she has mentioned, or he has mentioned, I'm not sure whether the person is a male or a female, or even mentioned the universality of Nanak, one is accepted across faiths and the man division into one. As a follow-up to Bhai Baldeep Singh's statement that the Sikh has forgotten Nanak and the
post-colonial times. My question is, how do we contrast Nanak with the modern notions of secularism? So ਇਹਦੇ ਬਾਰੇ ਮੈਂ ਗੁਜ਼ਾਰਿਸ਼ ਕਰਾਂਗਾ ਭਾਈ ਸਾਹਿਬ ਤੁਹਾਨੂੰ। Just briefly ਇੰਨਾ ਕਿ ਗੁਰੂ ਨਾਨਕ ਨੇ ਏਦਾਂ ਪੋਥੀਆਂ ਇਕੱਠੀਆਂ ਕੀਤੀਆਂ ਔਰ ਟ੍ਰਾਂਸਲੇਸ਼ਨਸ ਨਹੀਂ ਕੀਤੀਆਂ। ਤੇਰਾ ਨਾਮ ਰੂੜੋ ਰੂਪ ਰੂੜੋ ਮਾਰਵਾੜੀ, आनी ले कागज काटी ले गुडी आकाश मधे भरमी ले पंच जना से बात मधे 600 साल पुरानी मराठी है भगत नामदेव दी। गुरु ग्रंथ जो मैं कहना कॉन्स्टिट्यूशन हैगा नवी सिविलाइजेशन दा 24 भाषावां 120 उपभाषावां गुरु ग्रंथ विच ने, एक जिल्द विच बंद ने। उत्थे 11 वक्त क्या कि जे तुसी नमाज ना पढ़ो तो कुत्ते दे करीब, मतलब नमाज नू रिजेक्ट नहीं कीता, पूजा नू नहीं, लेकिन उन्होंने कहा कि नमाज हुंदी की है, मुसलमान होना की हुंदा है, ब्राह्मण होना की हुंदा है वगैरह आदि। सो एजुकेशन इज देयर और निचोड़ शुभ अमल दा हैगा। सैक्युलरिज्म दी जिहड़ी गल करदे हैं उस पक्षों भी गुरु नानक ने, कबीर साहब ने, भगत रविदास ने, भगत नामदेव ने, बाबा शेख फरीद होना, सारिਆਂ ਨੂੰ ਰਲਾ ਕੇ ਇੱਕੋ ਥਾਂ ਤੇ ਇੱਕੋ ਪੈਡੈਸਟਲ ਤੇ ਬਿਠਾ ਦੇਣਾ ਔਰ ਸਾਡਾ ਮੱਥਾ ਨਿਵਾ ਦੇਣਾ। ਇਹ ਪੋਲਿਟਿਕਸ ਖੇਡਦਾ ਬਾਬਾ ਨਾਨਕ, ਜਿਸ ਤੋਂ ਅਸੀਂ ਨੂੰ ਬਚ ਨਹੀਂ ਸਕਦੇ, ਕਦੇ ਮੁਨਕਰ ਨਹੀਂ ਹੋ ਸਕਦੇ ਕਿ ਤੁਸੀਂ ਕੋਈ ਰੰਗ ਪਾਓ। ਸੁਮੇਲੇ ਬੜੀ ਸੋਹਣੀ ਗੱਲ ਕਹੀ ਅੱਗੇ ਕਿ ਜਦੋਂ ਉਦਾਸੀ ਭੇਖ ਧਾਰਿਆ ਤੇ ਇੱਕ ਰੰਗ ਪਾਇਆ, ਤੇ ਜਦੋਂ ਮੱਕੇ ਗਏ ਉਦੋਂ ਨੀਲਾ ਧਾਇਆ, ਜਦੋਂ ਉਹਨਾਂ ਦੇ ਜਿਹੜੇ ਲੱਤ ਮਾਰੀ ਆ ਕੇ ਉਦੋਂ ਰੱਸੀ ਦਾ ਵੇਸ ਪਾਇਆ, ਜੂਟ ਵੇਸ ਪਾਇਆ ਸੀ, ਰੱਸੀ ਦੀ ਰੋਬ ਸੀ ਸਾਰੀ, ਅੱਖਾਂ ਤੋਂ ਰੱਸੀ ਚੱਕੀ ਸੀ ਮਹਾਰਾਜ ਨੇ। ਸੋ ਇਹ ਐਸਪੈਕਟ ਬਾਬੇ ਨੂੰ ਆਈ ਥਿੰਕ ਤੁਸੀਂ ਸਾਰਿਆਂ ਨੂੰ, ਹਰੂਨ ਦਾ ਪਰਸਪੈਕਟਿਵ, ਸੁਮੇਲ ਮੇਰਾ ਜੋ ਅੱਜ ਦੀ ਜਿਹੜੀ ਸਾਰਿਆਂ ਦੀ 2 ਪੈਂਸ ਹੈਗੀ ਹੈ, ਉਹਦੇ ਚ ਤੁਹਾਨੂੰ ਕਿਤੇ ਇੱਕ ਧੁੰਦਲੀ ਜੀ ਤਸਵੀਰ ਤੁਹਾਨੂੰ ਦਿਖਣ ਲੱਗੇਗੀ ਕਿ ਬਾਬਾ ਕਿਵੇਂ ਗੱਲ ਕਰਦਾ। ਅਸੀਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹ ਇਹਨਾਂ ਦੇ ਉੱਤੇ ਅਸੀਂ ਗੁਰੂ ਨਾਨਕ ਨੂੰ ਟਾਲ ਦਿੰਦੇ, ਪਰ ਗੁਰੂ ਨਾਨਕ ਦੀ ਡਾਂਟ ਤੋਂ ਅਸੀਂ ਬਚਦੇ ਹਾਂ। ਇਹ ਤਾਂ ਬੜਾ ਇੱਕ ਨਾ ਡੋਸਾਈਲ ਜਾਂ ਪਲਾਇਬਲ ਬਾਬਾ ਨਾਨਕ ਹੈ। ਅਕਸਰ ਮੈਂ ਕਹਿੰਦਾ ਹੁੰਦਾ ਜਿਹੜਾ ਕ੍ਰਾਂਤੀਕਾਰੀ ਨਾਨਕ ਹੈ, ਜਿਹੜਾ ਐਕਟਿਵਿਸਟ ਨਾਨਕ ਹੈ, ਜਿਹਦੇ ਬਾਰੇ ਸੁਮੇਲ ਵੀ ਅਕਸਰ ਗੱਲਾਂ ਕਰਦਾ ਹੁੰਦਾ ਕਿ ਉਹ ਕੀ ਹੈ ਕਿ ਉਹਦੇ ਉਹ ਕਿਵੇਂ ਜਿਹੜੀ ਰੈਵਨਿਊ ਕਲੈਕਸ਼ਨ ਹੈ ਉਹਨੂੰ ਕਿਵੇਂ ਪੈਂਦਾ ਪਿੱਛੇ, ਉਹ ਡਾਂਗ ਕਿਵੇਂ ਚਲਾਉਂਦਾ, ਉਹ ਰਿਲੀਜੀਅਸ ਜਿਹੜੀ ਇੱਕ ਹੈਜੀਮਨੀ ਹੈ, ਜਿਹੜਾ ਇੱਕ ਕਬਜ਼ਾ ਹੈਗਾ ਜਿਹੜੀ ਫਿਤਰਤ ਦੇ ਉੱਤੇ, ਬੰਦੇ ਦੇ ਮਨ ਦੇ ਉੱਤੇ ਡਰ ਦਾ ਜਿਹੜਾ ਵਪਾਰ ਕਰਦਾ, ਡਰਾ ਕੇ ਬੰਦੇ ਨੂੰ ਤਬਦੀਲ ਕਰਦਾ, ਉਹਨੂੰ ਆਪਣੇ ਪਿੱਛੇ ਲਾਉਂਦਾ ਹੈ, ਉਹਦੇ ਬਾਰੇ ਜਿਹੜੀ ਉਹਦੀ ਡਾਂਟ ਹੈ ਬਾਬੇ ਤੋਂ ਅਸੀਂ ਡਰਦੇ ਹਾਂ। ਔਰ ਹਰੂਨ ਨੇ ਇੱਕ ਇਸ਼ਾਰਾ ਕੀਤਾ ਕਿ ਉਦੋਂ ਦਾ ਵੇਲਾ ਕੀ ਸੀ। ਇਸ ਹਿੰਦੁਸਤਾਨ ਵਿੱਚ ਇਸਲਾਮ ਬਹੁਤ ਕੁਰਖਤ ਵੀ ਰਿਹਾ ਹੈ। ਨਕਸ਼ਬੰਦੀਆਂ, ਚਿਸ਼ਤੀਆਂ ਦੇ ਵੱਖਰੇ ਵੱਖਰੇ ਆਰਡਰ ਰਹੇ ਨੇ। ਦਾਰਾ ਸ਼ਿਕੋ ਤੇ ਔਰੰਗਜ਼ੇਬ ਦੀ ਭਾਵੇਂ ਦੋਨੋਂ ਸੁਲਤਾਨਪੁਰ ਲੋਧੀ ਪੜ੍ਹੇ ਨੇ, ਪਰ ਦਾਰਾ ਸ਼ਿਕੋ ਨੂੰ ਉਹ ਚਿਸ਼ਤੀਆਂ ਦੇ ਲਾਗੇ ਹੈਗਾ ਤੇ ਨਕਸ਼ਬੰਦੀਆਂ ਲਾਗੇ ਔਰੰਗਜ਼ੇਬ ਹੈਗਾ। ਸੋ ਇਸਲਾਮ ਦੇ ਕਈ ਆਰਡਰ ਸੀ। ਹਿੰਦੁਸਤਾਨ ਦੇ ਵਿੱਚ ਜਿਹੜਾ ਵੱਡਾ ਹਿੰਦੁਸਤਾਨ ਸੀ ਉਹਦੇ ਚ ਕਿਆਰੀ, ਉਹਨੂੰ ਮੈਂ ਕਹਿੰਦਾ ਬੜਾ ਫਰਟੀਲ ਸੋਇਲ ਸੀ, ਜਿਹਦੇ ਚ ਮਿਸ਼ਨਰੀਆਂ ਨੇ ਆ ਕੇ ਲੋਕਾਂ ਨੂੰ ਆਪਣੇ ਰੰਗਾਂ ਚ, ਉਹਦੇ ਚ ਕਨਵਰਸ਼ਨਸ ਵੀ ਹੋਈਆਂ, ਇੰਸਪਾਇਰ ਵੀ ਕੀਤਾ, ਲੋਕਾਂ ਨੂੰ ਨਵੇਂ ਕਨਸੈਪਟਸ ਦਿੱਤੇ। ਸੋ ਆਈ ਥਿੰਕ ਬੜਾ ਕੁਝ ਹੋ ਰਿਹਾ ਸੀ ਹਿੰਦੁਸਤਾਨ ਚ ਗੁਰੂ ਨਾਨਕ ਦੇ ਵੇਲੇ ਔਰ ਉਸ ਤੋਂ ਪਹਿਲਾਂ ਵੀ। ਜਿੱਥੇ ਸਾਰਿਆਂ ਨੇ ਇਸ ਪੂਰੇ ਸੈਸ਼ਨ ਨੂੰ ਬਹੁਤ ਸਰਾਹਿਆ ਹੈ, ਕੁਝ ਹਲੂਣ ਵਾਲੀਆਂ ਗੱਲਾਂ ਵੀ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸਾਡੇ ਨਾਲ ਕੋਈ ਆਡੀਅנס ਦੇ ਵਿੱਚੋਂ ਸੁਪਿੰਦਰ ਜੁੜੇ ਨੇ, ਉਹਨਾਂ ਨੇ ਕਿਹਾ ਕਿ ਵਾਟ ਏ ਰੈਵੋਲੂਸ਼ਨਰੀ ਥਾਟ ਪ੍ਰੋਵੋਕਿੰਗ ਐਂਡ ਸ਼ੇਕਿੰਗ ਟਾਕ। ਹਲੂਣਾ ਦਿਓ ਭਾਈ ਸਾਹਿਬ ਸਿੱਖਾਂ ਨੂੰ, ਇਹੋ ਜਿਹੀ ਭੀੜ ਦੇ ਵਕਤ ਵਿੱਚ ਤੁਹਾਡੀ ਬਹੁਤ ਲੋੜ ਹੈ, ਚੁੱਪ ਰਹਿਣਾ ਵੀ ਕਾਫਿਰਾਨਾ ਹੈ। ਤੇ ਮਾਝਾ ਹਾਊਸ ਵਾਸਤੇ ਵੀ ਇੱਕ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਇੰਸਟੈਡ ਆਫ ਸੋ ਕਾਲਡ ਫਾਲਸ ਗੈਦਰਿੰਗਸ ਵਿਦ ਸੋ ਕਾਲਡ ਦ ਰਿਲੀਜੀਅਸ ਲੀਡਰਸ, ਵੀ ਨੀਡ ਦਿਸ ਕਾਈਂਡ ਆਫ satsang. I think probably what we shared today is more relevant and more, ਮੇਰੇ ਵਾਸਤੇ, ਆਪਣੇ ਵਾਸਤੇ ਸਿੱਖਣ ਵਾਸਤੇ ਇਹਦੇ ਚ ਬਹੁਤ ਕੁਝ ਹੈ ਔਰ ਸਾਡੇ ਸਾਰਿਆਂ ਵਾਸਤੇ ਸਿੱਖਣ ਵਾਸਤੇ ਬਹੁਤ ਕੁਝ ਹੈ। ਲੇਕਿਨ ਵਕਤ ਫਿਰ ਸਾਨੂੰ ਕਹਿੰਦਾ ਹੈ ਕਿ ਅਸੀਂ ਮੈਂ ਕਿਤੇ ਕਿਹਾ ਵੀ ਸੀ ਕਿ ਫਿਰ ਵਕਤ ਨਹੀਂ ਮਿਲਦਾ, ਪਰ ਅਸੀਂ ਵਕਤ ਆਪਣੇ ਹੱਥੀਂ ਆਪ ਹੀ ਗਵਾ ਲੈਂਦੇ ਹਾਂ। ਇਹੋ ਜਿਹੇ ਸੈਸ਼ਨ ਨੂੰ ਖਤਮ ਕਰਨਾ ਤੇ ਨਹੀਂ ਮੈਂ ਕਹਾਂਗਾ, ਲੇਕਿਨ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਔਰ ਇਸ ਪ੍ਰੋਗਰਾਮ ਨੂੰ ਕਨਕਲੂਡ ਕਰਨ ਵਾਸਤੇ ਮੈਂ ਜਸਮੀਤ ਨਈਅਰ ਸਾਡੇ ਵਿੱਚ ਨੇ, ਮੈਂ ਗੁਜ਼ਾਰਿਸ਼ ਕਰਾਂਗਾ ਉਹਨਾਂ ਨੂੰ ਕਿ ਉਹ ਆਉਣ ਤੇ ਤੁਹਾਡੇ ਸਾਰਿਆਂ ਦੇ ਰੂਬਰੂ ਵੀ ਹੋਣ ਤੇ ਤੁਹਾਡੇ ਸਾਰਿਆਂ ਨਾਲ ਆਪਣੀ ਗੱਲ ਵੀ ਕਰਨ। ਪੂਰੇ ਦੀ ਪੂਰੀ ਆਡੀਅנס ਨੇ ਹੁਣ ਤੱਕ ਜੁੜੀ ਹੈ ਔਰ ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਫਿਲਾਸਫੀ ਨੂੰ ਲੈ ਕੇ ਅੱਜ ਮੇਰੇ ਖਿਆਲ ਜੋ ਤੁਸੀਂ ਹਲੂਣਾ ਤੁਸੀਂ ਤਿੰਨਾਂ ਨੇ ਦਿੱਤਾ ਹੈ, ਇਹ ਸਾਡੇ ਵਾਸਤੇ ਇਹ ਜਿਹੜਾ ਅੱਜ ਦਾ ਦਿਨ ਹੈ ਇਹ ਇਤਿਹਾਸਿਕ ਦਿਨ ਬਣੇਗਾ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਵੀ ਹੈ, ਸ਼ਹਾਦਤ ਦਾ ਦਿਨ ਹੈ ਔਰ ਅਸੀਂ ਨਮਨ, ਮਤਲਬ ਅਸੀਂ ਤੇ ਕਿੰਨਾ ਪੂਰੀ ਆਪਣੀ ਜ਼ਿੰਦਗੀ ਵੀ
ਜਿਹੜੀ ਨੇ ਇੱਕ ਪਾਣੀ ਦੇ ਬੁਲਬੁਲੇ ਵਾਂਗੂ ਅਸੀਂ ਕੁਝ ਵੀ ਨਹੀਂ ਦੇ ਸਕਦੇ ਉਸ ਉਹਨੂੰ ਵਾਪਸ ਰੈਸੀਪ੍ਰੋਕੇਟ ਕਰ ਹੀ ਨਹੀਂ ਸਕਦੇ ਜੋ ਸਾਨੂੰ ਵਿਰਾਸਤ ਦੇ ਵਿੱਚ ਜੋ ਤੁਹਾਡੇ ਰਾਹੀਂ ਸਾਡੇ ਕੋਲ ਪਹੁੰਚਿਆ ਹੈ। ਸੋ ਮੈਂ ਜਸਮੀਤ ਨਈਅਰ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਉਣ ਤੇ ਸਾਡੇ ਨਾਲ ਇਸ ਪ੍ਰੋਗਰਾਮ ਨੂੰ ਕੰਕਲੂਡ ਕਰਨ ਵਾਸਤੇ ਸਾਡੇ ਨਾਲ ਗੱਲ ਕਰਨ। ਜਸਮੀਤ ਨਈਅਰ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਜਾ ਰਹੀ ਹੈ? Let me see whether please, you need to unmute yourself. Gurleen, I think probably you are missing. Jasmeet ji, please. Namak uncle, I have sent her a request. Yeah, she's okay. She's okay now. Now you can hear me. Jasmeet ji, please. Okay. मैं जसमीत नायर, माजा हाउस दी फाउंडर मैंबर, तुहाडे नाल मुखातिब हाँ। समा महदूद हुंदा है, लेकिन शुकराना बहुत जरूरी हुंदा है। पहली बारी हरून नूं सुनिया, हरून जी दी गल बड़ी जबरदस्त सी कि बड़ियां पॉकेट्स हैगियां ने साडे कम्यूनिटीज़ दे विच हले भी जिथे डिवोशन है, डिवाउट्स आर वर्किंग, वो बनिया होया माहौल। और ये देखण विच आया समा दर समा कि अंदरूनी चिंतन तो ये छोटियां पॉपुलेशंस दे विच इट इज स्टिल प्रेवलेंट ऑल ओवर द वर्ल्ड। मैं होर बड़ी जगह ते देख के आई हाँ, छोटियां पॉकेट्स दे विच इंटरनल थॉट प्रोसेस नाल ये डिवोशन चलती आई है। ते ये गल कि भाई मरदाना मुसलमान सी ते मुसलमान ही रहे, बहुत वड्डी गल है। बाहरी चेंज दी कोई लोड़ है ही नहीं सी, तब्दीली ते अंदरूनी सी, वो चलती आई। ये बड़ी वड्डी गल है कि बाहरी तब्दीली कोई मायने नहीं रखती जिथे तुहाडी लिव लग गई। ते गल हुई सी सियासी ताकतां दी। सियासी ताकतां दा जो काम हमेशा तो रहा है उस तरह ही रहेगा। मैनू कोई खास उम्मीद नहीं अज दी सिचुएशन देख के भी कि सियासी ताकतां नू किसे पासों इन्हां गल्लां ते रहम आउण वाला है। उन्हां ने अपनी खेड खेडी जानी है, समा उन्हां दे नाल उही करदा जो करदियां आईयां ने। फिर गल हुई नानक शाह फकीर दी किरसाणी दी। 13 साल उन्हां ने भी आलू बीजे, उन्हां ने भी किरसाणी कीती। और जे नानक दा खेत चढ़दे पंजाब च ते लैंदे पंजाब च भी है जी, असी इक्को ही हाँ, कित्थों वंड लोगे। ये डिवोशन ये जिहड़ी उन्हां दी सानू बाणी दे गए ने, जो वो लिख गए ने साडे लई, वो उस तरह ही चलेगा, चाहे म्यार उहदी छोटी रहे ते चाहे असीं उहदा चिंतन करके म्यार उहनूं वधा लईए। सच दी खेती कीती, सच ते साज दा बड़ा खूबसूरत सुमेल हुंदा है, वो उन्हां ने वरतिया। ते मेरे ख्याल ही वाज द सेकंड लार्जेस्ट ट्रैवलर इन दिस वर्ल्ड। और बड़े साल 30 साल की उम्र तो शुरू होकर किन्ने साल उन्होंने अपनिया उदासियां का जिक्र है। मल्टीलिंग्विस्टिक सी, स्टिल ही चोज गुरमुखी। उन्होंने चलाण दा, उहदा रुतबा बनाने दा ये बड़ी वड्डी गल है कि सारा कुछ जानते हुए जिस तरह सुमेल सिंह जी ने दसिया, उन्होंने फिर भी गुरमुखी चुनी ते पंसारी तो किरसानी दे वेस की गल की, उदासियां दी रीत की गल हुई। ये सारियां गल्लां बहुत वड्डियां ने और तुहाडे सारियां दे मूँह तो सुनिया। और भाई बलदीप सिंह जी, तुहानू ते असीं जश्न रेखता नहीं छड्डदे, तुहाडा तां अनाथ फाउंडेशन, एंड वी ऑलवेज लाइक टू लिसन टू एवरी वर्ड दैट यू स्पीक। और सुमेल सिंह जी नाल ते साडा बहुत डूंगा रिश्ता बन गया है। बार बार इन्हों असीं इनवाइट करते हैं तो वेरी जनरस ऑन हिज पार्ट, इन्होंने कदे ना नहीं की और इन्नियां खूबसूरत गल्लां साडे नाल सांझियां करते हैं, रूह खुश हो जाती है। सारियां दा शुक्र असीं किवें करिए सिवाय इस दे कि थैंक यू सो मच। मैं एक बार फिर नतमस्तक हुंदा होया तुहाडे सारियां दे कोलों एक इजाजत लैण तो पहला कल शामी असी 6 बजे फिर माझा हाउस के इस वेड़े दे विच ऑनलाइन प्लेटफॉर्म दे उत्ते इकट्ठे होवांगे, जिथे अ बिट ऑफ एवरीथिंग, अ कन्वर्सेशन बाय संदीप रायना
with the author Dr. Bani Gill from the University of Oxford. ਇਹ ਕੱਲ ਸਾਡੇ ਕੋਲ ਸ਼ਾਮੀ 6 ਵਜੇ ਹੋਏਗਾ। ਇਹਦਾ ਜ਼ੂਮ ਲਿੰਕ ਪ੍ਰੀਤੀ ਜੀ ਨੇ ਆਲਰੇਡੀ ਸ਼ੇਅਰ ਕਰ ਦਿੱਤਾ ਹੈ। ਵੈਸੇ ਜੇ ਕਿਸੇ ਨੂੰ ਮੈਂ ਵੀ ਭੇਜ ਦਿਆਂਗਾ। ਇਸ ਪੂਰੇ ਸੈਸ਼ਨ ਦੇ ਵਿੱਚ ਜਿਹੜਾ ਉਪਰਾਲਾ ਮਾਝਾ ਹਾਊਸ ਦਾ ਹੈ ਜਾਂ ਸਾਂਝੇ ਪੰਜਾਬ ਦਾ ਹੈ, ਇਸ ਪੂਰੇ ਸੈਸ਼ਨ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਔਰ ਇਹ ਇੱਕ ਸਿੱਖ ਹੋਣ ਦੇ ਨਾਤੇ ਇਹ ਸ਼ਾਇਦ ਸਾਨੂੰ ਇਹ ਵਿਰਾਸਤ 'ਚ ਇਹ ਝੋਲੀ 'ਚ ਮਿਲਿਆ ਕਿ ਅਸੀਂ ਹਰ ਵੇਲੇ, ਹਰ ਪਲ, ਹਰ ਲਮਹਾ ਸਿੱਖਣਾ ਹੈ। ਸੋ ਤੁਹਾਡੇ ਸਾਰਿਆਂ ਦੇ ਕੋਲੋਂ ਖਿਮਾ ਦਾ ਜਾਚਕ ਹੁੰਦਾ ਹੋਇਆ, ਕਿਤੇ ਕੋਈ ਗਲਤੀ ਰਹਿ ਗਈ ਹੋਵੇ ਉਹਦੀ ਮੁਆਫੀ, ਔਰ ਕਿਤੇ ਕੋਈ ਤਰੁੱਟੀ ਰਹਿ ਗਈ ਹੋਵੇ ਉਹਦੀ ਹੱਥ ਜੋੜ ਕੇ ਮੁਆਫੀ। ਤੇ ਤੁਹਾਡੇ ਸਾਰਿਆਂ ਕੋਲੋਂ ਸਿੱਖਣ ਵਾਸਤੇ ਅਸੀਂ ਹਮੇਸ਼ਾ। ਔਰ ਭਾਈ ਸਾਹਿਬ ਤੁਹਾਡੇ ਕੋਲੋਂ ਇੱਕ ਫਿਜ਼ੀਕਲ ਸੈਸ਼ਨ ਅਸੀਂ ਜਦੋਂ ਇਹ ਖੁੱਲ ਜਾਂਦਾ ਕੋਵਿਡ ਤੋਂ ਬਾਅਦ, ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਅੰਮ੍ਰਿਤਸਰ ਆ ਕੇ ਸਾਨੂੰ ਨਵਾਜੋ ਔਰ ਸਾਨੂੰ ਆਪਣੀ ਇਸ ਕਲਾ ਦੀ ਉਸ ਜਿਹੜੀ ਵਿਰਾਸਤ ਸਾਡੇ ਕੋਲ ਓਰੀਜਨਲ ਤੋਂ ਨੇ ਸਾਨੂੰ ਉਹਦੇ ਨਾਲ। ਔਰ ਡਾਕਟਰ ਸੁਮੇਲ ਤੁਹਾਡਾ ਔਰ ਹਰੂਨ ਜੀ ਔਰ ਮਾਝਾ ਹਾਊਸ ਦੇ ਸਾਰੀ ਆਡੀਅנס ਦਾ ਇੱਕ ਵਾਰੀ ਤਹਿ ਦਿਲ ਤੋਂ ਧੰਨਵਾਦ। ਤੇ ਫਿਰ ਰੱਬ ਸੋਨੇ ਦੇ ਹਵਾਲੇ ਤੇ ਫਿਰ ਕੱਲ ਛੇਤੀ ਮੁਲਾਕਾਤ ਹੋਏਗੀ। ਹਸਬੇ ਹਯਾਤੀ। ਸਤਿ ਸ਼੍ਰੀ ਅਕਾਲ। ਅੱਲਾਹ ਹਾਫਿਜ਼। ਖੁਦਾ ਹਾਫਿਜ਼। ਰੱਬ ਰਾਖਾ।